सत श्री अकाल, सलाम, नमस्कार, आदाब। सब सत्कारत सज्जना नूं जो इस वक्त जिंदगी दे रंगां ते आवाज़ दीआं तरंगां नूं माणदे होए जुड़े ने टिवाणा रेडियो दे नाल। बागां ते रागां दे शहर पटियाला तो मैं परमिंदर सिंह टिवाणा आप सब सज्जना दा स्वागत करदा। 26 जनवरी सन 2022 दी शाम है, बुधवार दी शाम है, 13 माघ नानकशाही संमत 553 दिहाड़ा है ते भारती समा शाम दे 7:35 हो चुके ने। आवाज़ दीआं तरंगां ते मैं तुहाडा दोस्त परमिंदर सिंह टिवाणा सोमवार तो लैके शनिवार तक सवेरे 7 बजे तो लैके 9 बजे तक ते शाम नूं 7:30 बजे तो लैके 9:30 बजे तक तुहाडे नाल राबता जुड़दा है। तुसीं इस दौरान अपने इन्हां प्रोग्रामां नूं अपनी वैबसाइट tiwanaradio.com दे जरिए सुणदे हो, जिथे तुहानूं आईफोन ते एंड्राइड ऐप्स मिलणगीआं। ਉਹ ਐਪਸ ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ ਤੇ ਲਾਈਕ ਕਰੋ, ਬੈਲ ਆਈਕਨ ਦਬਾਵੋ, ਪਸੰਦ ਕਰ ਦਿਓ ਤਾਂ ਅੱਗੇ ਸ਼ੇਅਰ ਵੀ ਕਰੋ। ਆਪਣਾ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ ਹੈ 667 930 9260 667 930 9260। ਇਸ ਨੰਬਰ ਤੇ ਡਾਇਲ ਕਰਕੇ ਇਸ ਪ੍ਰੋਗਰਾਮ ਦਾ ਲੁਤਫ ਲਿਆ ਜਾ ਸਕਦਾ ਹੈ। ਤੇ ਆਪਣੇ ਇਹਨਾਂ ਪ੍ਰੋਗਰਾਮਾਂ ਦੇ YouTube ਦੇ ਲਿੰਕ ਅਤੇ ਖਬਰਾਂ ਦੇ ਬੁਲੇਟਿਨ ਦਾ YouTube ਦਾ ਲਿੰਕ ਅਗਰ ਤੁਸੀਂ ਆਪਣੇ WhatsApp ਨੰਬਰ ਤੇ ਮੰਗਵਾਉਣਾ ਤਾਂ ਆਪਣਾ WhatsApp ਗਰੁੱਪ ਨੰਬਰ ਹੈ ਪਟਿਆਲਾ ਸਟੂਡੀਓ ਦਾ, ਉਹੀ ਨੰਬਰ ਹੈ ਜਿਸ ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲ ਕਰਦੇ ਹੋ। ਉਹ ਨੰਬਰ ਹੈ ਪਟਿਆਲਾ ਦਾ 9876309655 9876309655। ਇਹ ਨੰਬਰ ਜ਼ਰੂਰ ਚੇਤਿਆਂ 'ਚ ਰੱਖੋ। ਜੇ ਸਾਡੀ ਪੱਤਰਕਾਰਾਂ ਨੂੰ ਪਸੰਦ ਕਰਦੇ ਹੋ ਲਿਖ ਕੇ ਰੱਖੋ। ਤੇ ਪਤਾ ਕੁਛ ਨਹੀਂ ਹੈ YouTube ਦਾ, Facebook ਦਾ, ਵੈਬਸਾਈਟ ਦਾ ਕਦੋਂ ਕੀ ਕਿੱਥੇ ਧੋਖਾ ਦੇ ਜਾਵੇ, ਕਿਉਂਕਿ ਸੱਚ ਬੋਲਣਾ ਜਿੰਨਾ ਔਖਾ ਹੈ ਤੇ ਸਹਿਣਾ ਉਸ ਤੋਂ ਵੀ ਸੌਖਾ ਹੈ। ਸੋ ਇਸ ਕਰਕੇ ਅਕਸਰ ਕੋਸ਼ਿਸ਼ ਰਹਿੰਦੀ ਹੈ, ਜਿਵੇਂ Facebook ਪੇਜ ਬੰਦ ਕਰਾ ਦਿੱਤਾ ਸ਼ਰੀਕਾਂ ਨੇ, ਉਦਾਂ ਹੀ ਸਭ ਕੁਝ ਬੰਦ ਕਰਾ ਸਕਦੇ ਆ। ਇੱਕ ਸਾਹ ਹੀ ਬੰਦ ਕਰਾਉਣਾ ਇਹਨਾਂ ਨੂੰ ਥੋੜਾ ਜਿਹਾ ਔਖਾ ਹੈ। ਉਹ ਵੀ ਵੈਸੇ ਇਹਨਾਂ ਦੀ ਹੱਥ ਵੱਸ ਹੈ, ਕਹਿਣ ਨੂੰ ਤਾਂ ਆਪਾਂ ਕਹਿੰਦੇ ਹਾਂ ਕਿ ਰੱਬ ਦੇ ਹੱਥ ਹੈ, ਪਰ ਮੈਂ ਸਮਝਦਾ ਕਿ ਚੀਜ਼ਾਂ ਸਾਰੀਆਂ ਸ਼ਾਇਦ ਇਹਨਾਂ ਦੇ ਵੀ ਹੱਥ ਵੱਸ ਨੇ। ਤੇ ਇਸ ਦੌਰਾਨ ਇਹ ਨੰਬਰ ਜ਼ਰੂਰ ਪਲੀਜ਼ ਚੇਤਿਆਂ 'ਚ ਰੱਖਿਆ ਕਰੋ 9876309655। ਇਸੇ ਨੰਬਰ ਤੇ WhatsApp ਗਰੁੱਪ ਆਪਣਾ ਹੈਗਾ। ਜੇ ਖੁਦਾ ਨਾ ਖਾਸਾ ਕੱਲ੍ਹ ਨੂੰ ਚੈਨਲ YouTube ਦਾ ਬੰਦ ਹੋ ਜਾਂਦਾ, ਜਿਹੜਾ ਤੁਹਾਡੀ ਬਦੌਲਤ 5500 ਤੱਕ ਪੁੱਜਿਆ, ਤੇ ਇਹ 5500 ਜੀ ਹੈ ਜਿਹੜੇ ਮੁੜ ਕੇ ਕਿਸੇ ਸਿਰੇ ਤੇ ਇਕੱਠੇ ਰਹਿਣ, ਇਸ ਲਈ ਸੰਪਰਕ ਬਣਿਆ ਰਹੇ। ਤੇ ਹਾਲਾਂਕਿ ਹੁਣ ਤੱਕ ਐਥਿਕਸ ਨੈਤਿਕਤਾ ਦੇ ਆਧਾਰਿਤ ਜਰਨਲਿਜ਼ਮ ਕੀਤਾ ਤੇ ਕਰ ਰਹੇ, ਪਰ ਫਿਰ ਵੀ ਹੁਕਮਰਾਨਾਂ ਨੂੰ, ਕੱਟੜ ਲੋਕਾਂ ਨੂੰ, ਈਰਖਾਲੂਆਂ ਨੂੰ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਤੇ ਉਹ ਫਿਰ ਹਰ ਤਿਕੜਮਬਾਜ਼ੀ ਕਰਦੇ ਨੇ, ਕਿਤੇ ਨਾ ਕਿਤੇ ਆਵਾਜ਼ ਨੂੰ ਬੰਦ ਕਰਾਉਣ ਦੀ ਕੋਸ਼ਿਸ਼। ਇੰਦਰਾ ਦੇ ਵਾਰਸ ਬੜੇ ਨੇ, ਜ਼ਰੂਰੀ ਨਹੀਂ ਇੰਦਰਾ ਦੀ ਪਾਰਟੀ 'ਚ, ਦੂਜੀਆਂ 'ਚ ਵੀ। ਤੇ ਮੇਰੇ ਜੋੜੀਦਾਰ ਐਡਵੋਕੇਟ ਸੁਰਿੰਦਰ ਸਿੰਘ ਵੀ ਆਪਣੇ ਨਾਲ ਜੁੜ ਚੁੱਕੇ ਨੇ। ਤੇ ਇਸ ਦੌਰਾਨ ਤੁਹਾਡੀ ਕਾਲ ਨਹੀਂ ਲਵਾਂਗੇ। ਜੇ ਤੁਸੀਂ ਕਿਸੇ ਖਾਸ ਵਿਸ਼ੇ ਤੇ ਗੱਲ ਕਰਨੀ ਹੈ ਤੇ ਤਾਂ ਤੁਸੀਂ ਜੁੜ ਸਕਦੇ ਹੋ, ਕਾਲ ਕਰ ਲਿਓ। ਨੰਬਰ ਮੈਂ ਔਨ ਕਰ ਦੇਣਾ, ਬੰਦ ਹੀ ਪਿਆ ਸੀ, ਸੌਰੀ। ਤੇ ਕਾਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ, ਗੱਲਬਾਤ ਮੈਨੂੰ ਕਰ ਲਿਓ, ਮੈਂ ਅੱਗੋਂ ਸੁਰਿੰਦਰ ਜੀ ਹੋਰਾਂ ਨੂੰ ਪੁੱਛ ਲਾਂਗਾ। ਸੋ ਇਹ ਸਿਲਸਿਲਾ ਬਣਿਆ ਰਹੇਗਾ। ਤੇ ਲਓ ਜੁੜਦੇ ਹਾਂ ਮੁਕੱਦਸ ਧਰਤੀ ਸ਼੍ਰੀ ਅੰਮ੍ਰਿਤਸਰ ਦੇ ਨਾਲ, ਜਿੱਥੇ ਇਸ ਵਕਤ ਸੁਰਿੰਦਰ ਜੀ ਹੋਰੀ ਰੁਕੇ ਹੋਏ ਨੇ। ਸੁਰਿੰਦਰ ਵੀਰ ਸਵਾਗਤ। ਸਤਿ ਸ਼੍ਰੀ ਅਕਾਲ। ਹਾਂਜੀ ਸੁਰਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਮਿਹਰਬਾਨੀ। ਅੱਜ ਆਪਾਂ ਫਿਰ ਥੋੜਾ ਤਕਨੀਸ਼ੀਅਨ ਬੁਲਾਇਆ। ਆਪਣਾ ਹਾਥੀ ਜਿਹਾ ਇੱਕ ਖਰਾਬ ਹੋ ਗਿਆ ਸੀਗਾ, ਇਹਦੇ ਪੇਚ ਪੂਚ ਕਾਫੀ ਸੈੱਟ ਕਰਨ ਚੁਲਝੇ ਰਹੇ, ਹੁਣ ਸੈੱਟ ਹੈ ਤੇ ਠੰਡ ਮੰਨ ਗਿਆ ਸੀ ਇਹ ਵੀ। ਤੇ ਹੋਰ ਸੁਣਾਓ ਕੀ ਹਾਲ ਚਾਲ ਹੈ, ਸਿਹਤ ਕਿਦਾਂ ਵੱਲ ਹੈ? ਸਿਹਤ ਤੋਂ ਵੱਲ ਆ। ਮੈਨੂੰ ਇਹ ਲੱਗਿਆ ਸੀ ਵੀ ਕਿਤੇ ਇਹ ਨਾ ਹੋਵੇ ਕਿ ਸਿਆਸਤ ਜਿਆਦਾ ਗਰਮ ਆ, ਸਿਆਸਤ ਦੀ ਭੇਟ ਨਾ ਚੜ ਗਿਆ ਹੋਵੇ ਜਿਹੜਾ ਆਪਾਂ ਦੋਵਾਂ ਨੂੰ ਇੱਕ ਦੂਜੇ ਨੂੰ ਮਿਲਣ ਨਹੀਂ ਦਿੰਦਾ। ਨਹੀਂ, ਆਪਣੇ ਕੋਲ ਦੇਸੀ ਤਰੀਕਾ ਹੈਗਾ। ਆਪਾਂ ਜਿਵੇਂ ਉਹ ਮਨਜੀਤ ਕਹਿੰਦਾ ਸੀ ਨਾ, ਆਪਣੇ ਸਰੋਤੇ ਵੀ ਉਹਦਾ ਖਾਣਾ ਆਪਾਂ ਤੋਂ ਤੇਜ਼ ਨੇ, ਕਹਿੰਦੇ ਬਾਈ ਚੱਕ ਦਿਓ ਫੱਟੇ ਉਹਦੇ ਤੇ ਸਪੀਕਰ ਤੇ। ਜੱਟ ਜਰਨਲਿਜ਼ਮ ਕੀਤੀ ਆਪਾਂ, ਕਿਉਂਕਿ ਆਲ ਇੰਡੀਆ ਰੇਡੀਓ 'ਚ ਕੰਮ ਕੀਤਾ, ਉੱਥੇ ਵੀ ਬਹੁਤ ਜੋੜ ਤੋੜ ਏਦਾਂ ਹੀ ਕੀਤਾ, ਲਾਈਵ ਹੀ ਚੱਕ ਦਿੰਦੇ ਸੀ ਬਿਨਾਂ ਸਕ੍ਰਿਪਟ ਤੋਂ ਹੀ, ਹਨਾ। ਸੋ ਇਸ ਕਰਕੇ ਜਿਹੜਾ ਨਾ ਉਹ ਚੀਜ਼ਾਂ ਜਿਹੜੀਆਂ ਜ਼ਿੰਦਗੀ 'ਚ ਮੁਸ਼ਕਿਲਾਂ, ਕਿਉਂਕਿ ਬੱਸਾਂ ਦੇ ਜਾਲਾਂ ਤੇ ਲਮਕ ਕੇ ਬਾਈ ਜੀ ਪੜ੍ਹੇ ਆ, ਪਿੰਡਾਂ 'ਚੋਂ ਆਉਂਦੇ ਸੀ ਨਾ, ਬੱਸ ਵਾਲਾ ਕੋਈ ਬੱਸ ਖੜਾਉਂਦਾ ਸੀ, ਕਹਿੰਦਾ ਸੀ ਇਹ ਤਾਂ ਲਿਬੜੇ ਵਾਲੇ, ਇਹਨਾਂ ਨੇ ਕਿਹੜਾ ਟਿਕਟ ਲੈਣੀ ਹੈ, ਹਨਾ। ਸੋ ਕਿਸ ਤਰ੍ਹਾਂ ਦੇ ਹਾਲਾਤ ਸੀ, ਉਹ ਜ਼ਿੰਦਗੀ ਬੰਦੇ ਨੂੰ ਰਫ ਟਫ ਬਣਾ ਦਿੰਦੀ ਹੈ ਕਿ ਨਹੀਂ? ਬਿਲਕੁਲ ਬਿਲਕੁਲ। ਜਿਹੜੇ ਏਸੀਆਂ 'ਚ ਬਹਿ ਕੇ ਤੇ ਕੋਠੀਆਂ ਦੇ ਅੰਦਰ ਪਲੇ ਨੇ ਤੇ
ਉਹ ਤਾਂ ਫਿਰ ਬਰੈਲਰ ਹੀ ਹੋਣਗੇ ਨਾ, ਇਸ ਤੋਂ ਵੱਧ ਤਾਂ ਕੁਝ ਨਹੀਂ ਹੋ ਸਕਦਾ। ਗੱਲ ਇਹ ਵੀ ਨਹੀਂ। ਹੁਣ ਦੇਖੋ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਚਾਹ ਵੇਚਦਾ ਰਿਹਾ। ਤੁਸੀਂ ਵੇਖੋ ਕਿ ਟੈਲੀਪ੍ਰੋਮਪਟਰ ਮੈਂ ਨਹੀਂ ਕਦੇ ਵਰਤਿਆ, ਟੂ ਬੀ ਵੈਰੀ ਫਰੈਂਕ। ਤੇ ਜੇ ਕਿਤੇ ਹੁੰਦੀ ਸੀ ਸਕ੍ਰਿਪਟ ਜਵਾਨੀ ਨੂੰ ਯਾਦ ਹੁੰਦੀ ਸੀ, ਬਲਕਿ ਕਿਉਂਕਿ ਜਦੋਂ ਲਾਈਵ ਕਰਦੇ ਹੋ ਨਾ, ਦੇਖੋ ਜਿਹੜਾ ਹੁਣ ਕਪਿਲ ਸ਼ਰਮਾ ਦਾ ਸ਼ੋਅ ਦੇਖੋ ਤੁਸੀਂ, ਉਹਦੇ 'ਚ ਜੇ ਬੰਦੇ ਕੋਲ ਹਾਜ਼ਰ ਜਵਾਬੀ ਹੈ, ਉਹ ਕਈ ਵਾਰੀ ਸਕ੍ਰਿਪਟ ਤੋਂ ਬਾਹਰ ਚਲਿਆ ਜਾਂਦਾ। ਜਦੋਂ ਉਹ ਸਕ੍ਰਿਪਟ ਤੋਂ ਬਾਹਰ ਜਾਂਦਾ ਨਾ, ਤੇ ਉਹ ਹਾਲਾਂਕਿ ਰੱਟੇ ਲਾਏ ਹੁੰਦੇ ਨੇ ਉਹਨਾਂ ਨੇ ਕਈ ਘੰਟੇ, ਪਰ ਉਹ ਜ਼ਿਆਦਾ ਤਾਜ਼ਾ ਲੱਗਦਾ। ਪਰ ਜਦੋਂ ਤੁਸੀਂ ਸਕ੍ਰਿਪਟ ਦੇਖ ਕੇ ਪੜ੍ਹਦੇ ਹੋ ਨਾ, ਸਪੋਜ਼ ਕਰੋ ਮੈਂ ਕੋਈ ਆਰਟੀਕਲ ਪੜ੍ਹ ਰਿਹਾ ਹੁੰਦਾ ਜਿਵੇਂ ਦਵਿੰਦਰ ਸ਼ਰਮਾ ਦਾ, ਜਦੋਂ ਆਪਾਂ ਦੇਖ ਕੇ ਪੜ੍ਹਦੇ ਆ ਤਾਂ ਉਹਦੇ 'ਚ ਤਾਜ਼ਗੀ ਨਹੀਂ ਆਉਂਦੀ। ਹੁਣ ਪ੍ਰਧਾਨ ਮੰਤਰੀ ਸਾਹਿਬ ਦੇ ਕੀ ਹਾਲਾਤ ਸੀ, ਪਸੀਨੋ ਪਸੀਨੇ ਹੋ ਗਏ ਸੀ ਨਾ ਜਦੋਂ ਟੈਲੀਪ੍ਰੋਮਪਟਰ ਬੰਦ ਹੋਇਆ। ਉਸ ਤੋਂ ਬਾਅਦ ਕਿੰਨੇ ਲੋਕਾਂ ਨੇ ਦੱਸਿਆ ਵੀ ਭਾਈ ਇਹ ਬਲਾ ਕੀ ਹੈ। ਅਗਲਾ ਕਹਿੰਦਾ ਯਾਰ ਬੜਾ ਬੰਦੇ ਨੂੰ ਜਵਾਨੀ ਯਾਦ ਆ, ਸਾਰਾ ਕੁਝ ਅੰਕੜੇ ਜ਼ਬਾਨੀ ਬੋਲੀ ਜਾਂਦਾ, ਐ ਨਹੀਂ ਪਤਾ ਉਹ ਸਾਹਮਣੇ ਟੈਲੀਪ੍ਰੋਮਪਟਰ ਤੋਂ ਵੇਖ ਕੇ ਪੜ੍ਹੀ ਜਾਂਦਾ ਹੈ ਨਾ। ਸੋ ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਵੀ ਹਾਲਾਤ ਤਾਂ ਕਹਿੰਦੇ ਨੇ ਆਪਣੇ ਵਰਗੀ ਹੋ ਰਹੀ ਹੈ, ਉਹਨਾਂ ਦੀ ਵੀ ਮੱਛੀਆਂ ਫੜਦੇ ਰਹੇ, ਮਗਰਮੱਛ ਬਣਾਤੇ ਫਿਰ ਮੁੜ ਕੇ ਭਾਵੇਂ, ਪਰ ਟੈਲੀਪ੍ਰੋਮਪਟਰ ਤੋਂ ਬਿਨਾਂ ਹਾਲਾਤ ਉਹਨਾਂ ਦੇ ਵੀ ਨਹੀਂ। ਕਿਉਂਕਿ ਜੇ ਟੈਲੀਪ੍ਰੋਮਪਟਰ ਤੇ ਕਿਤੇ ਉਹਨਾਂ ਦੇ ਕੈਮਰਾ ਵੱਜੇ ਤਾਂ ਮੈਨੂੰ ਲੱਗਦਾ ਜਿਹੜੀ ਉਹ ਅੰਗਰੇਜ਼ੀ ਬੋਲਦੇ ਆ ਨਾ, ਉਹ ਹਿੰਦੀ 'ਚ ਲਿਖੀ ਹੁੰਦੀ ਹੈ ਗਿਆਨੀ ਜੈਲ ਸਿੰਘ ਦੀ ਪੰਜਾਬੀ ਵਾਂਗੂ ਜੀ। ਨਹੀਂ ਆਪਾਂ ਤਾਂ ਨਾ ਭੰਡਾਰ ਚੱਕੀ ਫਿਰਦੇ, ਵਿਚਾਰੇ ਕੋਲੇ ਭੰਡਾਰ ਹੈ ਨਹੀਂ, ਉਹਦੇ ਹੱਥ ਤੋਂ ਹੋਣੀ ਸਾਰਾ ਕੁਝ ਭੰਡਾਰਾ ਲੱਗ ਗਿਆ। ਉਹਦੀ ਕਿਸਮਤ ਲਾ ਲਓ ਕਿ ਭੰਡਾਰਾ ਉਹੀ ਉਹਦੇ ਹੱਥ ਲੱਗ ਗਿਆ, ਉਹਦੇ ਪੱਲੇ ਪੁੱਲੇ ਕੁਛ ਨਹੀਂ। ਉਹ ਤਾਂ ਹੁਣ ਠੀਕ ਆ, ਜਿਹੜੀ ਮਾਰਕੀਟ 'ਚ ਉਹ ਮਾਲ ਵੇਚਣਾ ਚਾਹੁੰਦਾ ਉੱਥੇ ਉਹ ਜਿਹੜਾ ਵੀ ਸੁੱਟਦਾ ਉਹ ਵਿਕੀ ਜਾ ਰਿਹਾ ਵਾ। ਇਹ ਵੀ ਕਾਰਨ ਹੈ ਆਓ ਫਿਰ ਉੱਥੇ, ਕਿਉਂਕਿ ਇਸ ਤਰ੍ਹਾਂ ਹੁੰਦਾ ਹੈ ਟੈਲੀਵਿਜ਼ਨ ਇੰਡਸਟਰੀ 'ਚ। ਕਿਉਂਕਿ ਦੇਖੋ ਭਾਵੇਂ ਦੇਖੋ ਫੇਸ ਗਲੈਮਰ ਵੈਲਿਊ ਵਿਕਦਾ ਹੈ, ਫੇਸ ਵਿਕਦਾ ਟੈਲੀਵਿਜ਼ਨ ਦੀ ਦੁਨੀਆ 'ਚ, ਇਸੇ ਕਰਕੇ ਜਿਹੜੀਆਂ ਅਨਾਉਂਸਰਸ ਨੇ ਉਹ ਜ਼ਿਆਦਾ ਫੀਮੇਲ ਲਏ ਜਾਂਦੇ ਨੇ, ਹੈ ਨਾ, ਕਿਉਂਕਿ ਫੇਸ ਵੈਲਿਊ ਜਿਹੜੀ ਹੈ ਹੁੰਦੀ ਹੈ। ਤੇ ਇਸ ਦੇ ਵਿੱਚ ਕਿਤੇ ਨਾ ਕਿਤੇ ਹੁਣ ਉਹ ਫੀਮੇਲ ਐਂਕਰ ਜਾਂ ਚਿਕਨੇ ਚੋਪੜੇ ਐਂਕਰ ਜ਼ਿਆਦਾ ਪੇਸ਼ ਕੀਤੇ ਜਾਂਦੇ ਨੇ, ਤੇ ਉਸ ਦੌਰਾਨ ਉਹ ਫੇਸ ਵੈਲਿਊ ਆ। ਕਿਉਂਕਿ ਅਗਲਾ ਕਹਿੰਦਾ ਚਲੋ, ਹੁਣ ਤੁਸੀਂ ਵੇਖੋ ਕਿ ਇਹ ਚੀਜ਼ ਹੈਗੀ ਆ। ਰਾਜਾ ਵੜਿੰਗ ਦੀ ਇੱਕ ਇੰਟਰਵਿਊ ਸੁਣੋ, ਉਹਦੇ 'ਚ ਉਹ ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਬੜੀ ਖੂਬਸੂਰਤ ਜੋੜੀ ਹੈ, ਉਹ ਬੈਠੇ ਨੇ। ਉਹ ਰਾਜਾ ਵੜਿੰਗ ਕਹਿੰਦਾ ਵੀ ਮੈਨੂੰ ਲੱਗਦੀ ਹੈ ਵੀ ਮੇਰੀਆਂ ਰੈਲੀਆਂ ਨਾਲੋਂ ਮੇਰੇ ਪੀਏ ਕਹਿੰਦੇ ਨਾ ਮੇਰੀ ਵਾਈਫ ਦੀ ਰੈਲੀਆਂ 'ਚ ਭੀੜ ਜ਼ਿਆਦਾ ਹੁੰਦੀ ਆ। ਉਹ ਹੁਣ ਜੱਟ ਬੰਦਾ, ਸੱਚੀ ਗੱਲ ਉਹਨੇ ਕਹਿਤੀ, ਕਹਿੰਦਾ ਕਈ ਤਾਂ ਦੇਖਣ ਦੁੱਖਣ ਦੇ ਮਾਰੇ ਆ ਜਾਂਦੇ ਨੇ ਵੀ ਸੋਹਣੀ ਅੰਮ੍ਰਿਤਾ ਵੜਿੰਗ। ਸੋ ਇਹ ਵੀ ਕਾਰਨ ਹੈਗਾ, ਹੈ ਨਾ, ਸੋ ਫੇਸ ਵਿਕਦਾ। ਪਰ ਜਦੋਂ ਟੈਲੀਪ੍ਰੋਮਪਟਰ ਉਹਨਾਂ ਬੀਬੀਆਂ ਦਾ ਬੰਦ ਹੋ ਜੇ, ਹਾਲਾਤ ਉਹਨਾਂ ਦੀ ਵੀ ਪਤਲੀ ਹੁੰਦੀ ਹੈ ਬਹੁਤੀਆਂ ਦੀ, ਜਿਹੜੀਆਂ ਜਲ। ਮੈਂ ਉਹੀ ਦੱਸਦਾ, ਇਹ ਕੱਲਾ ਰਾਜੇ ਵੜਿੰਗ ਤੇ ਨਹੀਂ, ਤੁਸੀਂ ਦਲਵੀਰ ਗੋਲਡੀ ਨੂੰ ਧੂਰੀ ਤੋਂ ਦੇਖੋ, ਉਹਦੀ ਮਿਸੇਸ ਸਿਮਰਤ ਜਦੋਂ ਉਹ ਜਾਂਦੀ ਆ ਤੇ ਭੀੜ ਉਹਦੇ ਇਰਦ ਗਿਰਦ ਜ਼ਿਆਦਾ ਇਕੱਠੀ ਹੁੰਦੀ ਆ। ਠੰਡ 'ਚ ਵੈਸੇ ਜ਼ਿਆਦਾ ਹੁੰਦੀ ਹੈ। ਹਾਂ ਨਹੀਂ, ਉਹ ਪਿਛਲੇ ਮੈਂ 5 ਸਾਲਾਂ ਤੋਂ ਆਪਾਂ ਦੇਖ ਰਹੇ ਹਾਂ, ਉਹ ਗੋਲਡੀ ਨਾਲੋਂ ਵੱਧ ਕੰਮ ਉਹ ਧੂਰੀ 'ਚ ਕਰ ਰਹੀ ਸੀ। ਉਹ ਵੱਖਰੀ ਗੱਲ ਆ ਕਿ ਹੁਣ ਉੱਥੇ ਸਿਨੈਰੀਓ ਚੇਂਜ ਹੋ ਜਾਣਾ, ਕਿਉਂਕਿ ਦੂਜੇ ਬੰਨੇ ਆਮ ਆਦਮੀ ਪਾਰਟੀ ਦਾ ਜਿਹੜਾ ਸੀਐਮ ਦਾ ਫੇਸ ਆ ਉਹ ਬਰਾਬਰ ਆ ਗਿਆ। ਅਦਰਵਾਈਜ਼ ਉਹਨੇ ਗੋਲਡੀ ਤੋਂ ਵੱਧ ਕੰਮ ਕੀਤਾ ਹੈ। ਬਿਲਕੁਲ, ਉਹ ਤਾਂ ਹੈ ਹੀ ਹੈ ਨਾ, ਕਿਉਂਕਿ ਜਿਹੜੀ ਪੰਜਾਬੀਆਂ ਦੀ ਔਰਤ ਪ੍ਰਤੀ ਬੇਲੋੜਾ ਆਕਰਸ਼ਣ ਹੈ ਨਾ, ਜਿਵੇਂ ਉਹ ਕੋਈ ਬਿਹਾਰੀ ਆਇਆ ਸਟੇਸ਼ਨ ਤੇ ਆਪਣੀ ਲਗਈ ਨੂੰ ਮੇਰੂਆ ਨੂੰ ਕਹਿੰਦਾ ਇੱਥੇ ਘੁੰਡ ਨਹੀਂ ਲਾਉਣਾ, ਕਹਿੰਦਾ ਪੰਜਾਬੀ ਨਾ 180 ਡਿਗਰੀ ਤੱਕ ਘੁਮਾ ਕੇ ਔਰਤ ਨੂੰ ਵੇਖਦੇ। ਪੰਜਾਬੀਆਂ 'ਚ ਜਿਹੜਾ ਟੀਜ਼ ਕਰਨ ਦਾ, ਔਰਤ ਨੂੰ ਵੇਖਣ ਦਾ ਨਜ਼ਰੀਆ, ਇਹ ਸਾਰੇ ਭਾਰਤ 'ਚੋਂ ਤਾੜਨ ਦਾ ਨਜ਼ਰੀਆ ਪੰਜਾਬੀਆਂ 'ਚ ਜ਼ਿਆਦਾ ਹੈ। ਇਹ ਗੱਲ ਮੰਨਣੀ ਪਏਗੀ। ਹੁਣ ਤੁਸੀਂ ਮਰੇਕੋਟਲਾ 'ਚ ਵੇਖੋ, ਉੱਥੇ 2 ਬੀਬੀਆਂ ਨੇ, ਦੋਨੇ ਅਫਸਰਾਂ ਦੀਆਂ ਵਾਈਫ ਨੇ। ਹੁਣ ਮੈਂ ਨਾਂ ਨਹੀਂ ਜ਼ਿਕਰ ਕਰਾਂਗਾ, ਪਿਛਲੇ ਸਮੇਂ ਇੱਕ ਬੀਬੀ ਦੇ ਨਾਲ ਐਡੀ ਬਦਤਮੀਜ਼ੀ ਹੋਈ ਜਦੋਂ ਰਾਤ ਨੂੰ ਪ੍ਰਚਾਰ ਕਰਨ ਪੁੱਜੀ, ਤੇ ਉਹ ਹਾਰ ਪਾਉਣ ਦੇ ਬਹਾਨੇ ਉਹਨੂੰ ਇੰਨਾ ਮਤਲਬ ਜਿਹੜਾ ਈਵ ਟੀਜ਼ਿੰਗ, ਉਹਨੂੰ ਸਰੀਰਕ ਸ਼ੋਸ਼ਣ ਉਹਦਾ ਕੀਤਾ ਗਿਆ। ਇਸ ਦੌਰਾਨ ਗਨਮੈਨਾਂ ਨੇ ਬਹੁਤ ਔਖਿਆ ਉਹ ਬੀਬੀ ਨੂੰ ਉਹਨਾਂ 'ਚੋਂ ਕੱਢਿਆ। ਤੇ ਇਸੇ ਸਿਲਸਿਲੇ ਦੇ ਵਿੱਚ ਇੱਕ ਹੋਰ ਬਹੁਤ ਚਰਚਿਤ ਬੀਬੀ ਹੈ ਪੰਜਾਬ ਦੀ, ਵੱਡੀ ਵਜ਼ੀਰ ਹੈ, ਉਹ ਵੀ ਮਤਲਬ ਗਨਮੈਨਾਂ ਨੂੰ ਗੋਲੀ ਚਲਾਉਣੀ ਪਈ। 3 ਬੀਬੀਆਂ ਕਿਤੇ ਇਕੱਠ 'ਚ ਕਿਸੇ ਕਮਰੇ 'ਚ ਇਕੱਠੀਆਂ ਹੋ ਗਈਆਂ, ਤੇ ਭੀੜ ਨੇ, ਮੰਡੀਰ ਨੇ ਉਹ ਬਦਤਮੀਜ਼ੀਆਂ ਉਹਨਾਂ ਨਾਲ ਕੀਤੀਆਂ, ਤੇ ਗਨਮੈਨ ਨੇ ਗੋਲੀ ਚਲਾਈ ਤਾਂ ਛੁਟਕਾਰਾ ਹੋਇਆ। ਸੋ ਇਸ ਕਰਕੇ ਇਹ ਜਿਹੜਾ ਔਰਤ ਪ੍ਰਤੀ ਆਕਰਸ਼ਣ ਹੈ ਨਾ, ਇਹ ਸਿਆਸਤ ਦੇ ਵਿੱਚ ਹੁਣ ਜੇ ਰਾਜਾ ਵੜਿੰਗ ਖੁਦ ਇਹ ਗੱਲ ਤਸਲੀਮ ਕਰਦਾ ਹੈ, ਤੇ ਹਾਲਾਂਕਿ ਔਰਤਾਂ ਦੀ ਪ੍ਰਤੀਸ਼ਤ ਦੇਖੋ ਘੱਟ ਹੈ, ਬਹੁਤ ਘੱਟ ਔਰਤਾਂ ਨੇ ਸਿਆਸਤ ਦੇ ਵਿੱਚ, 5% ਔਰਤਾਂ ਸਕਸੈਸ ਹੁੰਦੀਆਂ ਨੇ। ਪਰ ਜਿਹੜੀ ਉਹ ਫਿਤਰਤ ਹੈ ਨਾ ਕਿ ਬੰਦਾ ਮੰਗੇ ਆਟਾ ਉਹਨੂੰ ਆਟਿਓਂ ਵੀ ਘਾਟਾ, ਔਰਤ ਮੰਗੇ ਪੇੜੇ ਤੇ ਉਹਨੂੰ ਦੇਣ ਵਾਲੇ ਮਾਰਨ ਗੇੜੇ। ਸੋ ਉਹ ਜਿਹੜੀ ਪੰਜਾਬੀਆਂ ਦੀ ਫਿਤਰਤ ਹੈ ਮੰਨਣੀ ਪਏਗੀ। ਇਸੇ ਕਰਕੇ ਸਿਆਸਤ 'ਚ ਜਿਵੇਂ ਹੁਣ ਗੱਲ ਤਾਂ ਇਹ ਦੂਰ ਜਾਂਦੀ ਹੈ ਕੀਤੀ, ਅਸੀਂ ਸਤਿਕਾਰ ਕਰਦੇ ਹਾਂ ਔਰਤ ਦਾ, ਪਰ ਜਿਵੇਂ ਉਹ ਕਹਿੰਦੇ ਆ ਨਾ ਦੁੱਧ ਵਿਗੜ ਕੇ ਬਣੇ ਪਨੀਰ ਮੀਆਂ,
ਔਰਤ ਵਿਗੜ ਕੇ ਬਣੇ ਵਜ਼ੀਰ ਮੀਆਂ, ਉਹ ਜਿਹੜਾ ਕਿਸੇ ਨੇ ਲਿਖਿਆ ਨਾ ਚੁਬਰਗਾ, ਉਹ ਕਿਤੇ ਨਾ ਕਿਤੇ ਕਾਰਨ ਹੈਗੇ ਨੇ। ਅੱਜ ਵੀ ਸਿਆਸਤ ਦੇ ਵਿੱਚ ਸਾਫ਼ ਸੁਥਰਾ ਔਰਤਾਂ ਨੂੰ ਵਿਚਰਨਾ ਬਹੁਤ ਮੁਸ਼ਕਿਲ ਹੈ। ਤੁਸੀਂ ਵੇਖੋ ਹੁਣ ਬੀਬੀ ਜਿਹੜੀ ਬਰਜਿੰਦਰ ਕੌਰ ਹੈ, ਪ੍ਰੋਫੈਸਰ ਰਹੀ ਹੈ, ਲੈਕਚਰਰ ਰਹੀ ਹੈ, ਤੁਸੀਂ ਵੇਖੋ ਕਿ ਕਿੰਨਾ ਪਰਸਨਲੀ ਉਹਨੂੰ ਟੀਜ਼ ਕਰਦੇ ਆ ਲੋਕ। ਮਸਲਨ ਉਹ ਮਤਲਬ ਇੰਨਾ ਗੰਦ ਪਿਲ ਚੱਲਣਾ ਪੈ ਰਿਹਾ। ਹਰਸਿਮਰਤ ਬਾਦਲ ਨੂੰ ਰੋਣਾ ਪਿਆ ਕਿ ਲੋਕ ਸਾਨੂੰ ਪਰਸਨਲੀ ਬੱਚਿਆਂ ਨੂੰ, ਬੇਟੀਆਂ ਨੂੰ ਇਦਾਂ ਕਹਿੰਦੇ ਨੇ। ਸੋ ਇਸ ਕਰਕੇ ਇਹ ਜਿਹੜਾ ਸਾਡੇ ਪੰਜਾਬੀਆਂ ਦੇ ਮਿਆਰ ਨੇ ਨਾ, ਇਹ ਤੋਂ ਮੁਨਕਰ ਬਾਈ ਜੀ ਨਹੀਂ ਹੋਇਆ ਜਾ ਸਕਦਾ। ਤੇ ਦੌਰੇ ਸਿਆਸਤ 'ਚ ਇਸ ਵਾਰੀ ਤਾਂ ਹੁਣ ਰਾਜਾ ਵੜਿੰਗ ਨੇ ਮੰਨ ਹੀ ਲਿਆ ਕਿ ਮੇਰੀ ਵਾਈਫ ਦੀ ਰੈਲੀਆਂ 'ਚ ਭੀੜ ਜ਼ਿਆਦਾ ਹੁੰਦੀ ਹੈ ਮੇਰੇ ਨਾਲੋਂ। ਜੀ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਹੁਣ ਜਾਂਦਾ ਜਾਂਦਾ ਇੱਕ ਗੱਲ ਕਹਿ ਹੀ ਦਿਆਂ। 1998 ਦੀ ਗੱਲ ਹੈ ਜੀ, ਕਿਉਂਕਿ ਹਰ 5 ਸਾਲ ਬਾਅਦ ਚੋਣਾਂ ਹੁੰਦੀਆਂ ਸੀ। ਤੇ ਪਟਿਆਲੇ ਜ਼ਿਲ੍ਹੇ ਦਾ ਹੁਣ ਮੈਂ ਹਲਕਾ ਨਹੀਂ ਲਾਉਂਗਾ, ਫਿਰ ਬਹੁਤਾ ਕੁਝ ਕਲੀਅਰ ਹੋ ਜੂ। ਇੱਕ ਪਿੰਡ ਸੀਗਾ, ਉੱਥੇ ਪਿੰਡ 'ਚ ਨਾ ਬੀਬੀਆਂ ਲਈ ਸੀਟ ਰਿਜ਼ਰਵ ਕਰ ਦਿੱਤੀ ਗਈ। ਸਾਰੇ ਛਾਲਾ ਮਾਰਦੇ, ਮੈਂ ਤੇਰੇ ਤੋਂ ਅੱਗੇ, ਮੈਂ ਮੇਰੇ ਤੋਂ ਅੱਗੇ, ਪੂਰਾ ਘੜਮਾਸ ਮਚਿਆ ਹੋਇਆ। ਤੇ ਵੀਡੀਓ ਤੱਕ ਸਭ ਦੀਆਂ ਮੌਜਾਂ ਸੀ ਵੀ ਕਿਹਦੇ ਪੇਪਰ ਰਿਜੈਕਟ ਕਰਾਂਗੇ, ਕੀ ਤੋਂ ਪੈਸੇ ਲਵਾਂਗੇ। ਜਿਹੜੇ 5-7 ਮਨ ਚਲੇ ਸੀ, ਜਦੋਂ ਪੰਚਾਇਤ ਹੋਈ ਵੀ ਕਿਹਨੂੰ ਬਣਾਉਣਾ ਕਿਹਨੂੰ ਨਹੀਂ, ਉਹਨਾਂ ਨੇ ਗੱਲਾਂ ਦੋ ਕੋਈ ਏਦਾਂ ਦੀਆਂ ਕੀਤੀਆਂ ਜਿਹੜੀਆਂ ਆਪਾਂ ਔਨ 에ਅਰ ਕਰ ਨਹੀਂ ਸਕਦੇ। ਕਿ ਉਹ ਪਿੰਡ 'ਚ 5 ਸਾਲ ਕੋਈ ਸਰਪੰਚ ਹੀ ਨਹੀਂ ਬਣਿਆ, ਪ੍ਰਬੰਧਕ ਦੇ ਸਿਰ ਤੇ ਕੰਮ ਚੱਲਿਆ। ਕਿਸੇ ਨੇ ਆਪਣੀ ਬੀਬੀ ਦੇ ਪੇਪਰ ਹੀ ਨਹੀਂ ਭਰੇ। ਉਹ ਮਾੜਾ ਰੁਝਾਨ ਹੈ, ਮੰਨਣਾ ਪੈਣਾ ਜੀ। ਮਤਲਬ ਇਹ ਕੁਛ ਵੀ ਕਈ ਵਾਰੀ ਫਿਰ ਬੰਦਾ ਕਹਿੰਦਾ ਛੱਡੋ ਯਾਰ, ਪਹਿਲਾਂ ਮਤਲਬ ਸਾਰੇ ਲਾਈਨ 'ਚ ਸੀ। ਜਦੋਂ 5-4 ਮਨ ਚੱਲਿਆ ਨੇ ਗੱਲਾਂ 2-4 ਅਜਿਹੀਆਂ ਕਰ ਦਿੱਤੀਆਂ, ਹਰ ਬੰਦਾ ਜਿਹੜਾ ਸੀ ਉਹ ਆਪਣੀ ਮਿਸੇਜ ਨੂੰ ਜਾਂ ਕੋਈ ਆਪਣੀ ਮਾਂ ਨੂੰ ਖੜਾਉਣ ਤੋਂ ਭੱਜ ਗਿਆ। ਉਹ ਕਹਿੰਦੇ ਅਸੀਂ ਚੋਣ ਨਹੀਂ ਲੜਨੀ, ਸਾਨੂੰ ਲੋੜ ਹੀ ਨਹੀਂ, ਬਸ ਜਿਹਨੂੰ ਮਰਜ਼ੀ ਬਣਾਓ। ਉਹ ਅੱਜ ਤੱਕ ਰਿਕਾਰਡ ਆ। ਜਦੋਂ ਵੀ ਕਿਤੇ ਜ਼ਿੰਦਗੀ 'ਚ ਉਹ ਪਿੰਡ ਦਾ ਰਿਕਾਰਡ ਫੋੜੋਗੇ ਤੇ ਉਹ ਆਏਗਾ ਕਿ 5 ਸਾਲ ਉੱਥੇ ਸਰਪੰਚੀ ਲਈ ਕਿਸੇ ਨੇ ਪੇਪਰ ਫਾਈਲ ਹੀ ਨਹੀਂ ਕੀਤੇ। ਹਾਂ, ਥੋੜੇ ਪੰਜਾਬੀ ਜਜ਼ਬਾਤੀ ਕਿਸਮ ਦੇ ਲੋਕ ਨੇ। ਦੇਖੋ ਮਤਲਬ ਇੱਕ ਪਾਸੇ ਇੱਥੇ ਰਿਸਪੈਕਟ ਵੀ ਬਹੁਤ ਹੈ। ਹੁਣ ਤੁਸੀਂ ਦੂਸਰਾ ਪੱਖ ਵੇਖੋ, ਪੋਜ਼ਿਟਿਵਿਟੀ ਵੀ ਹੈਗੀ ਹੈ। ਤੁਸੀਂ ਕਿਸਾਨ ਅੰਦੋਲਨ 'ਚ ਵੇਖ ਲਓ ਕਿ ਉੱਥੇ ਈਵ ਟੀਜ਼ਿੰਗ ਦੀ ਇੱਕ ਵੀ ਘਟਨਾ ਨਹੀਂ ਘਟੀ। ਟੂ ਬੀ ਵੈਰੀ ਫਰੈਂਕ, 1-2 ਘਟਨਾ ਦੂਸਰੀਆਂ ਹੋਈਆਂ ਨੇ, ਪਰ ਇੰਨਾ ਇਕੱਠ ਹੋਣ ਦੇ ਬਾਵਜੂਦ ਬਕਾਇਦਗੀ ਨਾਲ ਇੱਕ ਰਿਸਪੈਕਟ ਵੀ ਔਰਤਾਂ ਦੀ ਰਹੀ ਹੈ। ਪਰ ਫਿਰ ਵੀ ਉਹਨਾਂ ਔਰਤਾਂ ਨੂੰ ਜਿਹਨਾਂ ਨੇ ਅੰਦੋਲਨ 'ਚ ਪੂਰਾ ਰੋਲ ਨਿਭਾਇਆ, ਉਹਨਾਂ ਨੂੰ ਉਹਨੇ ਟਿਕਟ ਮੇਰੇ ਖਿਆਲ ਕਿਸਾਨ ਜਥੇਬੰਦੀਆਂ ਨੇ ਵੀ ਨਹੀਂ ਦਿੱਤੇ ਬੀਬੀਆਂ ਨੂੰ, ਜਿਹੜਾ ਕਿ ਇੱਕ ਨਵੇਂ ਰੁਝਾਨ ਦੇਣਾ ਬਣਦਾ ਸੀਗਾ। ਜੀ ਨਹੀਂ, ਮੈਂ ਉਹ ਸਾਰੇ ਤੇ ਅੱਜ ਗੱਲ ਕਰਾਂਗਾ। ਦੇਖੋ ਅੱਜ ਕੀ ਹੋਇਆ, ਅਕਾਲੀ ਦਲ ਨੇ ਤੇ ਬਹੁਜਨ ਸਮਾਜ ਪਾਰਟੀ ਨੇ ਆਪਣੀਆਂ ਜਿਹੜੀਆਂ 20 ਸੀਟਾਂ ਸੀ ਉਹਨਾਂ ਨੇ ਉਹ ਅਨਾਉਂਸ ਕਰਤੀਆਂ, ਤੇ ਜਿਹੜੀਆਂ ਆਪਣੀਆਂ ਸੀਗੀਆਂ ਉਹਨਾਂ ਦੀਆਂ ਅਕਾਲੀ ਦਲ ਦੀਆਂ, ਉਹਨਾਂ ਨੇ ਆਪਣੀਆਂ ਜਿਹੜੀਆਂ 97 ਸੀਟਾਂ ਸੀ ਅੱਜ ਸਾਰੀਆਂ ਅਨਾਉਂਸ ਕਰਤੀਆਂ। ਤਾਂ ਉਹਦੇ ਨਾਲ ਹੀ ਜਿੱਥੋਂ ਤੱਕ ਸਵਾਲ ਸੀਗਾ ਆਮ ਆਦਮੀ ਪਾਰਟੀ ਦਾ, ਉਹਨਾਂ ਵੀ 117 ਆਪਣੀਆਂ ਹੁਣ ਤੱਕ ਅਨਾਉਂਸ ਕਰਤੀਆਂ ਹੋਈਆਂ। ਹੋਰ ਰਹਿ ਗਈ ਉਹਦੇ ਬਾਅਦ ਗੱਲ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਨੇ 22 ਸੀਟਾਂ ਕੀਤੀਆਂ ਨੇ, ਅਜੇ ਉਹਨਾਂ ਦੀਆਂ 15 ਰਹਿੰਦੀਆਂ ਨੇ। ਤੇ ਸੁਖਦੇਵ ਸਿੰਘ ਢੀਂਡਸਾ ਨੇ 15 ਦੀਆਂ 15 ਕਰਤੀਆਂ ਆਪਣੀਆਂ। ਜਿੱਥੋਂ ਤੱਕ ਬੀਜੇਪੀ ਦਾ ਸਵਾਲ ਆ, ਉਹਨਾਂ ਨੇ 35 ਸੀਟਾਂ ਕੀਤੀਆਂ ਨੇ, 30 ਉਹਨਾਂ ਦੀਆਂ ਅਜੇ ਰਹਿੰਦੀਆਂ ਨੇ। ਸ਼ਾਇਦ ਅੱਜ ਜਾਂ ਕੱਲ ਤੱਕ ਉਹਨਾਂ ਦੀ, ਅੱਜ ਤੱਕ ਬਹੁਤੀ ਉਮੀਦ ਹੈ ਕਿ ਅੱਜ ਰਾਤ ਤੱਕ ਉਹਨਾਂ ਦੀ ਲਿਸਟ ਜਿਹੜੀ ਉਹ ਆ ਜਾਏਗੀ। ਹੁਣ ਉਸ ਤੋਂ ਬਾਅਦ ਤੁਸੀਂ ਆ ਜਾਓ ਕਾਂਗਰਸ ਵੱਲ। ਕਾਂਗਰਸ ਨੇ ਪਹਿਲਾਂ 86 ਕੀਤੀਆਂ ਸੀ, ਫਿਰ 23 ਆਈਆਂ, 8 ਤੇ ਤੇਜਾ ਫਸ ਗਿਆ। ਜਿਹੜੀ 23 ਆਈਆਂ, 23 ਦੇ ਵਿੱਚ ਵੀ 3 ਬੀਬੀਆਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ। ਚਾਹੇ ਉਹਦੇ 'ਚ ਦਮਨ ਸਿੰਘ ਬਾਜਵਾ ਸੀਗੀ ਆਪਣੇ ਤੋਂ, ਉਹ ਤੋਂ ਕੀ ਕਹਿੰਦੇ ਹੁੰਦੇ ਆ ਸਨਾਮ ਤੋਂ, ਚਾਹੇ ਸਤਵਿੰਦਰ ਬਿੱਟੀ ਸਾਹਨੇਵਾਲ ਤੋਂ ਸੀ, ਤੇ ਚਾਹੇ ਸਤਕਾਰ ਕੌਰ ਜਿਹੜੀ ਸੀਗੀ ਉਹ ਫਿਰੋਜ਼ਪੁਰ ਦਿਹਾਤੀ ਤੋਂ ਸੀ, ਰਿਜ਼ਰਵ ਹਲਕੇ ਤੋਂ। ਯਾਨੀ ਕਿ ਇਹਨਾਂ ਦੀਆਂ ਟਿਕਟਾਂ ਕੱਟਤੀਆਂ। ਉਧਰ ਪ੍ਰਿੰਕਾ ਗਾਂਧੀ ਕਹਿੰਦੀ ਮੈਂ 50% ਦੇਣੀਆਂ। ਉੱਤਰ ਪ੍ਰਦੇਸ਼ 'ਚ ਤੇ ਪੰਜਾਬ ਵਾਲੀਆਂ ਜਿਹੜੀਆਂ ਪਹਿਲੀਆਂ ਬੇਟੀਆਂ ਸੀ ਉਹਨਾਂ ਨੂੰ ਵੀ ਸਾਰਿਆਂ ਦਾ ਬੋਰੀ ਬਿਸਤਰਾ ਜਿਹੜਾ ਉਹ ਗੋਲ ਕਰਦੇ ਤੁਰੇ ਜਾ ਰਿਹਾ। ਉਹ ਵੱਖਰੀ ਗੱਲ ਆ ਕਿ ਹਰਚੰਦ ਕੌਰ ਜਿਹੜੀ ਘਨੌਰੀ ਕਲਾਂ ਸੀਗੀ ਉਹਨੂੰ ਮਹਿਲ ਕਲਾਂ ਤੋਂ ਜ਼ਰੂਰ ਟਿਕਟ ਦੇਤੀ। ਉੱਥੇ ਸ਼ਾਇਦ ਇਹਨਾਂ ਕੋਲ ਹੋਰ ਕੈਂਡੀਡੇਟ ਹੋਰ ਕੈਂਡੀਡੇਟ ਨਹੀਂ ਸੀਗਾ। ਮਤਲਬ ਕਿਤੇ ਨਾ ਕਿਤੇ ਜਿਹੜੀ ਬਰਾਬਰਤਾ ਉਹ ਦਿਖਾਈ ਨਹੀਂ ਦਿੰਦੀ। ਠੀਕ ਆ, ਕਈ ਜਗ੍ਹਾ ਤੇ ਕੈਂਡੀਡੇਟ ਮਾੜੇ ਹੋ ਸਕਦੇ। ਹਾਂ, ਸਤਵਿੰਦਰ ਬਿੱਟੀ ਜਿਹੜੀ ਆ ਉਹ ਸ਼ਾਇਦ ਸੀਟ ਨਾ ਕੱਢ ਸਕਦੀ ਹੋਈ ਤਾਂ ਕੱਟ ਦਿੱਤੀ। ਠੀਕ ਆ, ਸਤਕਾਰ ਕੌਰ ਦਾ ਪਤੀ ਤੇ ਬਥੇਰੇ ਦੋਸ਼ ਲੱਗੇ ਸੀ। ਵੈਸੇ ਤਾਂ ਅੱਜ ਮੈਂ ਪੋਸਟ ਵੀ ਪਾਈ ਆ, ਉਹ ਨਜ਼ਾਰਾ ਬੜਾ ਆਇਆ
ਤੇ ਮੈਂ ਤੇ ਕਿਹਾ ਸੀਗਾ ਪਤਨੀ ਲਈ ਪਿਆਰ ਦੀ ਮਿਸਾਲ ਕਾਇਮ ਕਰਤੀ ਬੰਦੇ ਨੇ। ਉੱਚੀ ਉੱਚੀ ਰੋ ਰਿਹਾ ਉਹਦੇ ਘਰ ਵਾਲਾ, ਕਹਿੰਦਾ ਜੀ ਸਾਡੇ ਦੇ ਬੱਚੇ ਭੁੱਖੇ ਮਰ ਜਾਣਗੇ, ਸਾਡੀ ਟਿਕਟ ਨੂੰ ਰੋ ਰਿਹਾ ਬਾਈ ਜੀ, ਟੌਰ ਚੱਲਦੀ ਸੀ। ਪਤਨੀ ਦਾ ਤਾਂ ਨਾਂ ਹੀ ਆ ਹੁਣ ਇਹ ਵੀ ਸਤਿਕਾਰ ਕੌਰ ਦੇ ਪਤੀ ਦੀਆਂ ਵੀਡੀਓ ਕਿੰਨੀਆਂ ਵਾਇਰਲ ਹੋਈਆਂ। ਉਹ ਜੇ ਪਤਨੀ MLA ਸੀ ਤਾਂ ਹੀ ਉਹਦਾ ਸਤਿਕਾਰ ਸੀ, ਨਹੀਂ ਉਹਨੂੰ ਕੌਣ ਪੁੱਛਦਾ ਸੀ, MLA ਦਾ ਪਤੀ ਸੀ। ਰੋਣਾ ਤਾਂ ਟਿਕਟ ਦਾ। ਅੱਛਾ, ਉਹਦੇ ਜਿੱਥੋਂ ਤੱਕ ਦਾਮਨ ਸਿੰਘ ਬਾਜਵਾ ਦਾ ਸੀ, ਉਹ ਸੀਟ ਆਪਣੀ ਉਹਦੇ ਤੇ ਟਫ ਫਾਈਟ ਤੇ ਸੀਗੀ ਉਹ, ਇਹਦੇ ਚ ਕੋਈ ਦੋ ਰਿਹਾ ਨਹੀਂ, ਕਿਉਂਕਿ 5 ਸਾਲ ਉਹਨੇ ਵਰਕ ਬਹੁਤ ਕੀਤਾ ਹਲਕੇ ਚ। ਪਰ ਹੁਣ ਤਾਂ ਉੱਥੇ ਕਾਂਗਰਸ ਦੀ ਪ੍ਰੋਬਲਮ ਕੀ ਖੜੀ ਹੋ ਗਈ। ਸਰਜੀਤ ਸਿੰਘ ਧਮਾਨ ਸੀ ਪਹਿਲਾਂ, ਉਹ ਦਿੜਬਿਆ ਜਿੰਨੀ ਦੇਰ ਹਲਕਾ ਜਰਨਲ ਹੁੰਦਾ ਸੀ ਉੱਥੋਂ ਚੋਣ ਲੜਦਾ ਸੀ, ਫਿਰ ਉਹ ਦਿੜਬਾ ਜਦੋਂ ਰਿਜ਼ਰਵ ਹੋ ਗਿਆ ਉਹਨੂੰ ਅਮਰਗੜ੍ਹ ਭੇਜਤਾ। ਹੁਣ ਅਮਰਗੜ੍ਹ ਜਿਹੜਾ ਸੀ ਉਹ ਤੇ ਸਿੱਧੂ ਸਾਹਿਬ ਨੇ ਸੁੱਖ ਨਾਲ ਭਤੀਜੇ ਨੂੰ ਉਤਾਰਨਾ ਸੀਗਾ, ਤੇ ਨਵਜੋਤ ਸਿੰਘ ਸਿੱਧੂ ਉੱਤੇ ਭਤੀਜੇ ਨੂੰ ਉਤਾਰ ਗਏ, ਤੇ ਉਹਨਾਂ ਨੇ ਸਰਜੀਤ ਸਿੰਘ ਧਮਾਨ, ਚਲੋ ਭਤੀਜਾ ਹੈ, ਯੰਗ ਮੁੰਡਾ ਹੈ ਸਮੀਤ, ਪਰ ਬੈਕਗ੍ਰਾਉਂਡ ਦਾ ਸਿਆਸੀ ਹੈ। ਧਨਵੰਤ ਸਿੰਘ ਹੋਰਾਂ ਦਾ ਚੰਗਾ ਰਸੂਖ ਹੈ ਧੂਰੀ ਇਲਾਕੇ 'ਚ, ਕਿਉਂਕਿ ਜਿਹੜਾ ਇਹ ਉਹ ਸੀਗਾ ਆਪਣਾ ਪਹਿਲਾ MLA ਜਿਹਨੂੰ ਕੈਪਟਨ ਸਾਹਿਬ ਨੇ ਵੜਨ ਨਹੀਂ ਸੀ ਦਿੱਤਾ, ਕੀ ਨਾਂ ਸੀ, ਤੁਸੀਂ ਨਾਂ ਲਿਆ ਹੁਣੇ, ਅਮਰਗੜ੍ਹ ਸਰਜੀਤ ਸਿੰਘ ਧਮਾਨ ਸਾਹਿਬ, ਕਿਉਂਕਿ ਧਮਾਨ ਸਾਹਿਬ ਦੇ ਇੱਕ ਤਾਂ ਇਲਾਕਾ ਬਾਹਰਲਾ ਸੀ, ਵਰਕਿੰਗ ਨਹੀਂ, ਪਰ ਇਹਦਾ ਚ ਕਿਤੇ ਨਾ ਕਿਤੇ ਹੁਣ ਜਿਵੇਂ ਇਹ ਸਰਗਰਮ ਰਿਹਾ ਸਿੱਧੂ ਧੜੇ ਦੇ ਨਾਲ, ਇਹ ਵੀ ਕਾਰਨ ਹੈ ਜਿਹੜਾ ਰਿਹਾ। ਤੇ ਕਿਉਂਕਿ ਧਨਵੰਤ ਹੋਰਾਂ ਦਾ ਵੱਡਾ ਆਧਾਰ ਧੂਰੀ ਚ ਰਵਾਇਤੀ ਪਰਿਵਾਰ ਵੀ ਹੈਗਾ, ਪੈਸੇ ਟਕੇ ਵਾਲੇ ਵੀ ਹੈਗੇ, ਖਰਚਣ ਵਾਲੇ ਵੀ ਹੈਗੇ, ਮੇਰਾ ਖਿਆਲ ਪੋਜ਼ਿਟਿਵ ਰਹੇਗਾ। ਨਹੀਂ, ਉਹ ਪੋਜ਼ਿਟਿਵ ਤਾਂ ਰਹੇਗਾ। ਉੱਥੇ ਏਦਾਂ ਹੈ, ਜੇ ਸਰਜੀਤ ਧਮਾਨ ਖੁਦ ਲੜਦਾ ਤਾਂ ਉਹਨੇ ਸੀਟ ਨਹੀਂ ਸੀ ਕੱਢ ਸਕਣੀ, ਪਰ ਗੱਲ ਇਹ ਹੈ ਕਿ ਜਦੋਂ ਸਮੀਰ ਸਿੱਧੂ ਆ ਗਿਆ ਉਹ ਸੀਟ ਕੱਢ ਸਕਦਾ। ਦੂਸਰੀ ਗੱਲ ਕੀ ਹੈ, ਵੈਸੇ ਦੂਰੋਂ ਰਿਸ਼ਤੇਦਾਰੀ ਚੋਂ ਆ ਧਨਵੰਤ ਹੋਰਾਂ ਦੇ, ਖਾਸ ਸਕਾ ਭਤੀਜਾ ਤਾਂ ਨਹੀਂ ਹੈ ਸਿੱਧੂ ਦਾ, ਤਾਂ ਬ੍ਰਦਰ ਨਹੀਂ ਹੈ ਕੋਈ ਰੀਅਲ, ਇਹ ਤਾਂ ਧਨਵੰਤ ਦੀ ਫੈਮਿਲੀ ਨਹੀਂ ਰੀਅਲ ਬ੍ਰਦਰ ਨਹੀਂ ਹੈ, ਪਰ ਏਦਾਂ ਕਿ ਧਨਵੰਤ ਸਿੰਘ ਧੂਰੀ ਤੇ ਜਿੱਥੋਂ ਤੱਕ ਸਿੱਧੂ ਦਾ ਸਵਾਲ ਆ, ਪਰਿਵਾਰ ਇੱਕ ਹੀ ਆ, ਇਹ ਓਕੇ ਇੱਕ ਪਰਿਵਾਰ ਆ। ਇਸੇ ਕਰਕੇ ਉਹ ਸਮੀਤ ਸਿੱਧੂ ਜਦੋਂ ਦਾ ਨਵਜੋਤ ਸਿੰਘ ਸਿੱਧੂ 2017 ਤੋਂ ਕਾਂਗਰਸ 'ਚ ਆਇਆ, ਉਹਦਾ ਜਿਹੜਾ ਸੋਸ਼ਲ ਮੀਡੀਆ ਸਾਰੇ ਦਾ ਸਾਰਾ ਜਿਹੜਾ ਸਮੀਤ ਸਿੱਧੂ ਚਲਾ ਰਿਹਾ ਵਾ, ਸਮੀਤ ਸਿੱਧੂ ਕੋਲੇ ਉਹ ਕਮਾਂਡ ਸੀਗੀ। ਹੁਣ ਉੱਥੋਂ ਲੈ ਗਿਆ, ਹੁਣ ਨਵਜੋਤ ਸਿੰਘ ਸਿੱਧੂ ਤੇ ਇੱਕ ਗੱਲ ਕਹਿੰਦਾ ਸੀ ਕਿ ਦੇਖੋ ਜਿਹੜਾ MLA ਜਿੱਥੋਂ ਦਾ ਉਹਨੂੰ ਉੱਥੋਂ ਚੋਣ ਲੜਦੀ ਪਊਗੀ, ਪਰ ਹੁਣ ਸਰਜੀਤ ਸਿੰਘ ਧਮਾਨ ਦੇ ਮੁੰਡੇ ਨੂੰ ਜਾ ਕੇ ਦੇਤੀ ਆ ਆਪਣੇ ਤੋਂ, ਕੀ ਕਹਿੰਦੇ ਸਨਾਮ ਤੋਂ ਦੇਤੀ ਆ, ਪਰ ਦਾਮਨ ਸਿੰਘ ਬਾਜਵਾ ਦੀ ਕੱਟਤੀ। ਹੁਣ ਦਾਮਨ ਸਿੰਘ ਬਾਜਵਾ ਵੀ ਮੈਦਾਨ 'ਚ ਡਟ ਗਈ, ਇਧਰੋਂ ਕੀ ਕਹਿੰਦੇ ਸਤਿਕਾਰ ਕੌਰ ਵੀ ਮੈਦਾਨ 'ਚ ਡਟ ਗਈ। ਉੱਥੇ ਲਿਆ ਕੇ ਇਹਨਾਂ ਨੇ ਫਿਰੋਜ਼ਪੁਰ ਦਿਹਾਤੀ ਤਾਂ ਬੜੀ ਹਾਸੋਹੀਣੀ ਸਥਿਤੀ ਬਣੀ। 3 ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ ਦੇ, ਪਹਿਲੇ ਨੰਬਰ ਦੇ ਉੱਤੇ ਸੀ ਜਿਹਨੂੰ ਹੁਣ ਕਾਂਗਰਸ ਨੇ ਟਿਕਟ ਦਿੱਤੀ, ਇਹਨੂੰ ਟਿਕਟ ਦਿੱਤੀ ਸੀ ਆਮ ਆਦਮੀ ਪਾਰਟੀ ਨੇ, ਇਹ ਤਾਂ ਸੁੱਟ ਕੇ ਭੱਜ ਗਿਆ। ਜਿਹੜਾ ਦੂਜੇ ਨੰਬਰ ਵਾਲਾ ਸੀ ਕਹਿੰਦਾ ਮੈਨੂੰ ਦਿਓ, ਉਹਨੂੰ ਲੈ ਗਈ BJP, ਤੇ ਜਿਹੜਾ ਤੀਜੇ ਨੰਬਰ ਤੇ ਸੀ ਜਿਹਨੂੰ ਕੋਈ ਪੁੱਛਦਾ ਨਹੀਂ ਸੀ, ਉਹਨੂੰ ਅਖੀਰ ਆਮ ਆਦਮੀ ਪਾਰਟੀ ਨੇ ਦੇ ਦਿੱਤੀ। ਯਾਨੀ ਕਿ ਹੁਣ BJP ਵੱਲੋਂ, ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਤਿੰਨੋਂ ਕੈਂਡੀਡੇਟ ਆਮ ਆਦਮੀ ਪਾਰਟੀ ਦੀ ਚੋਣ ਲੜਨਗੇ ਉੱਥੋਂ। ਠੀਕ ਹੈ ਨਾ, ਮਤਲਬ ਇਹ ਹੋ ਜਾਊਗਾ ਜਿਹੜਾ ਵੀ ਤਿੰਨਾਂ ਚੋਂ ਜਿੱਤੂਗਾ ਕੱਲ ਨੂੰ ਕਹਿਣਗੇ ਚੱਲ ਯਾਰ ਆਪਣਾ ਹੀ ਸੀਗਾ, ਕੋਈ ਗੱਲ ਨਹੀਂ, ਤਾਂ ਕੀ ਹੋ ਗਿਆ, ਮਹੀਨੇ ਕੋਲ ਹੀ ਦੂਜੇ ਬੰਨੇ ਗਿਆ ਸੀ, ਕੈਂਡੀਡੇਟ ਤਾਂ ਆਪਣਾ ਹੀ ਸੀਗਾ, ਕੋਈ ਗੱਲ। ਪਰ ਉਹ ਅਪਾਰ ਸਿੰਘ ਰੰਧਾਵਾ ਇੱਧਰ ਤੁਹਾਡੇ ਅੰਮ੍ਰਿਤਸਰ ਵਾਲਾ ਤੇ ਕਮਾਲ ਹੀ ਕਰ ਗਿਆ, ਟਿਕਟ ਉਹਨੇ ਵੀ ਭਗਾ ਕੇ ਮਾਰੀ ਆਪ ਵਾਲਿਆਂ ਨੂੰ। ਹਾਂ, ਉਹ ਵੀ ਸੁੱਟ ਗਿਆ। ਦੇਖੋ ਮੈਂ ਆਪ ਹੈਰਾਨ, ਸਮਾਜ ਮੋਰਚੇ ਨੂੰ ਸਾਰੀ ਆਪ 'ਚ ਚਲਿਆ ਗਿਆ, ਇਹਦਾ ਮਤਲਬ ਆਪ ਦੀ ਹਵਾ ਹੈਗੀ ਆ, ਮੰਨਣਾ ਪਏਗਾ, ਲੋਕ ਜਾ ਰਹੇ ਨੇ ਮੁੜ ਕੇ। ਨਹੀਂ, ਮੈਂ ਤਾਂ ਹੀ ਕਿਹਾ ਸੀ ਕਿ ਸਾਨੂੰ 15 ਫਰਵਰੀ ਤੱਕ ਰੁਕਣਾ ਪਏਗਾ, ਕਈ ਉਤਰਾਅ ਚੜਾਅ ਆਉਣੇ ਨੇ। ਤੁਸੀਂ ਦੇਖੋ ਅਮਰੀਕ ਸਿੰਘ ਢਿੱਲੋਂ ਟਿਕਟ ਮੰਗ ਰਿਹਾ ਸੀ ਵੀ ਮੇਰੇ ਪੋਤੇ ਨੂੰ ਦੇ ਦਿਓ, ਨਾ ਅਮਰੀਕ ਸਿੰਘ ਢਿੱਲੋਂ ਨੂੰ ਦਿੱਤੀ ਨਾ ਪੋਤੇ ਨੂੰ। ਅਮਰੀਕ ਸਿੰਘ ਢਿੱਲੋਂ ਨਾਲ ਤਾਂ ਡਾਕਟਰ ਪਿੰਦਰਜੀਤ ਕੌਰ ਵਾਲੀ ਹੋਈ, ਪਿੰਦਰਜੀਤ ਕੌਰ ਕਹਿੰਦੀ ਸੀ ਕਿ ਸਾਡੀ ਅਗਲੀ ਪੀੜ੍ਹੀ ਨੂੰ ਦੇ ਦਿਓ, ਅਗਲੀ ਪੀੜ੍ਹੀ ਨੂੰ ਟਿਕਟ ਦਵਾਉਂਦੀ ਆਪਣੀ ਵੀ ਗਵਾ ਬੈਠੀ। ਅਗਲਿਆਂ ਨੇ ਲਿਜਾ ਕੇ ਜਲੰਧਰੋਂ ਇੱਕ ਹੋਰ ਕੈਂਡੀਡੇਟ ਖੜਾ ਕਰਤਾ, ਕੈਪਟਨ ਸਾਹਿਬ, ਉਹ ਕਹਿੰਦੇ ਜੀ ਹੁਣ ਕੈਪਟਨ ਸਾਹਿਬ ਲੜਨਗੇ। ਹੁਣ ਉਹੀ ਕੁਛ ਅਮਰੀਕ ਸਿੰਘ ਢਿੱਲੋਂ ਨਾਲ ਹੋਇਆ। ਉਹਨਾਂ ਨੇ ਕਰਮ ਸਿੰਘ ਗਿੱਲ ਜਿਹੜਾ ਮੰਤਰੀ ਸੀਗਾ ਬਿਆਨ ਸਿੰਘ ਦੀ ਸਰਕਾਰ ਵੇਲੇ, ਉਹਦਾ ਬੇਟਾ ਮੰਗ ਰਿਹਾ ਸੀਗਾ, ਕਹਿੰਦਾ ਮੈਨੂੰ ਸਾਹਨੇਵਾਲ ਤੋਂ ਦਿਓ। ਉਹਨਾਂ ਨੇ ਸਾਹਨੇਵਾਲ ਜਿਹੜਾ ਸੀ ਉਹ ਬੀਬੀ ਰਜਿੰਦਰ ਕੌਰ ਭੱਟਲ ਦੇ ਜਵਾਈ ਨੂੰ ਦੇ ਦਿੱਤੀ, ਤੇ ਉੱਥੋਂ ਜਿਹੜਾ ਸਾਹਨੇਵਾਲ ਤੋਂ ਮੰਗਦਾ ਸੀ ਉਹਨੂੰ ਲਿਜਾ ਕੇ ਉਹਨਾਂ ਸਮਰਾਲਾ ਸੈੱਟ ਕਰਤਾ। ਹੁਣ ਉਧਰ ਅਮਰੀਕ ਸਿੰਘ ਢਿੱਲੋਂ ਨੇ ਵੀ ਆਪਣੀਆਂ ਕੀ ਕਹਿੰਦੇ ਤੋਪਾਂ ਵੀਰ ਦੀਆਂ, ਉਹ ਕਹਿੰਦਾ ਮੈਂ ਤਾਂ ਮੈਦਾਨ 'ਚ ਨਿਕਲੂ, ਮੈਂ ਤਾਂ ਨਹੀਂ ਜਾਂਦਾ ਛੱਡ ਕੇ। ਹੁਣ ਗੱਲ ਤੇ ਇਹ ਆ ਕਿ ਕਹਿੰਦੇ ਸੀ 2 ਟਿਕਟਾਂ ਪਰਿਵਾਰ ਤੇ ਨਹੀਂ ਦੇਣੀਆਂ,
ਹੁਣ ਬੀਬੀ ਰਜਿੰਦਰ ਕੌਰ ਭੱਟਲ ਖੁਦ ਲਹਿਰੇ ਤੋਂ ਲੜ ਰਹੀ ਆ ਤੇ ਉਹਦਾ ਜਵਾਈ ਜਿਹੜਾ ਉਹ ਸਾਹਨੇਵਾਲ ਤੋਂ ਲੜ ਰਿਹਾ। ਤੇ ਉਧਰ ਜਿਹੜੇ ਫਤਿਹਗੜ੍ਹ ਸਾਹਿਬ ਵਾਲੇ ਮੈਂਬਰ ਪਾਰਲੀਮੈਂਟ ਨੇ ਡਾਕਟਰ ਅਮਰ ਸਿੰਘ, ਉਹਨਾਂ ਦਾ ਬੇਟਾ ਰਾਏਕੋਟ ਤੋਂ ਲੜ ਰਿਹਾ। ਔਰ ਇੱਥੇ ਨਹੀਂ ਗੱਡੀ ਰੁਕੀ, ਉਧਰ ਚੌਧਰੀ ਸੰਤੋਖ ਸਿੰਘ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦਾ ਬੇਟਾ ਜਿਹੜਾ ਉਹ ਫਲੌਰ ਤੋਂ ਲੜ ਰਿਹਾ। ਹੁਣ ਗੱਲ ਤੇ ਹੈ ਨਾ ਕਿ ਜਿਸ ਤਰ੍ਹਾਂ ਤ੍ਰਿਪਤ ਰਜਿੰਦਰ ਬਾਜਵਾ ਕਹਿੰਦਾ ਸੀ ਕਿ ਮੇਰਾ ਬੇਟਾ ਜਿਹੜਾ ਉਹ ਫਤਿਹਗੜ੍ਹ ਚੂੜੀਆਂ ਲੜੂਗਾ ਤੇ ਮੈਨੂੰ ਜਿਹੜੀ ਸੀਟ ਆ ਉਹ ਦਿੱਤੀ ਜਾਵੇ ਇੱਥੋਂ ਆਪਣੇ ਤੋਂ ਬਟਾਲੇ ਤੋਂ। ਇਹ ਕਹਿੰਦੇ ਸੀ ਨਹੀਂ ਤੁਹਾਨੂੰ ਬਟਾਲਾ ਨਹੀਂ, ਜਿਹੜਾ ਤੁਹਾਡਾ ਆਪਣਾ ਹਲਕਾ ਉੱਥੋਂ ਲੜਨੀ ਪਏਗੀ। ਹੁਣ ਸਵਾਲ ਤਾਂ ਇਹ ਵੀ ਖੜੇ ਹੁੰਦੇ ਆ ਕਿ ਜੇ ਆਪਣੇ ਹਲਕੇ ਤੋਂ ਲੜਨੀ ਸੀ ਤਾਂ ਫਿਰ ਸਰਜੀਤ ਧਮਾਨ ਜਿਹੜਾ ਸੀਗਾ ਉਹਨੂੰ ਵੀ ਅਮਰਗੜ੍ਹ ਛੱਡ ਦੇ, ਫਿਰ ਉਹਨੂੰ ਸਤਨਾਮ ਕਿਉਂ ਲੈ ਕੇ ਗਏ ਨੇ। ਅੱਛਾ, ਦੂਜੀ ਗੱਲ, ਕਾਂਗਰਸ ਨੇ ਇੱਕ ਬੜੀਆਂ ਗਲਤੀਆਂ ਕੀਤੀਆਂ ਜਦੋਂ ਤੁਹਾਨੂੰ ਪਤਾ ਜੀ ਕੈਂਡੀਡੇਟ ਚੇਂਜ ਕਰਨੇ ਆ। ਜਦੋਂ ਤੁਸੀਂ ਸੀਐਮ ਚੰਨੀ ਨੂੰ ਬਣਾ ਲਿਆ, ਤੁਹਾਡੇ ਸਰਵੇ ਹੋ ਗਏ, ਉਸੇ ਵੇਲੇ ਹੀ ਤੁਸੀਂ ਨਵੇਂ ਬੰਦੇ ਨੂੰ ਕਮਾਂਡ ਦੇ ਦਿੰਦੇ ਜਿਹਨੂੰ ਟਿਕਟ ਦੇਣੀ ਸੀ ਕੱਲ ਨੂੰ। ਘੱਟੋ ਘੱਟ ਉਹਨੂੰ 2 ਮਹੀਨੇ ਜਿਹੜੇ 2.5 ਸੀ ਉਹਨੂੰ ਪੈਰ ਲਾਉਣ ਦੇ ਤਾਂ ਮਿਲ ਜਾਂਦੇ, ਜਿਹੜਾ 100 ਦਿਨ ਸੀ ਉਹਨੂੰ ਪੈਰ ਲਾਉਣ ਦੇ ਤਾਂ ਮਿਲਦੇ। ਪੈਰ ਤਾਂ ਕਿਸੇ ਦੇ ਲੱਗੇ ਨਹੀਂ, ਗਰਾਂਟਾਂ ਕੋਈ ਵੰਡਦਾ ਰਿਹਾ, ਲੋਕ ਕਿ ਮਗਰ ਖੇਡਦੇ ਫਿਰਦੇ ਰਹੇ ਤੇ ਹੁਣ ਉੱਥੇ ਜਾ ਕੇ ਨਵੇਂ ਤੁਸੀਂ ਕੈਂਡੀਡੇਟ ਤਾਰ ਦਿੱਤੇ। ਉਹਦਾ ਕਿਤੇ ਨਾ ਕਿਤੇ ਖਮਿਆਜਾ ਤਾਂ ਭੁਗਤਣਾ ਪਏਗਾ ਕਾਂਗਰਸ ਪਾਰਟੀ ਨੂੰ ਜੋ ਮਰਜ਼ੀ ਹੈ। ਹੁਣ ਗੱਲ ਇੱਥੇ ਨਹੀਂ ਰੁਕੀ, ਅੱਜ ਗੱਲ ਇਹ ਤੋਂ ਵੀ ਗਾਂਹ ਟੱਪ ਗਈ। ਗੱਲ ਕੀ ਟੱਪੀ ਕਿ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਆਏ, ਦਰਬਾਰ ਸਾਹਿਬ ਮੱਥਾ ਟੇਕ। ਸੈਲਫੀਆਂ ਸੁਲਫੀਆਂ ਬੜੀਆਂ ਚੱਲਦੀਆਂ ਸੁਖਬੀਰ ਦੀਆਂ। ਮੈਂ ਕਿਹਾ ਜੀ ਉਹਨਾਂ ਨੇ, ਮੈਂ ਕਿਹਾ ਕੁਲਚੇ ਬੜੇ ਸੋਹਣੇ ਸੀਗੇ, ਅੰਮ੍ਰਿਤਸਰੀ ਨਾਨ ਬੜੇ ਉਹ ਕੁਲਵੰਤ ਦੇ ਆ। ਉੱਥੇ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਹੀ ਉੱਥੇ ਬਹਿ ਕੇ ਬੜੇ ਆਰਾਮ ਨਾਲ ਛੱਕ ਚੁੱਕੇ ਤੇ ਸਿੱਧੇ ਪਹੁੰਚ ਗਏ ਕੱਥੂ ਨੰਗਲ ਜਾ ਕੇ ਇੱਕ ਰੈਲੀ ਕੀਤੀ ਉਹਨਾਂ ਨੇ ਵਿਕਰਮ ਮਜੀਠੀਆ ਦੀ ਹੱਥ 'ਚ। ਤੇ ਵਿਕਰਮ ਮਜੀਠੀਆ ਚੰਡੀਗੜ੍ਹ ਬੈਠਾ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਤੇ ਇਹ ਦੋਨੋਂ ਜਿਹੜੇ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਦੋਨੋਂ ਜਿਹੜੇ ਕੱਥੂ ਨੰਗਲ ਸੀਗੇ ਉੱਥੇ ਕਰਕੇ ਮੁੜ ਕੇ ਚੰਡੀਗੜ੍ਹ ਆ ਗਏ, ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਆਉਂਦਿਆਂ ਨੇ ਐਲਾਨ ਕਰਤਾ, ਕਹਿੰਦੇ ਮਾਝੇ ਦਾ ਜਰਨੈਲ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਚੋਣ ਲੜੂਗਾ। ਚਲੋ ਵਧੀਆ, ਪੇਚਾ ਤਾਂ ਚੰਗਾ ਫਸੂ ਫਿਰ ਹੈ। ਨਹੀਂ ਚਲੋ ਪੇਚਾ ਫਸੂ, ਮੈਂ ਉਹਦੇ ਨਾਲ ਸਹਿਮਤ ਹਾਂ। ਹੁਣ ਇੱਕ ਗੱਲ ਤਾਂ ਲੋਕਾਂ 'ਚ ਜਾਊਗੀ ਕਿ ਉਹ ਨਾਲੇ ਮਜੀਠੇ ਤੋਂ ਲੜ ਰਿਹਾ ਨਾਲੇ ਇੱਥੋਂ ਲੜ ਰਿਹਾ। ਦੇਖੋ ਦੋ ਤਿੰਨ ਗੱਲਾਂ ਹੋਣਗੀਆਂ। ਦੇਖੋ ਇੱਕ ਗੱਲ ਤਾਂ ਇਹ ਆਏਗੀ ਕਿ ਜਿਹੜਾ ਕਹਿ ਦੇਣਾ ਕਿ ਮਾਝੇ ਦਾ ਜਰਨੈਲ, ਕਿਸ ਟਾਈਮ ਰਣਜੀਤ ਸਿੰਘ ਬ੍ਰਹਮਪੁਰਾ ਵੀ ਕਹਿੰਦਾ ਹੁੰਦਾ ਸੀ ਮੈਂ ਮਾਝੇ ਦਾ ਜਰਨੈਲ ਹਾਂ। ਹੁਣ ਮੈਨੂੰ ਸਮਝ ਨਹੀਂ ਆਉਂਦੀ, ਜਿਹੜੇ ਜਰਨੈਲ ਸੀ ਉਹਨਾਂ ਜਰਨੈਲਾਂ ਨੂੰ ਤਾਂ ਅਸੀਂ ਯਾਦ ਹੀ ਨਹੀਂ ਕੀਤਾ ਅੱਜ ਤੱਕ। ਠੀਕ ਹੈ, ਨਾ ਕਿਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੀਤਾ, ਨਾ ਹਰੀ ਸਿੰਘ ਨਲੂਏ ਨੂੰ ਕੀਤਾ, ਨਾ ਅਕਾਲੀ ਫੂਲਾ ਸਿੰਘ ਨੂੰ। ਭੁੰਦੜ ਸਾਹਿਬ ਨੇ। ਹਾਂ, ਮੈਂ ਉਹੀ ਤਾਂ ਦੱਸਦਾ, ਨਾ ਅਸੀਂ ਅਕਾਲੀ ਫੂਲਾ ਸਿੰਘ ਨੂੰ ਕੀਤਾ, ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਜਰਨੈਲ ਸੀਗਾ। ਠੀਕ ਹੈ, ਨਾ ਜੱਸਾ ਸਿੰਘ ਆਹਲੂਵਾਲੀਆ ਨੂੰ ਜਾਂ ਨਾ ਜੱਸਾ ਸਿੰਘ ਰਾਮਗੜੀਆ ਨੂੰ ਕੀਤਾ, ਨਾ ਬਾਬਾ ਬਘੇਲ ਸਿੰਘ ਨੂੰ ਕੀਤਾ। ਜਰਨੈਲ ਤਾਂ ਉਹ ਸੀਗੇ। ਪਰ ਸਮਝ ਨਹੀਂ ਆਉਂਦੀ ਇਹਨਾਂ ਨੇ। ਦੇਖੋ ਦੋਹਰੀ ਸੀਟ ਤੇ ਇਹ ਪਹਿਲਾਂ ਵੀ ਲੜੇ ਨੇ, ਕਪਤਾਨ ਨੇ ਮਦਦ ਕੀਤੀ ਹੁੰਦੀ ਹੈ। ਗੱਲ ਇਹ ਹੈ ਨਾ ਕਿ ਹੁਣ ਜੇ ਮਜੀਠਾ ਸਿੱਧੂ ਨਾਲ ਲੜਦੇ ਨੇ, ਸਿੱਧੂ ਇੱਕ ਤਾਂ ਆਪਣੇ ਇਲਾਕੇ 'ਚ ਘਿਰ ਜੂ, ਕਿਉਂਕਿ ਜੇ ਹਾਰਦਾ ਤਾਂ ਮੁਸ਼ਕਿਲ ਹੈ ਕਿਉਂਕਿ ਉਹ ਇੱਕ ਸੀਟ ਤੋਂ ਲੜ ਰਿਹਾ। ਇਹ 2-2 ਸੀਟ ਤੋਂ ਲੜ ਰਹੇ ਨੇ। ਵੋਟਾਂ ਤਾਂ ਖਰਾਬ ਹੋਣਗੀਆਂ ਤੇ ਸਿੱਧੂ ਦੀ ਹੋਣਗੀਆਂ। ਜਿੱਤ ਗਿਆ ਤਾਂ ਵੀ ਬੱਲੇ ਬੱਲੇ, ਜੇ ਹਾਰਦਾ ਵੀ ਹੈ ਤਾਂ ਨੁਕਸਾਨ ਸਿੱਧੂ ਨੂੰ ਹੋਏਗਾ ਤੇ ਦੂਸਰੇ ਕੈਂਡੀਡੇਟ ਨੂੰ ਫਾਇਦਾ ਹੋਊਗਾ ਜਿਹੜਾ ਸਿੱਧੂ ਦੇ ਵਿਰੁੱਧ ਖੜਾ ਦੂਸਰੀ ਪਾਰਟੀ ਦਾ, ਭਾਵੇਂ ਆਮ ਆਦਮੀ ਪਾਰਟੀ ਦੀ ਜਾਂ ਕਿਸੇ ਵੀ ਪਾਰਟੀ ਦਾ। ਉਹ ਕੋਈ ਵਿਚਲਾ ਕੈਂਡੀਡੇਟ ਭਾਜਪਾ ਦਾ ਜਾਂ ਕੋਈ ਵੀ ਬਾਜੀ ਮਾਰ ਸਕਦਾ। ਮਸਲਨ ਸਿੱਧੂ ਨੂੰ ਇਹ 'ਚ ਨੁਕਸਾਨ ਹੋਏਗਾ। ਜਾਂ ਤਾਂ ਇਹ ਹੋਵੇ ਕਿ ਜੇ ਭਾਈ ਚੁਣੌਤੀ ਕਬੂਲ ਕੀਤੀ ਹੈ ਮਜੀਠਾ ਸਾਹਿਬ, ਸਵਾਲ ਤਾਂ ਆ ਕਿ ਮੈਂ ਆਪਣੇ ਹਲਕੇ ਤੋਂ ਨਹੀਂ ਲੜਦਾ, ਮੈਂ ਸਿੱਧੂ ਦੇ ਵਿਰੁੱਧ ਹੀ ਖੜਦਾ। ਆਪਣੀ ਸੇਫ ਗੇਮ ਨਾ ਖੇਡੋ। ਜਿਵੇਂ ਪਹਿਲਾਂ ਕਪਤਾਨ ਨੇ ਬਾਦਲ ਦੇ ਖਿਲਾਫ ਜਾ ਕੇ ਇਲੈਕਸ਼ਨ ਲੜੀ, ਫਾਇਦਾ ਕਿਹਨੂੰ ਹੋਇਆ, ਹੈ ਨਾ। ਸੋ ਇਹ ਫਾਇਦਾ ਪਹੁੰਚਾਉਣ ਵਾਲੀ ਗੱਲ ਹੈ। ਤੇ ਦੂਸਰਾ, ਜੇ 2 ਜਗ੍ਹਾ ਤੋਂ ਲੜਦੇ ਹੋ ਤੇ ਉਹ ਤੁਸੀਂ ਦੁਬਾਰਾ ਫੇਰ ਸੀਟ ਤੇ ਬਾਈ ਇਲੈਕਸ਼ਨ ਹੋਣਗੇ, ਜਿਮਨੀ ਚੋਣ ਹੋਣਗੇ, ਉਹ ਦੋਹਰਾ ਖਰਚਾ। ਅਸਲ ਚੁਣੌਤੀ ਦਾ ਸਵਾਦ ਤਾਂ ਹੈ, ਬਹੁਤ ਚੰਗੀ ਗੱਲ ਹੈ ਮਜੀਠੇ ਨੇ ਚੁਣੌਤੀ ਦਿੱਤੀ ਹੈ, ਪਰ ਉਹ ਆਪਣੀ ਸੀਟ ਤੋਂ ਨਾ ਲੜਨ, ਫਿਰ ਉੱਥੋਂ ਹੀ ਸਿੱਧੂ ਦੇ ਬਰਾਬਰ ਹੀ ਲੜਨ, ਇੱਕੋ ਹੀ ਸੀਟ ਤੋਂ ਨਾ ਲੜਨ। ਇਹ ਤਾਂ ਹੋਇਆ ਨਤਾਰਾ, ਹੈ ਨਾ, ਜੁਰਤ ਵਾਲਾ ਕੰਮ, ਹੈ ਨਾ। ਜੇ ਤੁਸੀਂ ਡਬਲ ਗੇਮ ਖੇਡਦੇ ਹੋ ਕਿ ਉਧਰੋਂ ਵੀ ਇਹ ਤਾਂ ਫਿਰ ਡਬਲ ਗੇਮ ਹੈ ਨਾ ਜੀ। ਨੁਕਸਾਨ ਕਿੰਨਾ ਕਰੇਗਾ ਸਿੱਧੂ ਨੂੰ ਇਹਦਾ, ਸੁਰਿੰਦਰ ਵੀਰ?
ਮੈਂ ਉਹੀ ਦੱਸਦਾ ਨਾ, ਦੇਖੋ ਇੱਕ ਗੱਲ ਤੇ ਆ ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਉਤਾਰਿਆ ਗਿਆ ਸੀ, ਉਦਣ ਉਹਨੇ ਜਦੋਂ ਨੈਸ਼ਨਲ ਚੈਨਲਾਂ ਨੇ ਰਾਤ ਨੂੰ ਉਹਨੂੰ ਲਾਈਵ ਬਿਠਾਤਾ ਸੀ, ਉਦਣ ਕਲੀਅਰ ਹੋ ਗਿਆ ਸੀ ਯਾਰ ਉਹਨੇ ਜਿਹੜੀ ਗੱਲ ਕਹੀ ਸੀ, ਮੈਂ ਨਵਜੋਤ ਸਿੱਧੂ ਨੂੰ ਨਹੀਂ ਜਿੱਤਣ ਦੇਣਾ, ਮਜ਼ਬੂਤ ਕੈਂਡੀਡੇਟ ਖੜਾ ਕਰਾਂਗਾ। ਠੀਕ ਹੈ ਨਾ, ਭੇਜਦਾ ਫਿਰ। ਹਾਂ, ਇਹ ਰਣਨੀਤੀ ਉਦੋਂ ਦੀ ਤੈਅ ਹੋਈ ਸੀਗੀ। ਠੀਕ ਹੈ, ਇਸੇ ਕਰਕੇ ਅਕਾਲੀ ਦਲ ਨੇ ਹੁਣ ਤੱਕ ਨਵਜੋਤ ਸਿੱਧੂ ਦੇ ਵਿਰੁੱਧ ਕੋਈ ਕੈਂਡੀਡੇਟ ਨਹੀਂ ਤਾਰਿਆ, ਨੰਬਰ 1। ਨੰਬਰ 2, ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਨਵਜੋਤ ਸਿੱਧੂ ਵਾਲੀ ਸੀਟ ਆ ਉਹ ਆਪਣੇ ਕੋਟੇ 'ਚ ਲਈ ਨਹੀਂ, ਉਹ ਬੀਜੇਪੀ ਦੇ ਕੋਟੇ 'ਚ ਛੱਡੀ ਆ। ਜੇ ਉਹ ਆਪਣੇ ਕੋਟੇ 'ਚ ਲੈਂਦਾ ਉਹਨੂੰ ਆਪਣਾ ਕੈਂਡੀਡੇਟ ਤਾਰਨਾ ਪੈਣਾ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਜਿੰਨਾ ਕੋ ਵੀ ਵੋਟ ਬੈਂਕ ਉਹਦੇ ਹੱਥ 'ਚ ਆ, ਉਹ ਸਾਰੇ ਦਾ ਸਾਰਾ ਨਵਜੋਤ ਸਿੱਧੂ ਨੂੰ ਨਹੀਂ, ਉਹ ਵਿਕਰਮ ਮਜੀਠੀਆ ਦੇ ਹੱਕ 'ਚ ਭੁਗਤੇਗਾ, ਭਾਵੇਂ ਕਿ ਉਹਦਾ ਬੀਜੇਪੀ ਨਾਲ ਆਈਸ ਆ। ਯਾਨੀ ਕਿ ਹੁਣ ਗੱਲ ਤਾਂ ਲੋਕਾਂ ਦੇ ਸਾਹਮਣੇ। ਦੂਸਰੀ ਗੱਲ, ਇੱਕ ਮਸਲਾ ਸਵੇਰ ਲਈ ਵਿਕਰਮ ਮਜੀਠੀਆ ਲਈ ਹੋਰ ਬੜਾ ਕੀ ਪੋਜੀਸ਼ਨ ਰਹੇਗੀ ਫਿਰ ਇਸ ਦੌਰਾਨ? ਆਪ ਕੈਂਡੀਡੇਟ ਨੂੰ ਫਾਇਦਾ ਹੋ ਸਕਦਾ ਸਿੱਧੂ ਦੇ ਵਿਰੁੱਧ ਜਿਹੜਾ ਹੈਗਾ? ਹੋ ਸਕਦਾ, ਮੈਂ ਉਹਦੇ ਤੇ ਵੀ ਆਉਣਾ, ਮੈਂ ਕੁਛ ਵੀ ਹੋ ਸਕਦਾ। ਯਾਨੀ ਕਿ ਮੈਂ ਪਹਿਲਾਂ ਕਿਹਾ ਸੀ ਕਿ ਸਾਨੂੰ 20 ਤਰੀਕ ਨੂੰ ਵੋਟਾਂ ਪੈਣੀਆਂ, ਸਾਨੂੰ 15 ਤੱਕ ਵੇਟ ਕਰਨੀ ਪੈਗੀ, ਸਿਨੈਰੀਓ ਕਿਤੇ ਚੇਂਜ ਨਾ ਹੋਵੇ। ਠੀਕ ਹੈ, ਪਤਾ ਨਹੀਂ ਅਕਾਲੀ ਦਲ ਵੱਲ ਨੂੰ ਡਿੱਗਦਾ, ਕਾਂਗਰਸ ਵੱਲ ਨੂੰ ਡਿੱਗਦਾ ਕਿ ਆਪ ਵੱਲ ਨੂੰ ਡਿੱਗਦਾ, ਕਿੱਧਰ ਨੂੰ ਜਾਂਦਾ ਅਜੇ ਕਹਿ ਨਹੀਂ ਸਕਦੇ, ਕਿ ਜਾਂ ਟਫ ਫਾਈਟ ਹੋ ਜਾਂਦੀ ਕਿ ਜਿਹਦੀ ਸਮਝ ਹੀ ਨਾ ਆਵੇ ਕੀ ਹੋ ਜਾਂਦਾ। ਪਰ ਕੁੱਲ ਮਿਲਾ ਕੇ ਆ ਕਿ ਕੱਲ ਦਾ ਦਿਨ ਵਿਕਰਮ ਮਜੀਠੀਆ ਲਈ 12 ਵਜੇ ਤੱਕ ਬੜਾ ਔਖਾ। ਉਹਨੇ 2 ਹਲਕਿਆਂ ਤੋਂ ਪੇਪਰ ਫਾਈਲ ਕਰਨੇ ਨੇ ਕੱਲ, ਤੇ ਉਹਦੇ ਕੋਲ ਟਾਈਮ ਹੈਗਾ 11:59 ਤੱਕ ਦਾ। 12 ਵਜੇ ਤੱਕ ਦੀ ਉਹਦੇ ਕੋਲ ਰਿਲੀਫ ਆ, 12 ਵਜੇ ਤੋਂ ਬਾਅਦ ਉਹਦੇ ਕੋਲ ਰਿਲੀਫ ਕੋਈ ਨਹੀਂ ਹੈ। ਠੀਕ ਹੈ, ਇਹ ਨਾ ਹੋਵੇ ਕਿ ਕਿਤੇ ਪੁਲਿਸ ਟਰੈਪ ਲਾ ਕੇ ਬੈਠੀ ਹੋਵੇ ਤੇ ਜਦੋਂ 12 ਵਜਣ ਨਾਲ ਦੀ ਨਾਲ ਅਲਾਰਮ ਹੋ ਜਾ ਦੇਵੇ ਵੀ ਆ ਜਾਓ ਚਲੋ ਜੀ ਚੱਲੀਏ ਆਪਾਂ ਮੋਹਾਲੀ ਨੂੰ, ਉੱਥੇ ਤੁਹਾਡੀ ਵੇਟ ਹੋ ਰਹੀ ਆ। ਜੀ ਬਿਲਕੁਲ। ਇਸ ਦੌਰਾਨ ਕੁਝ ਇਧਰਲੀਆਂ ਸੀਟਾਂ ਦੀ ਵੀ ਗੱਲ ਕਰੀਏ। ਸ਼ਤਰਾਣੇ ਤੋਂ ਜਿਹੜਾ ਹੈਗਾ ਬਣਾਵਾਲੇ ਨੂੰ ਉਮੀਦਵਾਰ ਉਤਾਰਿਆ ਗਿਆ, ਤੇ ਖਾਸ ਕਰਕੇ ਲੰਬੀ ਤੋਂ ਬਾਦਲ ਸਾਹਿਬ ਫਿਰ ਲੰਬੀ ਪਾਰੀ ਖੇਡ ਰਹੇ ਨੇ। ਸੱਚ ਆਪਾਂ ਉਧਰੋਂ ਸ਼ੁਰੂ ਕਰੀਏ, ਕੀ ਬਣ ਰਿਹਾ? ਹਾਂ ਬਿਲਕੁਲ, ਅੱਜ 2 ਸੀਟਾਂ ਰਹਿੰਦੀਆਂ ਸੀ, ਦੋਨੋਂ ਅਕਾਲੀ ਦਲ ਨੇ ਅਨਾਉਂਸ ਕਰਤੀਆਂ। ਪ੍ਰਕਾਸ਼ ਸਿੰਘ ਬਾਦਲ ਵਾਲੀ ਲੰਬੀ ਤੋਂ ਕਰ ਦਿੱਤੀ ਤੇ ਇਧਰੋਂ ਜਿਹੜੀ ਸੀਗੀ ਉਹ ਵਿਕਰਮ ਮਜੀਠੀਆ ਜਿਹੜਾ ਉਹਨੂੰ ਤਾਰ ਦਿੱਤਾ ਇਹਨਾਂ ਦੇ ਵਿਰੁੱਧ ਨਵਜੋਤ ਸਿੰਘ ਸਿੱਧੂ। ਪਿਛਲੇ ਦਿਨੀ ਹਰਸਿਮਰਤ ਦਾ ਇਹ ਬਿਆਨ ਕਿ ਅਸੀਂ ਬਾਦਲ ਸਾਹਿਬ ਨੂੰ ਮਨਾ ਰਹੇ ਹਾਂ, ਉਹ ਇਲੈਕਸ਼ਨ ਲੜਨਾ ਨਹੀਂ ਚਾਹੁੰਦੇ, ਤੇ ਪੰਥ ਨੂੰ ਬੇਨਤੀ ਹੈ, ਵੋਟਰਾਂ ਨੂੰ ਬੇਨਤੀ ਹੈ ਕਿ ਤੁਸੀਂ ਬਾਦਲ ਸਾਹਿਬ ਨੂੰ ਮਨਾਓ, ਪਰ ਕਿਸੇ ਨੇ ਕੋਈ ਮਨਾਉਣ ਵਾਲੀ ਅਪੀਲ ਤਾਂ ਕੀਤੀ ਨਹੀਂ। ਤੇ ਇਹ ਕੀ ਕਾਰਨ ਸੀ ਕਿ ਬਾਦਲ ਸਾਹਿਬ ਨੂੰ ਉਤਾਰਨ ਤੋਂ ਕਿਉਂ ਆਨਾਕਾਨੀ ਸੀ? ਹਰਸਿਮਰਤ ਲੜਨਾ ਚਾਹੁੰਦੇ ਸੀ ਉਸ ਹਲਕੇ ਤੋਂ, ਕਾਰਨ ਕੀ ਸੀ? ਹਰਸਿਮਰਤ ਦਾ ਇਹ ਬਿਆਨ ਕਿਉਂ ਆਇਆ ਕਿ ਬਾਦਲ ਸਾਹਿਬ ਲੜਨਾ ਨਹੀਂ ਚਾਹੁੰਦੇ? ਰਵਾਇਤੀ ਜੱਦੀ ਨਹੀਂ, ਇਹ ਰਣਨੀਤੀ ਆ, ਇਹ ਕੋਈ ਲੜਨਾ ਨਹੀਂ ਚਾਹੁੰਦੇ। ਕੌਣ ਨਹੀਂ ਲੜਨਾ ਚਾਹੁੰਦਾ? ਠੀਕ ਹੈ, ਮੈਨੂੰ ਬਾਦਲ ਸਾਹਿਬ ਕਹਿ ਦੇਣਗੇ ਲਓ ਜੀ ਮੈਂ ਕਾਕਾ ਜੀ ਛੱਡੀ ਆ ਜਾਓ ਤੁਸੀਂ, ਮੈਂ ਤਾਂ ਪਟਿਆਲੇ ਟਿੰਡ ਫੌੜੀ ਚੱਕੂ ਉੱਤੇ ਚੱਲ ਜਾਊਂਗਾ, ਜਾ ਕੇ ਬਹਿ ਜਾਊਂਗਾ ਵੀ ਲੜਾਓ ਮੈਨੂੰ। ਠੀਕ ਹੈ, ਕੌਣ ਛੱਡਦਾ? ਕਹਿਣਾ ਬੜਾ ਆਸਾਨ ਆ, ਜਿਹਦਾ ਹੱਥ ਨਹੀਂ ਪਹੁੰਚਦਾ ਉਹੀ ਥੂ ਕੌੜੀ ਕਹਿ ਕੇ ਲੰਘ ਜਾਂਦਾ, ਬਾਕੀ ਕੋਈ ਨਹੀਂ ਛੱਡਦਾ। ਇਸ ਕਰਕੇ ਆ ਇਹ ਰਣਨੀਤੀ ਸੀ ਜਿਹੜੀ ਕੇਜਰੀਵਾਲ ਨੇ ਕੀਤੀ ਆ ਕਿ 21 ਲੱਖ ਫੋਨ ਕਾਲ ਆ ਗਈਆਂ। ਠੀਕ ਹੈ, ਉਹ ਕਿਉਂਕਿ ਭਗਵੰਤ ਮਾਨ ਦਾ ਨਾਮ ਤਾਂ ਪਹਿਲਾਂ ਉਹ ਡਿਸਾਈਡ ਕਰ ਚੁੱਕੇ ਸੀ, ਪਰ ਹੁਣ ਉਹਨਾਂ ਨੇ ਕੀ ਸੀਗਾ, ਉਹਨਾਂ ਨੇ ਸਿਰਫ ਇਹ ਦਿਖਾਉਣਾ ਸੀ ਕਿ ਦੇਖੋ ਜੀ ਪਬਲਿਕ ਨੇ ਕਿਹਾ, 21 ਲੱਖ ਨੇ ਕਿਹਾ, ਫਿਰ ਉਹ ਪਤਾ ਕੀ ਕਹਿਣਗੇ, 21 ਲੱਖ 5 ਦੀ ਨੁਮਾਇੰਦਗੀ ਕਰਦਾ, 21 ਦਾ 5 ਦੇ ਹਿਸਾਬ ਨਾਲ ਲਾਓ ਤੇ ਆਪਣੇ ਕੋਲ 1 ਕਰੋੜ ਤੋਂ ਵੱਧ ਵੋਟ ਆ। ਠੀਕ ਆ, ਆਹ ਲੋਕਾਂ ਨੂੰ ਮੈਸੇਜ ਦੇਣ ਦੀ ਉਹ ਕੋਸ਼ਿਸ਼ ਕਰਨਗੇ। ਉਹੀ ਕੋ ਹਰਸਿਮਰਤ ਨੇ ਕੀਤਾ ਕਿ ਤੁਸੀਂ ਬਾਦਲ ਸਾਹਿਬ ਨੂੰ ਮਨਾਓ। ਮਨਾਉਣਾ ਕਿਹਨੇ ਆ? ਘਰ ਦੀ ਪਾਰਟੀ ਆ, ਪਰਿਵਾਰ ਦੀ ਪਾਰਟੀ ਆ, ਜੋ ਮਰਜ਼ੀ ਫੈਸਲਾ ਲੈ ਲਓ, ਨਾ ਕੋਈ ਕੋਰ ਕਮੇਟੀ, ਨਾ ਕੋਈ PAC, ਤੇ ਨਾ ਕੀ ਕਹਿੰਦੇ ਹੁੰਦੇ ਆ, ਨਾ ਕੋਈ ਆਪਣੀ ਵਰਕਿੰਗ ਕਮੇਟੀ, ਨਾ ਕੋਈ ਜ਼ਿਲ੍ਹਾ ਜਥੇਦਾਰ, ਤੇ ਨਾ ਕੋਈ ਸਰਕਲ ਜਥੇਦਾਰ, ਕਿਸੇ ਦੀ ਕਿਹਦੀ ਚੱਲਦੀ ਆ। ਜੋ ਪਰਿਵਾਰ ਨੇ ਫੈਸਲਾ ਕਰਤਾ ਸਾਰਿਆਂ ਨੂੰ ਮਨਜ਼ੂਰ ਆ, ਗੱਲ ਖਤਮ। ਇਸ ਕਰਕੇ ਇਹ ਗੱਲ ਕਹਿਣੀ ਕਿ ਬਾਦਲ ਸਾਹਿਬ ਨੂੰ ਮਨਾਓ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈ। ਉਹ ਤਾਂ ਜਦੋਂ ਪਤਾ ਪਰਿਵਾਰ ਦੇ ਇਰਦ ਗਿਰਦ ਦਾ ਸਾਰਾ ਕੁਝ ਪਰਿਵਾਰ ਨੇ ਕਰਨਾ, ਨਾਲੇ ਬਾਦਲ ਸਾਹਿਬ ਨੇ ਨਾ ਛੱਡਣੀ ਸੀ, ਨਾ ਕੋਸੀ, ਨਾ ਹਰਸਿਮਰਤ ਨੂੰ ਲੜਾਉਣੀ ਸੀ। ਹਰਸਿਮਰਤ ਆਲਰੇਡੀ ਪਾਰਲੀਮੈਂਟ 'ਚ ਬੈਠੀ 2024 ਤੱਕ, ਔਰ ਇਹਨਾਂ ਦੀ ਰਣਨੀਤੀ ਜਿਹੜੀ ਆ ਸੁਖਬੀਰ ਸਿੰਘ ਨੂੰ ਇਸ ਕਰਕੇ ਲੜਾਈ ਆ ਜਲਾਲਾਬਾਦ ਕਿ ਜਦੋਂ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਆ, ਮੈਂ ਵਾਰ-ਵਾਰ ਸ਼ੁਰੂ 'ਚ ਵੀ ਕਿਹਾ ਸੀ ਕਿ
ਹਰਸਿਮਰਤ ਤਾਂ ਬਠਿੰਡਾ ਲੜੇਗੀ। ਕੱਲ ਨੂੰ ਸੁਖਬੀਰ ਸਿੰਘ ਬਾਦਲ ਦੀ ਵੱਡੀ ਬੇਟੀ ਜਿਹੜੀ ਆ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਅਕਾਲੀ ਦਲ ਦੀ ਕੈਂਡੀਡੇਟ ਹੋਏਗੀ। ਅਗਲੇ ਸੇਵਾਦਾਰ ਤਿਆਰ ਤੇ ਇਸ ਹਾਂ ਬਿਲਕੁਲ। ਤੇ ਇਸ ਵਾਰੀ ਖੁੱਡੀਆਂ ਖੈਰ ਉਮੀਦਵਾਰ ਤਾਂ ਸਾਫ਼ ਸੁਥਰੇ ਨੇ ਤੇ ਪਰਿਵਾਰ ਨੇ ਝੱਲਿਆ ਵੀ ਬਹੁਤ ਕੁਛ ਹੈ, ਪਰ ਫਿਰ ਹੁਣ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ, ਖਾਸ ਕਰਕੇ ਮਹੇਸ਼ ਚੰਦਰ ਜਿਹੜੇ ਰਵਾਇਤੀ ਤੌਰ ਤੇ ਲੜਦੇ ਰਹੇ ਨੇ ਬਾਦਲ ਸਾਹਿਬ ਦੇ ਵਿਰੁੱਧ, ਉਹ ਨਹੀਂ ਲੜ ਰਹੇ। ਕੀ ਸਥਿਤੀ ਰਹੇਗੀ ਲੰਬੀ ਤੋਂ? ਨਹੀਂ ਉੱਥੇ ਨਾ ਅਬਲ ਖਰਾਣੇ ਵਾਲੇ ਜਿਹੜੇ ਨਾ ਉਹ ਪਹਿਲਾਂ ਕਾਂਗਰਸ ਵੱਲ, ਹਾਂ ਉਹਨਾਂ ਦੇ ਫਾਦਰ ਸੌਰੀ ਲਾਈਨ ਡਿਸਕਨੈਕਟ ਹੋ ਗਈ, ਹਾਂ ਉਹਨਾਂ ਦੇ ਪਹਿਲੇ ਫਾਦਰ ਅਬਲ ਖਰਾਣਾ ਦੇ ਵੀ ਰਹੇ ਨੇ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮੱਗਰੀ ਤੁਸੀਂ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਲੌਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ। ਇਸ ਲੋਕੇਸ਼ਨ ਤੇ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਸਭ ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਤਾਂ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425 232 8413 4252328413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਸਾਨੂੰ ਸਪੋਰਟ ਕੀਤਾ ਬਾਈ ਸੁੱਖੀ ਘੁੰਮਣ ਹੋਰਾਂ ਨੇ। ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਤੁਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ, ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ, ਜਿੱਥੇ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲੁਤਫ ਲਓ, ਇਹਨਾਂ ਦੀ ਖਾਸੀਅਤ ਹੈ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ, ਇੱਥੇ ਟਰੱਕ ਪਵਾਓ, ਡੀਜ਼ਲ ਪਵਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਇਹ ਬਿਜ਼ਨਸ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 6613047500 ਤੇ ਜੈ ਘੁੰਮਣ ਦਾ ਨੰਬਰ ਹੈ 661 885 8855 6618858855 ਨੰਬਰ ਹੈ ਜੈ ਘੁੰਮਣ ਹੋਰਾਂ ਦਾ। ਸਾਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਡ ਸਰਵਿਸ ਨੇ। ਸੈਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ ਲੰਮੇ ਰੂਟਾਂ ਤੋਂ ਆਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਅੰਗਰੇਜ਼ੀ ਪੰਜਾਬੀ 'ਚ ਦਿੰਦੇ ਨੇ। ਤੇ ਇਸੇ ਦੌਰਾਨ ਤੁਹਾਨੂੰ ਡਰਾਈਵਿੰਗ ਦੀ ਜੌਬ ਚਾਹੀਦੀ ਹੈ, ਉਹ ਵੀ ਇਹਨਾਂ ਤੋਂ ਲੈ ਸਕਦੇ ਹੋ। ਆਵਰਲੀ ਬਹੁਤ ਅੱਛੇ ਵੇਜਸ ਪੇ ਕਰਦੇ ਨੇ। ਤੁਸੀਂ ਓਨਰ ਆਪਰੇਟਰ ਹੋ, ਡਰਾਈਵਰ ਹੋ, ਸਿਆਟਲ ਇਲਾਕੇ ਦੇ ਲੋਕਲ ਲੋਡ ਅਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਯਾਦ ਰੱਖੋ ਵਾਸ਼ਿੰਗਟਨ ਫੀਡ ਸਰਵਿਸ ਤੋਂ ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 266 6924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206354 4060। ਤੇ ਮੰਦਭਾਗੀਆਂ ਖਬਰਾਂ ਨੇ, ਕਈ ਲੋਕ ਬੋਲੀਆਂ ਵੀ ਹੁੰਦੇ ਸੀ ਅੱਗੇ, ਸਿਆਣੇ ਬੰਦੇ ਕਹਿੰਦੇ ਸੀ ਪਿੰਡ ਦੇ ਨੇੜੇ ਨਹਿਰ ਨਾ ਲੰਘਦੀ ਹੋਵੇ, ਖੂਹ ਟੋਭਾ ਨੇੜੇ ਨਾ ਹੋ ਜੇ, ਲੋਕੀ ਗੰਦਾ ਕਰ ਦਿੰਦੇ ਆ। ਮਾਪਿਆਂ ਤੇਰਿਆਂ ਅੱਡ ਕਰ ਦਿੱਤੀ ਟੋਭੇ ਤੇ ਬਾਤਾ ਘਰ ਵੇ, ਰਾਤੀ ਡੱਡੂ ਬੋਲਣ ਨਿਆਣੇ ਡੁੱਬਣ ਦਾ ਡਰ ਵੇ। ਸੋ ਇਹ ਟੋਭੇ ਖੂਹ ਛੱਪੜ ਜਿਹੜੇ ਨੇ ਖਤਰੇ ਦੀ ਨਿਸ਼ਾਨੀ ਸੀ, ਪਰ ਅੱਜ ਕੱਲ ਜਿਹੜਾ ਭਾਵੇਂ ਛੱਪੜ ਉਹਨੇ ਡੂੰਘੇ ਨਹੀਂ ਰਹੇ, ਪਰ ਫਿਰ ਵੀ ਇੱਕ ਛੱਪੜ 'ਚ ਛਾਲ ਮਾਰ ਕੇ ਇੱਕ ਲੜਕੀ ਖੁਦਕੁਸ਼ੀ ਕਰ ਗਈ ਹੈ। ਗੜਸ਼ੰਕਰ ਦੀਆਂ ਖਬਰਾਂ ਨੇ। ਮਨਦੀਪ ਕੌਰ ਲੜਕੀ ਸੀ, ਜਗਦੀਪ ਸਿੰਘ ਸੈਣੀ ਜਿਹੜਾ ਉਹਦਾ ਭਰਾ ਸੀ, ਜਗਦੀਪ ਸਿੰਘ ਸੈਣੀ ਦੀ ਬੇਟੀ ਸੀਗੀ, ਬਗਵਾਈ ਥਾਣਾ ਗੜਸ਼ੰਕਰ ਦੇ ਵਿੱਚ ਰਹਿਣ ਵਾਲੀ ਸੀਗੀ ਤੇ ਪਿਤਾ ਮਾਤਾ ਉਸ ਦੇ ਸਵਰਗਵਾਸ ਹੋ ਗਏ ਸੀ। ਭਰਾ ਉਸ ਲੜਕੀ ਮਨਦੀਪ ਦਾ ਵਿਦੇਸ਼ ਗਿਆ ਹੋਇਆ ਤੇ ਮਨਦੀਪ ਦੀ ਭੈਣ ਰਾਜਵੀਰ ਨੇ ਦੱਸਿਆ ਕਿ ਜ਼ਮੀਨ ਜਾਇਦਾਦ ਨੂੰ ਲੈ ਕੇ ਮਨਦੀਪ ਦਾ ਆਪਣੇ ਭਰਾ ਨਾਲ ਝਗੜਾ ਚੱਲ ਰਿਹਾ ਸੀ ਜਿਹੜਾ ਵਿਦੇਸ਼ ਗਿਆ ਹੋਇਆ, ਤੇ ਉਹ ਟੈਨਸ਼ਨ ਦੇ ਵਿੱਚ ਹੀ ਉਸਨੇ ਖੁਦਕੁਸ਼ੀ ਕਰ ਲਈ ਹੈ। ਛੱਪੜ 'ਚ ਛਾਲ ਮਾਰ ਕੇ ਇਸ ਲੜਕੀ ਨੇ ਆਪਣੀ ਜਾਨ ਦੇ ਦਿੱਤੀ ਹੈ ਤੇ ਪੁਲਿਸ ਵੱਲੋਂ ਜਿਹੜੀ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਤਕਰਾਰ ਨੇ ਉਹ ਲਗਾਤਾਰ ਵੱਧ ਰਹੇ ਨੇ। ਸਾਨੂੰ ਸਪੋਰਟ ਕੀਤਾ ਹੈ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਸੀਪੀ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਕੋਈ ਰਿਟਰਨ ਭਰਵਾ ਸਕਦੇ ਹੋ। ਕਿਸੇ ਸਾਖ ਸੰਬੰਧੀ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਪੇਪਰ ਫਾਈਲਿੰਗ ਕਰਾਉਣੀ ਆ ਤਾਂ ਤੁਸੀਂ ਸੰਪਰਕ ਕਰਨਾ ਸੀਪੀਏ ਤਰਸੇਮ ਸਿੰਘ ਗਿੱਲ ਨੂੰ, ਜੋ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਸਾਡਾ ਜ਼ਿਕਰ ਕਰਨ ਤੇ ਰਹਿਤ ਮਿਲੇਗੀ। ਆਪਣੇ ਪੁਰਾਣੇ ਸੋਤੇ ਨੇ ਬਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ ਸੀਪੀਏ ਤਰਸੇਮ ਸਿੰਘ ਗਿੱਲ, ਜਿਨ੍ਹਾਂ ਦਾ ਨੰਬਰ ਹੈ 484 764 9861 484 764
9861 ਨੰਬਰ ਹੈ CPA ਤਰਸੇਮ ਸਿੰਘ ਗਿੱਲ ਹੋਰਾਂ ਦਾ। ਸੁਰਿੰਦਰਵੀਰ, ਲੰਬੀ ਹਲਕੇ ਤੋਂ ਕੀ ਸਥਿਤੀ ਰਹੇਗੀ ਤੇ ਇੱਧਰ ਆਪਾਂ ਹੋਰ ਹਲਕਿਆਂ ਦੀ ਵੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਹੁਣ ਕਈ ਰਿਟਾਇਰਡ ਅਧਿਕਾਰੀ ਜਿਹੜੇ ਨੇ ਉਹ ਵੀ ਚੋਣਾਂ 'ਚ ਕੁੱਦ ਗਏ ਨੇ ਤੇ ਇੱਥੇ ਨਵੇਂ ਕੈਂਡੀਡੇਟ ਉਤਾਰੇ ਨੇ ਸ਼ਤਰਾਣਾ ਦੇ ਵਿੱਚ ਦਰਬਾਰਾ ਸਿੰਘ ਬਣਵਾਲਾ, ਤੇ ਇਹ ਸਾਬਕਾ ਕਮਿਸ਼ਨਰ ਨੇ, ਕਾਂਗਰਸੀ ਆਗੂ ਬਣ ਕੇ ਮੈਦਾਨ 'ਚ ਉਤਰੇ ਨੇ। ਟੈਕਸ ਵਿਭਾਗ ਦੇ ਸਾਬਕਾ ਕਮਿਸ਼ਨਰ ਕਾਂਗਰਸੀ ਆਗੂ ਬਣ ਕੇ ਮੈਦਾਨ 'ਚ ਆਏ ਨੇ, ਟਿਕਟ ਐਲਾਨ ਦਿੱਤਾ ਗਿਆ ਇਹਨਾਂ ਨੂੰ ਵੀ। ਦਰਬਾਰਾ ਸਿੰਘ ਬਣਵਾਲਾ ਸ਼ਤਰਾਣਾ ਤੋਂ ਪਹਿਲੇ ਉਮੀਦਵਾਰ ਦੀ ਟਿਕਟ ਕੱਟੀ ਗਈ, ਉਹ ਮੇਰੇ ਖਿਆਲ ਹੁਣ ਕੈਪਟਨ ਖੇਮੇ 'ਚ ਆਏਗਾ, ਉਹਦੇ ਤੇ ਫਿਰ ਗੱਲ ਕਰਦੇ ਹਾਂ ਜੀ। ਸੁਰਿੰਦਰਵੀਰ ਕੰਟੀਨਿਊ। ਲੰਬੀ ਦੇ ਵਿੱਚ ਹੁਣ ਅਕਾਲੀ ਦਲ ਨੇ ਤਾਂ ਆਪਣਾ ਕੈਂਡੀਡੇਟ ਤਾਰਨਾ ਹੀ ਤਾਰਨਾ ਸੀ, ਉਹ ਤਾਂ ਕਲੀਅਰ ਸੀ, ਉਹ 'ਚ ਤੇ ਕੋਈ ਰੌਲਾ ਹੀ ਨਹੀਂ ਸੀਗਾ। ਉਹ ਤੇ ਕੈਂਡੀਡੇਟ ਸੀਗਾ ਕਾਂਗਰਸ ਦਾ। ਕਾਂਗਰਸ ਕੋਲੇ ਦੋ ਪਰਿਵਾਰ ਸੀਗੇ, ਇੱਕ ਅਬੁਲ ਖੁਰਾਣੇ ਵਾਲਿਆਂ ਦਾ ਤੇ ਇੱਕ ਸੀਗਾ ਜਿਹੜਾ ਮਹੇਸ਼ਿੰਦਰ ਬਾਦਲ ਦਾ ਸੀਗਾ। ਹਾਂ, ਰਵਾਇਤੀ ਉਹੀ ਲੜਦੇ ਰਹੇ ਨੇ। ਹਾਂਜੀ, 12 ਚ ਵੀ ਲੜੀ ਆ, 7 ਚ ਵੀ ਉਹਨਾਂ ਨੇ ਲੜੀ, 2 ਵਾਰੀ ਉਹਨਾਂ ਨੇ ਲੜੀ ਆ। ਉਸ ਤੋਂ ਪਹਿਲਾਂ ਜਿਹੜਾ ਇਹ ਜਗਪਾਲ ਸਿੰਘ ਖੁਰਾਣਾ, ਅਬੁਲ ਖੁਰਾਣਾ ਖੜਾ ਕੀਤਾ, ਪਹਿਲਾਂ ਇਹਨਾਂ ਦੇ ਫਾਦਰ ਸੀ ਮੇਰਾ ਖਿਆਲ ਗੁਰਨਾਮ ਸਿੰਘ ਅਬੁਲ ਖੁਰਾਣਾ, ਪਹਿਲਾਂ ਉਹ 1992 ਦੇ ਵਿੱਚ ਉਹ ਇੱਥੋਂ MLA ਬਣੇ ਸੀਗੇ ਆਪਣੇ ਤੋਂ ਲੰਬੀ ਤੋਂ ਜਿਹੜੇ ਸੀਗੇ। ਠੀਕ ਹੈ, ਇਸ ਕਰਕੇ ਇਹ ਉਹਨਾਂ ਦਾ ਪਰਿਵਾਰ ਹੁਣ ਆ ਗਿਆ। 2017 ਚ ਮਹੇਸ਼ਿੰਦਰ ਬਾਦਲ ਨੂੰ ਤਾਂ ਨਹੀਂ ਸੀ ਟਿਕਟ ਮਿਲੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਖੁਦ ਲੰਬੀ ਚਲਾ ਗਿਆ ਸੀਗਾ, ਇਸ ਕਰਕੇ ਉਹ ਹਾਸ਼ੀਏ ਤੇ ਚਲੇ ਗਏ। ਹੁਣ ਇਹ ਪਰਿਵਾਰ ਆ ਗਿਆ। ਪਰਿਵਾਰ ਇਹ ਵੀ ਤਕੜਾ, ਪਰ ਗੱਲ ਤੇ ਇਹ ਹੈ ਕਿ ਜਿਹੜੀ ਉਸ ਪਰਿਵਾਰ ਦੀ 65 ਉੱਥੇ ਉਸ ਹਲਕੇ 'ਚ ਹੈਗੀ ਆ, ਉਸ 65 ਨੂੰ ਤੋੜਨਾ ਬੜਾ ਔਖਾ ਇਸ ਵੇਲੇ। ਠੀਕ ਹੈ, ਉਹ ਰਣਨੀਤੀਕਾਰ ਨੇ, ਲੋਕਲ ਬੈਠੇ ਨੇ, ਬੈਠੇ ਉੱਤੇ ਲੰਬਾ ਸਮਾਂ ਸੱਤਾ ਹੰਢਾਈ ਆ, ਸੱਤਾ ਤੇ ਉਹਨਾਂ ਨੂੰ ਪਤਾ ਕਿਹਦਾ ਕਿੱਥੇ ਕਿੱਥੇ ਕੰਮ ਕੀਤਾ, ਕੀ ਕੁਝ ਆ, ਕਿਹਨੂੰ ਕਦੋਂ ਕਿੱਥੋਂ ਪਕੜਨਾ, ਕੀ ਕਰਨਾ, ਉਹ ਉਸ ਹਿਸਾਬ ਨਾਲ ਆਪਦੀ ਰਣਨੀਤੀ ਬਣਾ ਲੈਂਦੇ। ਇਸ ਕਰਕੇ ਸੀਟ ਖੋਣੀ ਉਹਨਾਂ ਤੋਂ ਬੜੀ। ਹਾਂ, ਫਿਰ ਵੀ ਮਤਲਬ ਸੈਕੰਡ ਰੈਂਕ ਨੂੰ ਜੇ ਦੇਖਿਆ ਜਾਵੇ, ਕਿਉਂਕਿ ਖੁੱਡੀਆਂ ਪਰਿਵਾਰ ਵੀ ਲੋਕਾਂ 'ਚ ਆਧਾਰ ਹੈਗਾ, ਪਰ ਵੋਟ ਕੱਢਣੀ ਔਖਾ ਆ, ਤੇ ਖੁੱਡੀਆਂ ਜਾਂ ਅਬੁਲ ਖੁਰਾਣਾ ਦੇ ਵਿੱਚੋਂ ਕਿਹੜਾ ਲੀਡ ਕਰੇਗਾ ਆਪਸ ਦੇ ਵਿੱਚ? ਨਹੀਂ, ਇਹ ਅਸੀਂ ਕਹਿ ਨਹੀਂ ਸਕਦੇ, ਪਰ ਕਿਉਂਕਿ ਕਾਂਗਰਸ ਦਾ ਵੋਟ ਬੈਂਕ ਜਿਹੜਾ ਉਹ ਤਾਂ ਅਬੁਲ ਖੁਰਾਣਾ ਪਰਿਵਾਰ ਦੇ ਨਾਲ ਹੀ ਜਾਏਗਾ, ਜਗਪਾਲ ਦੇ ਨਾਲ। ਇਸ ਕਰਕੇ ਮੈਨੂੰ ਲੱਗਦਾ ਕਿ ਨੰਬਰ 2 ਉਹੀ ਆਉਣਗੇ। ਖੁੱਡੀਆਂ ਪਰਿਵਾਰ ਠੀਕ ਆ, ਇਮਾਨਦਾਰ ਆ, ਇਹਦੇ 'ਚ ਕੋਈ ਦੋ ਰਾਹ ਨਹੀਂ। ਪਹਿਲਾਂ ਉਹ ਕਿਸੇ ਟਾਈਮ ਸਿਮਰਜੀਤ ਸਿੰਘ ਮਾਨ ਦੇ ਦਲ ਨਾਲ ਹੁੰਦੇ ਸੀ, ਫਿਰ ਕਾਂਗਰਸ ਦੇ ਵਿੱਚ ਗਏ ਤੇ ਕਾਂਗਰਸ ਨੂੰ ਛੱਡ ਕੇ ਹੁਣ ਉਹ ਆਮ ਆਦਮੀ ਪਾਰਟੀ 'ਚ ਆਏ ਆ, ਤੇ ਉਹਨਾਂ ਨੂੰ ਵੀ ਦੇਖਦਾ ਸੀ ਵੀ ਸਾਨੂੰ ਕੱਲ ਨੂੰ ਪਤਾ ਨਹੀਂ ਟਿਕਟ ਮਿਲਦੀ ਕਿ ਨਹੀਂ ਮਿਲਦੀ, ਤੇ ਉਹ ਆਮ ਆਦਮੀ ਪਾਰਟੀ 'ਚ ਚਲ ਗਏ ਤੇ ਉਧਰ ਉਹਨਾਂ ਨੂੰ ਟਿਕਟ ਮਿਲ ਗਈ। ਪਰ ਮੈਨੂੰ ਨਹੀਂ ਲੱਗਦਾ ਕੋਈ ਨੰਬਰ 2 ਦੀ ਲੜਾਈ ਲੜ ਲੈਣਗੇ। ਨੰਬਰ 3 ਤੇ ਜਾ ਕੇ ਹੀ ਗੱਡੀ ਕਿਤੇ ਰੁਕਦੀ ਦਿਖਾਈ ਦੇਵੇਗੀ। ਬਾਕੀ ਕੋਈ ਨਹੀਂ, ਦੇਖੋ ਹੁਣ ਅਜੇ ਤਾਂ ਪੇਪਰ ਫਾਈਲ ਹੋਣਗੇ, ਉਹਦੇ ਬਾਅਦ ਇਲੈਕਸ਼ਨ ਪ੍ਰੋਸੈਸ ਚੱਲੂਗਾ। ਮਤਲਬ ਲਾਲਾ ਜਿਹੜੀ ਆ ਉਹ 1-2 ਤਰੀਕ ਤੋਂ ਸ਼ੁਰੂ ਹੋਏਗੀ, ਉਹਦੇ ਬਾਅਦ ਪਿਕਚਰ ਕਲੀਅਰ ਹੋਏਗੀ। ਹਾਲ ਦੀ ਘੜੀ ਆ ਸੋਸ਼ਲ ਮੀਡੀਆ ਦੇ ਉੱਤੇ ਤਾਂ ਸਾਰੇ ਹੀ MLA ਬਣੇ ਪਏ ਨੇ। ਠੀਕ ਹੈ, ਸੋਸ਼ਲ ਮੀਡੀਆ ਤੇ ਦੇਖੋਗੇ ਤਾਂ 5 ਧਿਰਾਂ ਵੱਡੀਆਂ ਨੇ ਤੇ 5 ਧਿਰਾਂ ਦੇ ਨਾ 117 MLA ਜਿੱਤੇ ਪਏ ਨੇ, ਜੇ ਸੋਸ਼ਲ ਮੀਡੀਆ ਦੀ ਸੱਚ ਮੰਨੋਗੇ ਤਾਂ। ਠੀਕ ਹੈ, ਇੱਕ ਮੈਨੂੰ ਬੜੀ ਵਧੀਆ ਪੋਸਟ ਕਿਸੇ ਦੀ ਲੱਗੀ, ਕਹਿੰਦੇ ਜੀ ਜੇ ਐਤਕੀ ਆਮ ਆਦਮੀ ਪਾਰਟੀ ਨਾ ਜਿੱਤੀ ਤਾਂ ਕਹਿੰਦਾ ਫਿਰ ਮੈਂ ਕਹੂੰਗਾ ਸੋਸ਼ਲ ਮੀਡੀਆ ਝੂਠਾ, ਇਹਦੇ ਪੱਲੇ ਕੱਖ ਨਹੀਂ ਹੈ। ਠੀਕ ਹੈ, ਇਸ ਕਰਕੇ ਆ ਕਹਿਣਾ ਬੜਾ ਸੌਖਾ। ਹਾਂ, ਨਹੀਂ ਮੈਂ ਤਾਂ ਆਪ ਕਹਿੰਦਾ ਚੰਗਾ ਸਗੋਂ ਪਤਾ ਲੱਗ ਜਾਵੇ, ਕਿਉਂਕਿ ਪਤਾ ਕੀ ਆ, ਕੋਈ ਇਲੈਕਟ੍ਰੋਨਿਕ ਮੀਡੀਆ ਸਾਂਭੀ ਬੈਠਾ, ਕੋਈ ਪ੍ਰਿੰਟ ਮੀਡੀਆ ਸਾਂਭੀ ਬੈਠਾ, ਕਿਸੇ ਨੇ ਸੋਸ਼ਲ ਮੀਡੀਆ ਸਾਂਭਿਆ, ਜੋ ਕੁਝ ਆਉਂਦਾ ਝੂਠ ਤਪਾਨ ਲਈ ਜਾਂਦੇ ਆ। ਜਿਹੜੀ ਸੱਚਾਈ ਛਾਪਣੀ ਹੁੰਦੀ ਉਹਨੂੰ ਕੋਈ ਛਾਪਦਾ ਨਹੀਂ ਹੈ। ਇਹ ਬੜੀ ਵੱਡੀ ਸਮੱਸਿਆ ਵਾ। ਇਸ ਕਰਕੇ ਆ ਕਿ ਸੱਚ ਦਾ ਸੱਚ ਜਿਹੜਾ ਨਾ, ਕੀ ਕਹਿੰਦੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਜਾਵੇ ਤੇ ਚੰਗਾ ਰਹੇਗਾ। ਪਰ ਕੁੱਲ ਮਿਲਾ ਕੇ ਆ ਕਿ ਦੇਖੋ, ਬਾਦਲ ਪਰਿਵਾਰ ਤੋਂ ਲੰਬੀ ਸੀਟ ਖੋਣੀ ਬੜੀ ਔਖੀ ਆ। ਆਪਾਂ ਨੂੰ ਵੀ ਪਤਾ ਕਿੱਡੀ ਤਕੜੀ ਲੜਾਈ 2 ਵਾਰ ਹੋਈ ਆ ਬਠਿੰਡੇ ਦੇ ਵਿੱਚ। ਠੀਕ ਹੈ, ਬਠਿੰਡੇ ਦੇ ਵਿੱਚ 2014 ਤੇ 2019 ਵਾਲੀ ਜਿਹੜੀ ਸੀ, ਦੋਨੋਂ ਵਾਰ ਲੱਗਦਾ ਸੀ ਹੱਥੋਂ ਨਿਕਲ ਗਈ, ਉਹਨਾਂ ਦੇ ਨਿਕਲ ਗਈ, ਪਰ ਅਗਲੇ ਫੇਰ ਵੀ ਇਹਨੂੰ ਲੈ ਗਿਆ। ਔਰ ਤੁਸੀਂ ਕੈਲਕੂਲੇਸ਼ਨ ਦੇਖੋਗੇ, ਮੈਂ ਉਹਨੂੰ ਟੱਪ ਵਾਈਡ 'ਚ ਰੱਖਿਆ ਸੀ ਵੀ ਕਿਤੇ ਵੀ ਜਾ ਸਕਦੀ, ਉਹ ਤੇ ਜਲੰਧਰ ਵਾਲੀ 2 ਸੀਟਾਂ ਦਾ ਕੋਈ ਪਤਾ ਨਹੀਂ ਹੈ। ਪਰ ਅਕਾਲੀ ਦਲ ਨੇ ਪਹਿਲਾਂ ਕਹਿਤਾ ਸੀ ਕਿ ਅਸੀਂ 25,000 ਦੀ ਲੀਡ ਨਾਲ ਜਿੱਤਾਂਗੇ। ਔਰ ਉੱਥੇ ਜਾ ਕੇ ਦੇਖ ਲਓ, ਉਹਨਾਂ ਦੀ ਜਿਹੜੀ ਸੀਗੀ ਉੱਥੇ ਆਏ, ਉਹਨਾਂ ਦੀ ਕੈਲਕੂਲੇਸ਼ਨ ਪੂਰੀ ਸੀਗੀ। ਕਿਉਂਕਿ ਉਹ ਇੱਥੇ ਨਹੀਂ ਕੱਲੀ ਕੈਲਕੂਲੇਸ਼ਨ, ਇੱਕ ਮੈਂ 2012 ਦੀ ਤੁਹਾਨੂੰ ਦੱਸਦਾ,
ਗਿੱਦੜਬਾਹਾ ਸੀਟ ਸੀਗੀ। ਗਿੱਦੜਬਾਹੇ ਤੇ ਕੀ ਹੋਇਆ, ਮਨਪ੍ਰੀਤ ਬਾਦਲ ਖੜਾ ਸੀ, ਇੱਕੋ ਹੀ ਸੀ ਕਿ ਮਨਪ੍ਰੀਤ ਬਾਦਲ ਨੂੰ ਜਿੱਤਣ ਨਹੀਂ ਦੇਣਾ। ਅਕਾਲੀ ਦਲ ਦਾ ਕੈਂਡੀਡੇਟ ਖੜਾ, ਸਵੇਰੇ 8 ਵਜੇ VOTING ਸ਼ੁਰੂ ਹੋ ਗਈ। 11 ਵਜੇ ਇੰਟੈਲੀਜੈਂਸ ਨੇ ਰਿਪੋਰਟ ਦੇ ਦਿੱਤੀ ਕਿ ਤੁਹਾਡਾ ਕੈਂਡੀਡੇਟ ਨਹੀਂ ਜਿੱਤਦਾ। 11 ਵਜੇ ਮੌਕੇ ਤੇ ਡਿਸੀਜਨ ਲੈ ਕੇ ਪੂਰੇ ਹਲਕੇ 'ਚ ਮੈਸੇਜ ਪਾਸ ਕਰ ਦੇਣਾ ਕਿ ਆਪਣੇ ਵਾਲੇ ਸਾਰੇ ਦੇ ਸਾਰੇ ਕਾਂਗਰਸ ਨੂੰ ਵੋਟ ਟ੍ਰਾਂਸਫਰ ਕਰ ਦਿਓ। ਬੜੀ ਵੱਡੀ ਗੱਲ ਹੁੰਦੀ ਹੈ, ਛੋਟੀ ਨਹੀਂ ਹੁੰਦੀ ਹੈ। ਕਿ ਨੈਟਵਰਕ ਤੁਹਾਡਾ ਕਿੱਡਾ ਤਕੜਾ ਕਾਇਮ ਕੀਤਾ ਹੋਇਆ ਕਿ ਤੁਸੀਂ ਬੂਥ ਲੈਵਲ ਤੱਕ ਪਹੁੰਚਾ ਦਿਓ, ਔਰ ਬੰਦੇ ਜਿਹੜਾ ਵੀ ਤੁਹਾਡੀ ਪਾਰਟੀ ਦਾ ਆਵੇ ਉਹਨੂੰ ਕਹਿਣ ਕਿ ਨਹੀਂ ਜੀ ਅੰਦਰ ਜਾ ਕੇ ਕਾਂਗਰਸ ਨੂੰ ਪਾ ਦਿਓ, ਤੇ ਉਹਦੇ 'ਚ ਰਾਜਾ ਬੜਿੰਗ ਜਿੱਤ ਗਿਆ, ਜਿਹਦੇ ਲਈ ਅੱਜ ਲੜਦੇ ਫਿਰਦੇ ਆ। ਕਹਿੰਦੇ ਜੀ ਵੀ ਇਹ ਧੱਕੇ ਕਰਦਾ, ਸਾਡੀਆਂ ਬੱਸਾਂ ਫੜਦਾ, ਆਹ ਕਰਦਾ, ਉਹ ਕਰਦਾ। ਭਾਈ ਜਿਤਾਉਣ ਵਾਲੇ ਵੀ ਤੁਸੀਂ ਸੀ 2012 'ਚ, ਤੁਸੀਂ ਜਿਤਾ ਕੇ ਉਹਨੂੰ ਤੋਰਿਆ ਸੀਗਾ। ਉਸ ਗੱਲ ਨੂੰ ਵੀ ਯਾਦ ਰੱਖੋ, ਕਿਉਂਕਿ ਕਈ ਵਾਰੀ ਕੀ ਹੁੰਦਾ, ਜਿਹੜਾ ਹੱਥਾਂ ਨਾਲ ਦਿੱਤੀਆਂ ਗੰਢਾਂ ਕਈ ਵਾਰੀ ਉਹ ਦੰਦਾਂ ਨਾਲ ਖੋਲਣੀਆਂ ਪੈ ਜਾਂਦੀਆਂ ਹੁੰਦੀਆਂ ਨੇ। ਇਹ ਸਿਆਸਤ ਆ, ਸਿਆਸਤ 'ਚ ਕੁਛ ਨਹੀਂ ਪਤਾ ਲੱਗਦਾ ਹੁੰਦਾ। ਜਿਹਨੂੰ ਅੱਜ ਤੁਸੀਂ ਮੋਢੇ ਤੇ ਬਿਠਾਉਣੇ ਆ, ਕੱਲ ਨੂੰ ਤੁਹਾਡੀ ਸਿਰਦਰਦੀ ਵੀ ਉਹਦੇ ਕਰਕੇ ਹੀ ਤਿਆਰ ਬਣ ਜਾਵੇ, ਕੁਛ ਪਤਾ ਨਹੀਂ ਹੁੰਦਾ। ਇਸ ਕਰਕੇ ਇਹ ਆ ਕਿ ਕਹਿਣਾ ਬੜਾ ਸੌਖਾ, ਪਰ ਉਹਨਾਂ ਤੋਂ ਲੰਬੀ ਸੀਟ ਖੋਣੀ ਮੇਰੇ ਹਿਸਾਬ ਨਾਲ ਬਹੁਤ ਔਖੀ ਆ। ਇਸ ਦੌਰਾਨ ਜਿਹੜਾ ਚਲੋ ਸ਼ਤਰਾਣਾ ਤੇ ਥੋੜੀ ਅਪਡੇਟ ਦੇ ਦਿਓ, ਅਗਲੀ ਮੈਂ ਅਪਡੇਟ ਤੁਹਾਡੇ ਤੋਂ ਜਾਣਨਾ ਚਾਹਾਂਗਾ। ਜਿਹੜੀ ਅੱਜ ਪ੍ਰੈਸ ਕਾਨਫਰੰਸ ਮਜੀਠੀ ਨੇ ਕੀਤੀ ਹੈ, ਜਿਹੜੇ ਡੀਜੀਪੀ ਦੇ ਪੈਨਲ 'ਚ ਸਾਰੇ ਅਧਿਕਾਰੀ ਸੀ, ਕਹਿੰਦੇ ਭਾਵੇਂ ਜਾਂਚ ਮੇਰੀ ਭਾਵਰਾ ਸਾਹਿਬ ਤੋਂ ਕਰਾ ਲਓ, ਭਾਵੇਂ ਕਿਸੇ 3 ਡੀਜੀਪੀ ਤੋਂ ਕਰਾ ਲਓ ਜਿਹੜੇ ਉਸ ਪੈਨਲ ਦੇ ਵਿੱਚ ਸੀਗੇ। ਸਿਧਾਰਥ ਚਟੋਪਾਧਿਆ ਤਾਂ ਕਹਿੰਦੇ ਰਲਿਆ ਹੀ ਗੈਂਗਸਟਰਾਂ ਨਾਲ ਹੈ, ਤੇ ਸਿਧਾਰਥ ਚਟੋਪਾਧਿਆ ਤੇ ਸਿੱਧੇ ਦੋਸ਼ ਉਹਨਾਂ ਨੇ ਲਾ ਦਿੱਤੇ ਨੇ। ਤੇ ਸੁਖਬੀਰ ਨੇ ਵੀ ਕਹਿ ਦਿੱਤਾ ਕਿ ਜੇ ਮਜੀਠੇ ਤੇ ਦੋਸ਼ ਸਾਬਤ ਹੁੰਦੇ ਨੇ ਮੈਂ ਸਿਆਸਤ ਛੱਡ ਦੂੰ। ਬਹੁਤ ਵੱਡਾ ਬਿਆਨ ਹੈ। ਕੀ ਦੇਖਦੇ ਹੋ ਇਸ ਕੇਸ ਦਾ ਹਸ਼ਰ, ਕਿਉਂਕਿ ਮਜੀਠਾ ਨੇ ਅੱਜ ਫਿਰ ਪ੍ਰੈਸ ਕਾਨਫਰੰਸ 'ਚ ਕਾਫੀ ਸਾਰੇ ਚੁਣੌਤੀਆਂ ਨੇ ਜਿਹੜੀਆਂ ਦਿੱਤੀਆਂ ਨੇ, ਤੇ ਕਹਿੰਦੇ ਗੈਂਗਸਟਰ ਦੀ ਕਾਲ ਦਾ ਵੀ ਹਵਾਲਾ ਦਿੱਤਾ ਉਹਨਾਂ ਨੇ। ਕਹਿੰਦੇ ਚਟੋਪਾਧਿਆ ਤੇ ਇੱਕ ਗੈਂਗਸਟਰ ਦੀ ਰਿਕਾਰਡਿੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡੀਜੀਪੀ ਨੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਇੱਕ ਗੈਂਗਸਟਰ ਨਾਲ ਗੱਲਬਾਤ ਕੀਤੀ ਹੈ ਕਿ ਅਗਲੇ 3-4 ਦਿਨਾਂ 'ਚ ਮੋਦੀ ਨੂੰ ਵੀ ਸਬਕ ਸਿਖਾ ਦੇਣਗੇ। ਜਾਣੀ ਇਸ ਮਾਮਲੇ ਦੇ ਵਿੱਚ ਕਾਂਗਰਸ ਨੂੰ ਜਾਂ ਇਸ ਉੱਚ ਅਧਿਕਾਰੀ ਨੂੰ ਵੀ ਪੂਰਾ ਡਿਫੇਮ ਕੀਤਾ ਉਹਨਾਂ ਨੇ ਉਸ ਗੱਲਬਾਤ ਦੇ ਆਧਾਰ ਤੇ ਕਿ ਜਿਹੜਾ ਪ੍ਰਧਾਨ ਮੰਤਰੀ ਦਾ ਰੂਟ ਰੋਕਿਆ ਗਿਆ, ਇਹ 'ਚ ਵੀ ਚਟੋਪਾਧਿਆ ਜ਼ਿੰਮੇਵਾਰ ਹੈ ਤੇ ਪੁਲਿਸ ਨੂੰ ਵੀ ਜਾਣੀ ਚੁਣੌਤੀ। ਤੇ ਕੀ ਵੇਖਦੇ ਹੋ ਮਜੀਠਾ ਦੀ ਕਾਨਫਰੰਸ? ਜੀ ਸੁਰਿੰਦਰ, ਤੁਸੀਂ ਸੁਖਬੀਰ ਸਿੰਘ ਬਾਦਲ ਦਾ ਵੇਰਵਾ ਦਿੱਤਾ ਤੇ ਮੈਂ ਹਰਸਿਮਰਤ ਕੌਰ ਬਾਦਲ ਦਾ ਵੀ ਦੇ ਰਿਹਾ। ਹਰਸਿਮਰਤ ਕੌਰ ਬਾਦਲ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਜੇ ਮੇਰੇ ਵੀਰ ਦਾ 1% ਵੀ ਨਸ਼ੇ ਦੇ ਵਿੱਚ ਹੱਥ ਸਾਬਤ ਹੋ ਗਿਆ ਤਾਂ ਕਹਿੰਦੀ ਵੀ ਮੈਂ ਫਿਰ ਇਹ ਕਹੂੰਗੀ ਕਿ ਉਹਦਾ ਕੱਖ ਨਾ ਰਹੇ। ਠੀਕ ਹੈ, ਜਿੱਦਾਂ ਬੇਅਦਬੀ ਵਾਲੇ 'ਚ ਕਹਿੰਦੇ ਸੀ ਉਹੀ ਕੁਛ ਇੱਥੇ ਵੀ ਕਹਿ ਦਿੱਤਾ। ਠੀਕ ਹੈ, ਹੁਣ ਗੱਲ ਕੀ ਆ ਕਿ ਚਟੋਪਾਧਿਆ ਤੇ ਇਸ ਕਰਕੇ ਔਖੇ ਨੇ ਕਿਉਂਕਿ FIR ਹੀ ਚਟੋਪਾਧਿਆ ਜਦੋਂ DGP ਆਇਆ ਉਦੋਂ ਦਰਜ ਹੋਈ ਆ। ਹੁਣ ਨਲਾਇਕੀ ਕਿਹਦੀ ਆ? ਨਲਾਇਕੀ ਕਾਂਗਰਸ ਹਾਈ ਕਮਾਂਡ ਦੀ ਆ, ਨਲਾਇਕੀ ਸਟੇਟ ਦੇ ਹੋਮ ਮਿਨਿਸਟਰ ਦੀ ਆ, ਨਲਾਇਕੀ ਸਟੇਟ ਦੇ ਮੁੱਖ ਮੰਤਰੀ ਦੀ ਆ। ਜਦੋਂ ਤੁਹਾਨੂੰ ਪਤਾ ਤੁਸੀਂ ਜਿਹੜਾ DGP ਲਾ ਰਹੇ ਹੋ ਤੁਹਾਡੀ ਉਹ ਮੰਨਦਾ ਹੀ ਨਹੀਂ ਤੇ ਤੁਸੀਂ ਕਿਉਂ ਉਹਨੂੰ ਉੱਥੇ ਲਿਆ ਕੇ ਬਿਠਾਇਆ? ਤੁਸੀਂ ਉਦੋਂ ਹੀ ਮੰਨ ਲੈਂਦੇ, ਨਾ ਤੁਹਾਡੇ ਤੇ ਬਲੇਮ ਲੱਗਦੇ, ਨਾ ਤੁਸੀਂ ਫਸਦੇ, ਨਾ ਰੇਤਾ ਜਿਹੜਾ ਸੀ ਉੜ ਕੇ ਤੁਹਾਡੇ ਗਲਾਂ 'ਚ ਪੈਂਦਾ, ਸਿਰਾਂ 'ਚ ਪੈਂਦਾ, ਤੇ ਨਾ ਤੁਹਾਡੀ ਖੇ ਹੁੰਦੀ। ਪਰ ਹੁਣ ਬਦਕਿਸਮਤੀ ਤੁਸੀਂ ਜਿਹੜੇ DGP ਬਿਠਾਏ ਉਹਨਾਂ ਦੀਆਂ ਲੱਤਾਂ ਨੇ ਵਜਨ ਨਹੀਂ ਚੱਕਿਆ। ਜਦੋਂ ਤੁਸੀਂ ਬਦਲਿਆ ਅਗਲੇ ਨੇ 24 ਘੰਟਿਆਂ 'ਚ ਕੰਮ ਕਰਕੇ ਉਹ ਮਾਰਿਆ ਪਰਾਂ। ਜਦੋਂ ਮਾਰਿਆ ਹੁਣ ਕੁਦਰਤੀਆਂ ਤੇ ਚਟੋਪਾਧਿਆ ਤਾਂ ਰੜਕੇਗਾ ਹੀ ਰੜਕੇਗਾ। ਇਸ ਕਰਕੇ ਰਹੀ ਗੱਲ ਹੁਣ ਜੇ ਚਟੋਪਾਧਿਆ ਨੂੰ ਕਹੀਏ ਕਿ ਚਟੋਪਾਧਿਆ ਦੇ ਗੈਂਗਸਟਰਾਂ ਨਾਲ ਸੰਬੰਧ ਸੀ ਤਾਂ ਫਿਰ ਹੁਣ ਜਿਹੜਾ ਸਮੇਰ ਸੈਣੀ ਸੀ ਉਹਦੇ ਸੰਬੰਧ ਕਿਹਦੇ ਨਾਲ ਰਹੇ ਉਹ ਵੀ ਤੇ ਯਾਦ ਰੱਖ ਲੈਣਾ ਚਾਹੀਦਾ। ਠੀਕ ਹੈ, ਉੱਥੇ ਰੁਕ ਜਾਓ। ਹੁਣ ਸਮੇਰ ਸੈਣੀ ਦੇ ਵਿਰੁੱਧ ਜਿਹੜਾ ਵਕੀਲ ਕੇਸ ਲੜ ਰਿਹਾ ਉਹਦਾ ਪਿਓ ਵੀ ਪੰਜਾਬ ਦਾ DGP ਰਿਹਾ ਸੀ, ਸਰਬਦੀਪ ਸਿੰਘ ਵਿਰਕ। ਠੀਕ ਹੈ, ਸਰਬਦੀਪ ਸਿੰਘ ਵਿਰਕ ਵਾਲੇ ਤਾਂ ਸੁੱਖੀ ਕੈਟ ਵਰਗੇ ਜਿਹੜੇ ਸੀ ਹੁਸ਼ਿਆਰਪੁਰੋਂ ਜਾ ਕੇ ਜਲੰਧਰ ਕੋਠੀਆਂ ਪਾ ਕੇ ਬੈਠੇ ਸੀ, ਕਿਹਨੇ ਪਵਾਈਆਂ ਸੀਗੀਆਂ? ਉਹ ਵੀ ਤਾਂ DGP ਨੇ ਪਵਾਈਆਂ ਸੀ ਨਾ। ਸਿੱਧਾ DGP ਦੇ ਫਿਰ DGP ਕੋਲ ਜਦੋਂ ਫਸਦਾ ਦਿਖਿਆ ਸਰਬਦੀਪ ਸਿੰਘ ਵਿਰਕ ਤੇ ਉਹਨੇ ਕਹਿਤਾ ਕਹਿੰਦੇ ਇਹ ਤਾਂ ਧਿਆਨ ਸਿੰਘ ਮੰਡ ਦਾ PA ਹੁੰਦਾ ਸੀ ਜੀ। ਫਿਰ ਉਹਨੇ ਆਪਦਾ ਖਹਿੜਾ ਛੁਡਾ ਲਿਆ ਜਦੋਂ ਸਿੱਧਾ ਉਹਦੇ ਤੇ ਆਇਆ ਕਿਉਂਕਿ ਉਹਦੀ ਵੀ DGP ਨਾਲ ਸੀ। ਇਸ ਕਰਕੇ ਦੇਖੋ ਗੱਲ ਇਹ ਆ ਜਿਹੜਾ ਮਰਜ਼ੀ ਆਈ ਜਾਵੇ। ਹੁਣ ਤੁਸੀਂ ਜਿਹੜਾ DGP ਤੁਹਾਡੇ ਅਗੇਂਸਟ ਗਿਆ ਤੁਸੀਂ ਉਹਦੇ ਪਰਦੇ ਤੋੜਦੇ ਹੋ ਤੇ ਜਿਹੜਿਆਂ ਨੂੰ ਤੁਸੀਂ DGP ਲਾਇਆ ਸੀ ਉਹਨਾਂ ਨੇ ਕੀ ਕੀਤਾ ਹੋਇਆ ਸੀ ਆਪਦੇ ਕਾਰਜਕਾਲ 'ਚ ਉਹਨੂੰ ਵੀ ਤਾਂ ਕਿਤੇ ਯਾਦ ਰੱਖ ਲਓ। ਪ੍ਰੋਬਲਮ ਇਹ ਆ ਚੋਣਾਂ ਦਾ ਸਮਾਂ,
ਚੋਣਾਂ 'ਚ ਚਾਹੀਦਾ ਕੀ ਆ, ਹਰ ਪਾਰਟੀ ਆਵੇ ਉਹ ਇਹ ਕਵੇ ਕਿ ਅਸੀਂ ਤੁਹਾਡੇ ਲਈ ਆਹ ਕੁਛ ਕਰਾਂਗੇ, ਤੁਸੀਂ ਸਾਨੂੰ ਵੋਟ ਪਾਓ। ਗੱਲ ਤੇ ਆ ਵਾ। ਹੁਣ ਇੱਥੇ ਕੀ ਕਰਦੇ ਆ, ਉਹ ਫਲਾਣੇ ਨੇ ਆਹ ਗਲਤ ਕੀਤਾ, ਉਹਨੇ ਆਹ ਗਲਤ ਕੀਤਾ, ਉਹਨੇ ਦੂਜੇ ਦੀਆਂ ਕਮੀਆਂ ਗਣਾਈ ਜਾਂਦੇ, ਆਪਣੀ ਨਹੀਂ ਕੋਈ ਗਣਾਉਂਦੇ। ਇਸ ਕਰਕੇ ਮਤਲਬ ਹੁਣ ਇਹਨਾਂ ਨੂੰ ਹੇਜ ਕਾਹਦਾ ਜਾਗ ਗਿਆ, ਨਰਿੰਦਰ ਮੋਦੀ ਦਾ ਹੇਜ ਜਾਗ ਗਿਆ ਕਿ ਨਰਿੰਦਰ ਮੋਦੀ ਦਾ। ਹੁਣ ਕਿਹਨੂੰ ਨਹੀਂ ਪਤਾ, ਸਾਰਿਆਂ ਨੂੰ ਜੱਗ ਜਾ ਰਿਹਾ ਕਿ ਉਹਨਾਂ ਨੂੰ ਬਗੈਰ ਕੀ ਕਹਿੰਦੇ ਹੁੰਦੇ ਆ, ਆਟਾ ਗੁੰਨੇ ਤੋਂ ਸੁੱਕੇ ਆਟੇ ਦੀਆਂ ਰੋਟੀਆਂ ਵੀ ਪਕਾਉਣੀਆਂ ਆਉਂਦੀਆਂ, ਉਹ ਬੀਜੇਪੀ ਆ। ਠੀਕ ਹੈ, ਉਹਨਾਂ ਨੂੰ ਸਭ ਨੂੰ ਪਤਾ। ਜਿਹੜਾ ਉਹਨਾਂ ਦੇ 3 ਹੈਲੀਕਾਪਟਰ ਖੜੇ ਸੀ, ਉਹ ਇੰਨੀ ਬਰਸਾਤ 'ਚ ਵੀ ਉੜ ਸਕਦੇ ਸੀ। ਅੱਗੇ 3 ਤੁਹਾਡੇ ਹੈਲੀਪੈਡ ਬਣੇ ਹੋਏ ਸੀ ਜਿੱਥੇ ਜਾ ਕੇ ਉਤਰਨਾ ਸੀ, ਫਿਰ ਬਾਈ ਰੋਡ ਕਿਉਂ ਚੱਲਿਆ ਬਈ ਪ੍ਰਾਈਮ ਮਿਨਿਸਟਰ? ਹੁਣ ਗੱਲ ਤੇ ਆ, ਵਾਪਸੀ ਕਰਨੀ ਸੀ, ਕੁਰਸੀਆਂ ਖਾਲੀ ਸੀ ਤੇ ਭੰਡਣਾ ਸੀਗਾ ਤੇ ਜਾ ਕੇ ਕਹਿਣਾ ਸੀਗਾ ਕਿ ਕਹਿ ਦਿਓ ਆਪਣੇ ਮੁੱਖ ਮੰਤਰੀ ਨੂੰ ਮੈਂ ਜਿਉਂਦਾ ਵਾਪਸ ਆ ਗਿਆ। ਜਿਉਂਦੇ ਨੂੰ ਅੱਗੇ ਤੋਪਾਂ ਬੀੜੀਆਂ ਹੋਈਆਂ ਸੀਗੀਆਂ। ਹੁਣ ਗੱਲ ਤਾਂ ਸੀ ਪਬਲਿਸਿਟੀ ਚਾਹੀਦੀ ਸੀ, ਖੇ ਹੁੰਦੀ ਸੀਗੀ ਤੇ ਖੇ ਹੋਣ ਤੋਂ ਬਚਣ ਦੇ ਲਈ ਤੇ ਕੁਛ ਰਹਿੰਦੀ ਖੁੰਦੀ ਖੇ ਜਿਹੜੀ ਸੀ ਉਹ ਕਿਸਾਨ ਜਥੇਬੰਦੀਆਂ ਉਡਾਤੀਆਂ, ਨਾ ਉੱਥੇ ਆ ਕੇ ਖੜਦੀਆਂ, ਨਾ ਕੁਛ ਹੁੰਦਾ, ਨਾ ਉਹਨੂੰ ਬਹਾਨਾ ਮਿਲਦਾ, ਆਪੇ ਚੁੱਪ ਕਰਕੇ ਤੁਰਦਾ ਬਣਦਾ, ਪਤਾ ਲੱਗ ਜਾਂਦਾ ਕਿ ਕਹਿ ਦਿੰਦਾ ਕਿ ਬਰਸਾਤ ਹੋ ਗਈ ਹੈ ਮੈਂ ਤਾਂ ਚਲਾ ਗਿਆ, ਕਿਸੇ ਕੰਢੇ ਤਾਂ ਲੱਗਦਾ। ਹੁਣ ਇਸ ਕਰਕੇ ਇਹ ਆ ਕਿ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ। ਪਹਿਲੇ ਦਿਨੋਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੋਨੋਂ ਇੱਕੋ ਗੱਲ ਤੇ ਜਿਹੜੇ ਪ੍ਰਾਈਮ ਮਿਨਿਸਟਰ ਦੀ ਸੁਰੱਖਿਆ ਨਹੀਂ, ਉਹ ਭਾਈ ਪ੍ਰਾਈਮ ਮਿਨਿਸਟਰ ਦੀ ਸੁਰੱਖਿਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਜਿਹੜੀ MSG ਆ ਉਹ 1 ਹਫ਼ਤਾ ਪਹਿਲਾਂ ਸਾਰਾ ਰੂਟ ਆਪਣੇ ਕਬਜ਼ੇ 'ਚ ਲੈ ਲੈਂਦੀ ਆ। ਸਟੇਟ ਦੇ ਪੱਲੇ ਕੱਖ ਨਹੀਂ ਹੁੰਦਾ, ਨਾ ਸਟੇਟ ਉੱਤੇ ਕੁਝ ਕਰ ਸਕਦੀ ਆ, ਨਾ ਸਟੇਟ ਦਖਲਅੰਦਾਜ਼ੀ ਦੇ ਸਕਦੀ ਉਹਦੀ ਸਿਕਿਉਰਿਟੀ 'ਚ। ਸਿਕਿਉਰਿਟੀ ਸਾਰੀ ਜਿਹੜੀ ਉਹਨਾਂ ਦੀ ਹੁੰਦੀ ਆ ਤੇ ਤੁਸੀਂ ਹੁਣ ਸਟੇਟ ਦੇ ਸਿਰ ਤੇ ਭੰਡੀ ਜਾਓ। ਹਾਂ, ਸਟੇਟ ਜਿਹੜੀ ਉਹਨੂੰ ਡਿਫੈਂਡ ਨਹੀਂ ਕਰਨਾ ਆ। ਸਟੇਟ ਨੂੰ ਪਤਾ ਹੀ ਨਹੀਂ ਸੀ ਅਸੀਂ ਕਰਨਾ ਕੀ ਆ ਕੀ ਨਹੀਂ ਕਰਨਾ। ਸਟੇਟ ਨੂੰ ਇਹ ਪਤਾ ਹੀ ਨਹੀਂ ਸੀ ਕਿ ਸਾਨੂੰ ਇਸ ਤਰੀਕੇ ਦੇ ਨਾਲ ਇਹ ਵਰਤਣਗੇ, ਤਾਂ ਸਟੇਟ ਉਹਦਾ ਜਵਾਬ ਤਿਆਰ ਰੱਖ ਲਈ। ਸੁਰਿੰਦਰ, ਆਪਣਾ ਭਾਵੇਂ ਇਲੈਕਸ਼ਨ ਕਮਿਸ਼ਨ ਕਾਫੀ ਵਧੀਆ ਰੋਲ ਨਿਭਾ ਵੀ ਰਿਹਾ, ਕਾਫੀ ਜਗ੍ਹਾ ਤੋਂ ਸ਼ਰਾਬ ਫੜੀ ਜਾ ਰਹੀ ਹੈ, ਥੋੜੇ ਬਹੁਤੇ ਹਥਿਆਰਾਂ ਦਾ ਵੀ ਰੌਲਾ ਪੈਂਦਾ। 26 ਜਨਵਰੀ ਅਮਨ ਅਮਾਨ ਨਾਲ ਲੰਘੀ ਹੈ, ਪਰ ਇਸ ਤਰ੍ਹਾਂ ਇਸ ਸਥਿਤੀ ਨੂੰ ਜਿਵੇਂ ਪੇਸ਼ ਕੀਤਾ ਜਾ ਰਿਹਾ ਸੀਗਾ ਕਿ ਇਹ ਹੋ ਜਾਏਗਾ ਜੀ, ਬੰਬ ਆਉਣਗੇ, ਫਲਾਂ ਆਊ, ਧਮਕਾ ਆਊ। ਜਗਰਾਉਂ ਚੋਂ 1000 ਲੀਟਰ ਸ਼ਰਾਬ ਫੜੀ ਗਈ ਹੈ ਤੇ 37,000 ਲੀਟਰ ਜਿਹੜੀ ਸ਼ਰਾਬ ਹੈ ਉਹ ਪਠਾਨਕੋਟ ਚੋਂ ਬਰਾਮਦ ਹੋਈ ਹੈ, ਮਹਿਲਾ ਕਾਬੂ ਕੀਤੀ ਗਈ ਤੇ ਹੋਰ ਵੀ ਕਈ ਜਗ੍ਹਾ ਹਜ਼ਾਰਾਂ ਲੀਟਰ ਸ਼ਰਾਬ ਨਸ਼ੇ ਫੜੇ ਗਏ ਨੇ। ਪਰ ਜਿਹੜਾ ਹਥਿਆਰਾਂ ਦਾ ਤੌਖਲਾ ਸੀ, ਇਹ 26 ਜਨਵਰੀ 15 ਅਗਸਤ ਨੂੰ ਹਰ ਵਾਰ ਹੁੰਦਾ ਹੈ। ਚਲੋ ਅਮਨ ਅਮਾਨ ਦੇ ਨਾਲ ਇਹ ਤਿਉਹਾਰ ਨਿਕਲ ਗਿਆ ਗਣਤੰਤਰ ਦਿਵਸ ਦਾ। ਕੀ ਮਹਿਸੂਸ ਕਰਦੇ ਹੋ ਕਿ ਓਡੀ ਗੱਲ ਹੈ ਨਹੀਂ ਜਿਹੜਾ ਏਜੰਸੀਆਂ ਹੋਊਗਾ ਕ੍ਰੀਏਟ ਕਰ ਲੈਂਦੀਆਂ ਨੇ? ਆਹ ਲਖਵਿੰਦਰ ਸਿੰਘ ਰੋਡੇ ਨੇ ਆਹ ਭੇਜਤਾ, ਫਲਾਂ ਭੇਜਤਾ, ਧਮਕਾ ਭੇਜਤਾ। ਕੀ ਇਸ ਬਾਰੇ ਕਹਿਣਾ ਚਾਹੁੰਦੇ ਹੋ? ਤੇ ਦੂਸਰਾ, ਕੱਲ ਨੂੰ ਰਾਹੁਲ ਗਾਂਧੀ ਵੀ ਪੰਜਾਬ ਆ ਰਹੇ ਨੇ ਤੇ ਉਹ ਮਤਲਬ ਜਿਹੜਾ ਪੰਥਕ ਏਜੰਡਾ ਕਿ ਸਾਰੇ 117 ਉਮੀਦਵਾਰਾਂ ਨੂੰ ਨਾਲ ਲੈ ਕੇ ਉਹ ਲੰਗਰ ਛਕਣਗੇ, ਦਰਬਾਰ ਸਾਹਿਬ ਪਹੁੰਚਣਗੇ ਤੇ ਵਿਰੋਧ ਹਾਲਾਂਕਿ ਕਾਂਗਰਸ ਦਾ ਕਈ ਜਗ੍ਹਾ ਤੇ ਹੋ ਰਿਹਾ, ਖਾਸ ਕਰਕੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਦਾ ਵੀ ਅੱਜ ਵਿਰੋਧ ਹੋਇਆ, ਪ੍ਰਦਰਸ਼ਨਕਾਰੀ ਹਿਰਾਸਤ ਦੇ ਵਿੱਚ ਲਏ। ਕੀ ਇਹਨਾਂ ਦੋਨਾਂ ਮਾਮਲਿਆਂ ਤੇ ਅਪਡੇਟ 26 ਜਨਵਰੀ ਤੇ ਕੱਲ ਦੀ ਕਾਂਗਰਸ ਦੀ ਵੱਡੀ ਕਾਰਗੁਜ਼ਾਰੀ? ਜੀ ਦੇਖੋ, ਜਿੱਥੋਂ ਤੱਕ 26 ਜਨਵਰੀ ਵਾਲਾ, ਉਹ ਦੇਖੋ ਏਜੰਸੀਆਂ ਤੇ ਇਹੀ ਕੁਝ ਕਰਨਾ ਹੁੰਦਾ। ਲਾਲਾ ਕੋਈ ਏਜੰਸੀਆਂ ਨੇ ਕਰਨੀ ਹੁੰਦੀ ਤੇ ਕੁਝ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਨੇ ਗਾਹ ਪਾਉਣਾ ਹੀ ਹੁੰਦਾ, ਕਿਉਂਕਿ ਉਹਨਾਂ ਨੂੰ ਨਿਊਜ਼ ਕੋਈ ਚਾਹੀਦੀ ਹੁੰਦੀ ਆ ਜਿਹਦੇ ਲਈ ਲੋਕ ਜਿਹੜੇ ਆ ਉਸ ਪਾਸੇ ਨੂੰ ਜ਼ਿਆਦਾ ਦੇਖਣ। ਇਸ ਕਰਕੇ ਇਹ ਕੁਝ ਚੱਲਦਾ। ਤੁਸੀਂ ਗੱਲ ਕੀਤੀ ਇਲੈਕਸ਼ਨ ਕਮਿਸ਼ਨ ਦੀ, ਦੇਖੋ ਇਹਦੇ 'ਚ ਕੋਈ ਦੋ ਰਾਇ ਨਹੀਂ ਗਿਆ ਤੇ ਸ਼ਰਾਬ ਕੱਢੀ ਜਾਂਦੀ ਆ, ਪਰ ਉਹ ਜਿਹੜੀ ਕੱਢੀ ਹੋਈ ਸ਼ਰਾਬ ਉਹਨੂੰ ਕਿਹਨੇ ਵਾਚਣਾ? ਜੇ 5 ਕੈਂਡੀਡੇਟ ਖੜੇ ਨੇ ਤੇ 5 ਵੱਡਿਆਂ ਨੇ ਸ਼ਰਾਬ ਵੰਡਣੀ ਆ ਤੇ ਜਿਹੜੇ ਬੰਦੇ ਨੇ ਉਹਨਾਂ ਨੇ 1 ਹਫ਼ਤਾ ਪਹਿਲਾਂ 5 ਦੇ ਦਫ਼ਤਰਾਂ 'ਚ ਪਰਚੀਆਂ ਲਈ ਜਾਣੀਆਂ ਤੇ ਹਰ ਜਿੱਥੇ ਦਫ਼ਤਰ ਖੁੱਲਿਆ ਦਫ਼ਤਰ ਦਾ ਇੱਕ ਠੇਕਾ ਜਿਹੜਾ ਉਹ ਨਿਯਤ ਕੀਤਾ ਹੋਇਆ ਕਿ ਫਲਾਣੇ ਠੇਕੇ ਤੇ ਪਰਚੀ ਦੇ ਕੇ ਆਪਣੀ ਪੇਟੀ ਚੱਕ ਕੇ ਲੈ ਜਾ, ਗੱਲ ਖਤਮ। ਤੇ ਕੈਂਡੀਡੇਟ ਨੇ ਪੇਮੈਂਟ ਸਿੱਧੀ ਠੇਕੇ ਵਾਲੇ ਨੂੰ ਕਰ ਦੇਣੀ, ਉਸ ਠੇਕੇ ਤੇ ਵੀ ਨਹੀਂ ਕਰਨੀ, ਠੇਕੇ ਦੇ ਮਾਲਕ ਨੂੰ ਕਰਨੀ ਆ। ਇਸ ਕਰਕੇ ਉਹ ਤਾਂ ਰੌਲਾ ਹੀ ਨਹੀਂ, ਉਹ ਨਹੀਂ ਰੋਕ ਸਕਦੇ ਸ਼ਰਾਬ ਵੰਡਣ ਵਾਲਾ। ਤਾਂ ਭੁੱਲ ਜਾਓ ਕਿ ਇਲੈਕਸ਼ਨ ਕਮਿਸ਼ਨ ਸਿੱਧਾ ਹੋ ਜਾਏ, ਟੇਢਾ ਹੋ ਜਾਏ, ਪੁੱਠਾ ਹੋ ਜਾਏ, ਜੋ ਮਰਜ਼ੀ ਕਰ ਲੈ, ਉਹ ਨਹੀਂ ਰੁਕਣੀ। ਕਿਉਂਕਿ ਜਦੋਂ ਪਰਚੀ ਤੇ ਮਿਲਦੀ ਆ, ਪਰਚੀ ਗਈ ਹੈ, ਜਾ ਕੇ ਪਰਚੀ ਉਹਨੇ ਅੰਦਰ ਕਰਨੀ ਆ, ਉਹਨੇ ਕਹਿਣਾ ਅੱਛਾ ਇਹ ਆ, ਠੀਕ ਆ ਜੀ, ਓਕੇ, ਆ ਚੱਕ ਲਓ ਜੀ, ਇੱਧਰ ਦੀ ਤੁਹਾਨੂੰ ਪੇਟੀ ਕੱਢ ਦਿੰਦੇ, ਫੜ ਕੇ ਲੈ ਜਾਓ। ਅੱਛਾ, ਪੇਟੀ ਤੁਸੀਂ ਲਿਜਾ ਰਹੇ ਹੋ,
ਤੁਹਾਨੂੰ ਇਲੈਕਸ਼ਨ ਕਮਿਸ਼ਨ ਰੋਕ ਨਹੀਂ ਸਕਦਾ। ਤੁਸੀਂ ਕਹੋਗੇ ਮੈਂ ਆਪਣੀ ਖਰੀਦੀ ਮੈਂ ਘਰੇ ਜਾ ਰਿਹਾ, ਇੱਕ ਪੇਟੀ ਤੱਕ ਤੁਹਾਨੂੰ ਰੋਕ ਟੋਕ ਕੋਈ ਨਹੀਂ ਹੈ। ਇਸ ਕਰਕੇ ਉਹ ਨਹੀਂ ਰੋਕਣ ਸਕਦਾ, ਉਹ ਜੋ ਮਰਜ਼ੀ ਉਹ ਏਦਾਂ ਹੀ ਚੱਲਣਾ। ਹੁਣ ਰਹਿ ਗਈ ਗੱਲ ਰਾਹੁਲ ਗਾਂਧੀ ਦੇ ਆਉਣ ਵਾਲੀ। ਹੁਣ 117 ਕਿੱਦਾਂ ਜਾਊਗਾ? ਅਜੇ ਤਾਂ 111 ਹੀ ਹੋਇਆ। 111 ਚ ਵੀ 9 ਦਾ ਕਿ 10 ਦਾ ਭੜਥੂ ਪਿਆ ਹੋਇਆ, 100 ਹੀ ਬਚਦਾ। ਠੀਕ ਹੈ, ਅਨਾਉਂਸ ਕਰਨਗੇ ਤਾਂ ਜੋ ਉਹਨਾਂ ਨੇ ਬਿਆਨ ਆਇਆ ਕਿ 117 ਨਹੀਂ ਉਹ 8 ਅਜੇ ਮੈਂ ਉਹੀ ਆ। ਇੱਕ ਅਜੇ ਤਾਂ ਦੂਸਰਾ 8 ਰਹਿੰਦੇ ਨੇ ਤੇ 109 ਅਨਾਉਂਸ ਹੋਇਆ ਤੇ 9-10 ਦਾ ਭੜਥੂ ਪਿਆ ਹੋਇਆ। ਭੜਥੂ ਉਹਨਾਂ ਦਾ ਦੇਖੋ ਜਗਮੋਹਨ ਕੰਗ ਵਾਲਾ ਖਰੜ ਤੋਂ ਪੈ ਗਿਆ, ਉਹਦਾ ਉਧਰ ਆਪਣੇ ਤੋਂ ਪੈ ਗਿਆ, ਕੀ ਕਹਿੰਦੇ ਹੁੰਦੇ ਆ ਉੱਥੇ ਆਪਣੇ ਸਾਹਨੇਵਾਲ ਪੈ ਗਿਆ, ਉਹਦਾ ਪਹਿਲਾਂ ਪੈ ਕੇ ਹਟਿਆ, ਦੂਸਰੇ ਦੇ ਵਿੱਚ ਮੋਗੇ 'ਚ ਪੈ ਕੇ ਹਟਿਆ, ਮਾਨਸੇ 'ਚ ਪੈ ਕੇ ਹਟਿਆ, ਬਟਲਾਡੇ ਪੈ ਗਿਆ, ਪਹਿਲਿਆਂ ਦੀ ਟਿਕਟ ਕੱਟ ਦਿੱਤੀ ਗਈ ਆ। ਠੀਕ ਹੈ, ਦੂਸਰੇ 'ਚ ਜਿਹੜਾ ਉਮੀਦਵਾਰ ਦਰਬਾਰਾ ਸਿੰਘ ਬਣ ਵਾਲਾ ਉਤਾਰਿਆ ਸਾਬਕਾ ਅਧਿਕਾਰੀ ਹੈ, ਇਹ ਵੀ ਭੜਥੂ ਹੈ। ਤੇ ਇੱਕ ਆਪਣਾ ਢੀਂਡਸਾ ਸਾਹਿਬ ਦਾ ਸੁਨੇਹਾ ਸੀ ਸਵੇਰੇ ਖਰੜ ਤੋਂ, ਕਹਿੰਦੇ ਜੀ ਜਗਮੋਹਨ ਕੰਗ ਦਾ ਪੱਤਾ ਕੱਟਿਆ ਗਿਆ, ਕੈਂਡੀਡੇਟ ਕਹਿੰਦੇ ਜਿਹੜਾ ਐਲਾਨਿਆ ਕੀ ਰਹੇਗਾ ਉਹਦੇ ਬਾਰੇ ਜਾਂ ਤਾਂ ਸਵੇਰੇ ਕਰ ਦਿਓ ਉਹਦੇ ਤੇ ਅਪਡੇਟ ਖਰੜ ਹਲਕੇ ਦੀ, ਤੇ ਹੋਣਾ ਤਾਂ ਹੁਣ ਕਰ ਦਿਓ ਜੀ। ਨਹੀਂ ਮੈਂ ਹੁਣੇ ਕਰਦਾ। ਮੈਂ ਦੇਖੋ ਗੱਲ ਇਹ ਆ, ਜਿੱਥੋਂ ਤੱਕ ਆ ਕਿ ਨਿਰਮਲ ਸਿੰਘ ਨਾ ਬਹੁਤ ਇਮਾਨਦਾਰ ਬੰਦਾ ਸੀਗਾ, ਪੰਥਕ ਸੀਗਾ। 2002 ਚ ਇਹਨੂੰ ਅਕਾਲੀ ਦਲ ਨੇ ਗੁਰਦੇਵ ਸਿੰਘ ਸਿੱਧੂ ਨੂੰ ਇੱਥੋਂ ਬਦਲ ਕੇ ਅਮਲੋਹ ਭੇਜਿਆ ਤੇ ਇਹ ਟਿਕਟ ਜਿਹੜੀ ਇਹਨਾਂ ਨੂੰ ਦਿੱਤੀ ਸੀ। 2002 ਚ ਜਿੱਤੇ, 2007 ਵੀ ਜਿੱਤੇ ਦੋਨੋਂ। 2002 ਚ ਅਕਾਲੀ ਦਲ ਵੱਲੋਂ ਜਿੱਤੇ, 7 ਚ ਕੈਪਟਨ ਕਮਲਜੀਤ ਨੇ ਇਹਨਾਂ ਦੀ ਟਿਕਟ ਕੱਟ ਕੇ ਤੇ ਦੇਤੀ ਉਹਨਾਂ ਨੂੰ ਮਾਸਟਰ ਹਮੀਰ ਸਿੰਘ ਘੱਗੇ ਨੂੰ। ਇਹ ਨਾਲ ਦੀ ਨਾਲ ਕਾਂਗਰਸ ਚ ਜਾ ਵੜਿਆ, ਕਾਂਗਰਸ ਵੱਲੋਂ ਫਿਰ ਜਿੱਤ ਗਿਆ। 2012 ਦੇ ਵਿੱਚ 700 ਵੋਟ 800 ਨਾਲ ਹਾਰ ਗਿਆ ਸੀ, ਲੇਕਿਨ 17 ਚ ਇਹ ਫੇਰ ਜਿੱਤ ਗਏ। ਪਰ 17 ਚ ਇਹਦੀ ਜਿਆਦੀ ਖੇਡ ਜਿਹੜੀ ਕਰਾਈ ਇਹਨਾਂ ਦੇ ਮੁੰਡੇ ਨੇ ਅੱਗੇ ਕਰਾਈ, ਸਤਨਾਮ ਨੇ। ਉਹਨੇ ਕੋਈ ਘਰ-ਬਾਰ ਛੱਡਿਆ ਨਹੀਂ, ਜਿਹਦਾ ਕਰਕੇ ਇਹਦਾ ਜਿੱਤਣਾ ਮੁਸ਼ਕਲ ਸੀ। ਮਤਲਬ ਏਡੀ ਕੋ ਵੱਡੀ ਲੀਡ ਜਿਹੜੀ ਹੋ ਜਾਣੀ ਸੀ ਕਿ ਸਾਂਭੀ ਨਹੀਂ ਸੀ ਜਾਣੀ। ਹੋ ਸਕਦਾ ਕਿ ਕਾਊਂਟਿੰਗ ਦੇ ਪਹਿਲੇ ਰਾਉਂਡ 'ਚ ਹੀ ਛੱਡ ਕੇ ਆ ਜਾਂਦੇ ਕਿ ਆਪਾਂ ਚੱਲੀਏ ਪਾਪਾ ਜੀ ਬਾਹਰ, ਹੁਣ ਨਹੀਂ ਆਪਣੀ ਗੱਲ ਨਹੀਂ ਇੱਥੇ। ਠੀਕ ਹੈ ਨਾ, ਸ਼ਤਰਾਣਾ ਤੋਂ ਫੈਸਲਾ ਬਿਹਤਰ ਹੀ ਹੈ ਜਿਹੜਾ ਇਹਨਾਂ ਨੇ ਨਵਾਂ ਕੈਂਡੀਡੇਟ ਦਰਬਾਰਾ ਨਹੀਂ ਬਿਲਕੁਲ ਕੱਲਾ ਸ਼ਤਰਾਣਾ ਨਹੀਂ, ਫੈਸਲਾ ਇਹਨਾਂ ਦਾ ਦੂਸਰੇ ਵਾਲਾ ਮਾਨਸੇ ਵਾਲਾ ਵੀ ਸਹੀ ਸੀ। ਫੈਸਲਾ ਇਹਨਾਂ ਕੰਗ ਸਾਇਲੈਂਟ ਹੀ ਹੈ, ਲੰਮੇ ਸਮੇਂ ਤੋਂ ਕੋਈ ਸਰਗਰਮ ਨਹੀਂ ਹੈ, ਹਾਲਾਂਕਿ ਸੱਤਾਧਾਰੀ ਸਰਕਾਰ ਵੀ ਸੀ। ਮੈਂ ਉੱਥੇ ਵੀ ਆਉਣ ਲੱਗਾ। ਸਾਹਨੇਵਾਲ ਵਾਲਾ ਵੀ ਫੈਸਲਾ ਸਹੀ ਹੈ ਇਹਨਾਂ ਦਾ ਫੈਸਲਾ ਮੋਗੇ ਵਾਲਾ ਵੀ ਸਹੀ ਸੀਗਾ ਤੇ ਇਹਨਾਂ ਦਾ ਫੈਸਲਾ ਫਿਰੋਜ਼ਪੁਰ ਦਿਹਾਤੀ ਵਾਲਾ ਵੀ ਸੀ, ਕਿਉਂਕਿ ਤੇ ਜਿਹੜਾ ਪਤੀ ਦੇਵ ਸੀ ਨਾ ਉਹਨੇ ਰੇਤਾ ਬਥੇਰੀ ਉਡਾਈ ਆ ਤੇ ਖੇਡ ਬਥੇਰੀ ਕੀਤੀ, ਲੋਕਾਂ ਦੇ ਗਲਾਂ 'ਚ ਪਾਈ ਆ। ਇਸ ਕਰਕੇ ਉਹ ਠੀਕ ਆ, ਹੁਣ ਉਹ ਬੜਕਾ ਮਾਰੀ ਜਾਣ ਜੋ ਮਰਜ਼ੀ ਕਰਨ। ਐਕਚੁਅਲੀ ਕੀ ਆ ਕਿ ਇਹਨਾਂ ਨੇ ਜਿਹੜੇ ਸਰਵੇ ਕਰਾਏ ਸੀ ਉਹਦੇ ਮੁਤਾਬਕ ਉਹ ਫੈਸਲਾ ਸਹੀ ਆ। ਠੀਕ ਆ, ਹੁਣ ਰਹਿ ਗਈ ਗੱਲ ਖਰੜ ਦੀ। ਖਰੜ 'ਚ ਕੀ ਸੀ, ਜਗਮੋਹਨ ਸਿੰਘ ਕੰਗ ਸੀਗਾ, ਬੀਬੀ ਰਜਿੰਦਰ ਕੌਰ ਭੱਠਲ ਦੇ ਧੜੇ ਦਾ। ਠੀਕ ਹੈ, ਲੰਬੇ ਸਮੇਂ ਤੋਂ ਉਹਨਾਂ ਉਸ ਧੜੇ ਨਾਲ ਅਟੈਚ ਸੀਗਾ। ਹੁਣ ਸਮੱਸਿਆ ਕੀ ਖੜੀ ਹੋਈ, 2002 ਤੋਂ ਬਾਅਦ ਇਹਨਾਂ ਦੇ ਪੈਰ ਨਹੀਂ ਲੱਗ ਸਕੇ, ਨਾ 17 ਚ ਨਾ 12 ਚ ਤੇ ਨਾ ਹੀ ਮੁੜ ਆਪਣਾ ਨਾਂ ਕੀ ਹੈ 7 ਚ ਪੈਰ ਨਹੀਂ ਲੱਗੇ, ਇਹ ਹਾਸ਼ੀਏ ਤੇ ਚਲੇ ਗਏ। ਹੁਣ ਕੈਂਡੀਡੇਟ ਨੰਬਰ 3 ਜਿਹੜਾ ਸੀ ਉਹ ਤਾਂ ਬਾਹਰ ਹੋ ਗਿਆ ਸੀ, ਕੈਂਡੀਡੇਟ 2 ਸੀ, ਇਹਨਾਂ ਦੀ ਸਪੋਰਟ ਕਰਦੀ ਸੀ ਉੱਥੇ ਅੰਬਿਕਾ ਸੋਨੀ ਉੱਪਰੋਂ। ਦੂਸਰੇ ਬੰਨੇ ਨਵਜੋਤ ਸਿੱਧੂ ਵੀ ਕਹਿੰਦਾ ਜੇ ਜਗਮੋਹਨ ਸਿੰਘ ਕੰਗ ਨੂੰ ਦੇਣੀ ਦੇ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਸੁਨੀਲ ਜਾਖੜ ਵੀ ਕਹਿੰਦਾ ਜੇ ਦੇਣੀ ਦੇ ਦਿਓ। ਹੁਣ ਪ੍ਰੋਬਲਮ ਕੀ ਸੀ, ਇਹ ਕੰਡੇ ਵਿਛਾਉਂਦੇ ਸੀ ਚਰਨਜੀਤ ਚੰਨੀ ਦੇ ਰਾਹਾਂ 'ਚ। ਜਦ ਚਰਨਜੀਤ ਚੰਨੀ ਦੇ ਰਾਹਾਂ 'ਚ ਵਿਛਾਉਂਦੇ ਸੀ ਤਾਂ ਚਰਨਜੀਤ ਚੰਨੀ ਨੇ ਹਰੀ ਚੌਧਰੀ ਨੂੰ ਫੜ ਕੇ ਇਹਨਾਂ ਦੇ ਰਾਹਾਂ 'ਚ ਵਿਛਾਤੇ ਤੇ ਦੂਸਰੇ ਬੰਨੇ ਦੂਜਾ ਕੈਂਡੀਡੇਟ ਜਿਹੜਾ ਉਹਨੂੰ ਤਾਲ ਦਿੱਤਾ। ਹੁਣ ਕੁਦਰਤੀ ਹੁੰਦਾ ਜਿਹੜਾ ਕੈਂਡੀਡੇਟ ਪਾਰਟੀ ਸਿੰਬਲ ਤੇ ਉਤਰਦਾ ਵੋਟ ਬੈਂਕ ਤਾਂ ਉਹ ਲੈ ਹੀ ਜਾਂਦਾ ਹੁੰਦਾ। ਠੀਕ ਆ, ਆਜ਼ਾਦ ਖੜ ਕੇ ਜਿੱਤਣਾ ਬਹੁਤ ਮੁਸ਼ਕਲ ਆ ਅੱਜ ਦੇ ਸਮੇਂ ਦੇ ਵਿੱਚ। ਕਹਿਣਾ ਬਹੁਤ ਸੌਖਾ, ਲੇਕਿਨ ਆਜ਼ਾਦ ਜਿੱਤਣਾ ਬਹੁਤ ਔਖਾ। ਉਹ ਨਵਨੀਤ ਰਾਣਾ ਵਰਗੀ ਤਾਂ ਜਿੱਤ ਕੇ ਆ ਸਕਦੀ ਆ ਅਮਰਾਵਤੀ ਤੋਂ, ਆਪਣੇ ਤੋਂ ਕੀ ਕਹਿੰਦੇ ਹੁੰਦੇ ਆ ਮਹਾਰਾਸ਼ਟਰ ਤੋਂ, ਬਾਕੀ ਕਿਸੇ ਲਈ ਬਹੁਤ ਔਖਾ ਵਾ। ਬਾਕੀ ਇਹਦਾ ਸੌਖਾ ਨਹੀਂ ਹੁੰਦਾ, ਬਾਕੀ ਔਖੇ ਹੋ ਜਾਂਦੇ ਨੇ ਕੰਮ। ਲੇਕਿਨ ਜਿਹੜੀ ਹਾਲਾਤ ਉੱਥੇ ਬਣਨੀ ਆ, ਕਿਉਂਕਿ ਜਿਹੜੀ ਕਾਂਗਰਸ ਦੀ ਪਾੜੋ ਧਾੜ ਆ, ਇੱਕ ਤਾਂ ਐਂਟੀ ਇਨਕੰਬੈਂਸੀ ਫੈਕਟਰ ਆ ਤੇ ਦੂਸਰੀ ਗੱਲ ਆ ਕਿ ਜਿਹੜੀ ਇਹਨਾਂ ਦੀ ਪਾੜੋ ਧਾੜ ਬਹਿ ਗਈ ਆ, ਕੋਈ ਬੰਦਾ 5000 ਕੋਈ 7 ਕੋਈ 10 ਵੀ ਵੋਟ ਤੋੜ ਗਿਆ
ਉਹ ਵੋਟ ਨੇ ਨੁਕਸਾਨ ਕਰ ਜਾਣਾ। ਉਹਦੇ 'ਚ ਕੈਂਡੀਡੇਟ ਇਹਨਾਂ ਨੇ ਕਈ ਖੁਦ ਹੀ ਹਰਾ ਲੈਣੇ ਨੇ। ਅਜੇ ਜਲੰਧਰ 'ਚ ਇਹਨਾਂ ਦਾ ਭੜਤੂ ਪਿਆ ਹੋਇਆ ਪਹਿਲਾਂ ਹੀ, ਉੱਥੇ ਹਾਲਾਤ ਬਣੀ ਹੋਈ ਆ ਕਿ ਮਹਿੰਦਰ ਸਿੰਘ ਕੇਪੀ ਦਾ ਅਜੇ ਤੱਕ ਕੁਝ ਨਹੀਂ ਬਣਿਆ, ਉਹ ਅੜ ਕੇ ਬੈਠੇ ਆ। ਉਧਰ ਅੱਜ ਅਸ਼ਵਨੀ ਸ਼ੇਖੜੀ ਦੀ ਬਟਾਲਾ ਸੀਟ ਅਨਾਉਂਸ ਹੋਈ ਤੇ ਉਧਰ ਤ੍ਰਿਪਤ ਰਜਿੰਦਰ ਬਾਜਵਾ ਨੇ ਜਿੰਨੇ ਉਹਦੇ ਬੰਦੇ ਸੀ ਉਹਨਾਂ ਸਾਰੇ ਤੋਂ ਅਸਤੀਫੇ ਦਵਾਤੇ। ਉੱਥੇ ਬਟਾਲੇ 'ਚ ਤੁਸੀਂ ਅਸਤੀਫੇ ਦੇ ਦਿਓ ਕਿ ਜਾਂ ਤੇ ਵੀ ਟਿਕਟ ਚੇਂਜ ਕਰੋ, ਦਿਓ ਤ੍ਰਿਪਤ ਰਜਿੰਦਰ ਬਾਜਵਾ ਨੂੰ ਦੁਬਾਰਾ, ਜੇ ਨਹੀਂ ਦਿੰਦੇ ਤੇ ਅਸੀਂ ਇਹਦਾ ਵਿਰੋਧ ਕਰਾਂਗੇ। ਹੁਣ ਜਿਹੜੀ ਆਹ ਪਾੜੋ ਧਾਰ ਹੈ ਨਾ, ਇਹਨੂੰ ਸਾਂਭਣਾ ਕਾਂਗਰਸ ਲਈ ਬੜਾ ਔਖਾ। ਜਾਂ ਤਾਂ ਸਟੇਟ ਦਾ ਜਿਹੜਾ ਇੰਚਾਰਜ ਹੋਵੇ ਉਹ ਬਹੁਤਾ ਤੇਜ਼ ਹੋਵੇ, ਉਹ ਪਹਿਲਾਂ ਹੀ ਸਾਰਿਆਂ ਨੂੰ ਪਲੋਸ ਲਵੇ ਤੇ ਪਲੋਸ ਕੇ ਬੜੇ ਤਰੀਕੇ ਨਾਲ ਰੱਖ ਲਵੇ ਤੇ ਚੱਲ ਜਾਂਦਾ। ਜਦੋਂ ਕੈਂਡੀਡੇਟ ਜਿਹੜੇ ਆ ਤੁਸੀਂ ਨਵੇਂ ਲਿਆਉਣੇ ਆ, ਪੁਰਾਣੇ ਜਿਹੜੇ ਉਹ ਆਕੜ ਕੇ ਬਹਿ ਜਾਂਦੇ, ਜਾਂ ਜਿੱਥੇ 4-4 ਕੈਂਡੀਡੇਟ ਹੁੰਦੇ ਉੱਥੇ ਸਮੱਸਿਆ ਆਉਂਦੀ ਆ ਤੇ ਉਦੋਂ ਆ ਕੇ ਸਾਰਾ ਕੁਝ ਤੁਹਾਡੇ ਅੰਗੇਸਟ ਜਿਹੜਾ ਉਹ ਜਾਂਦਾ। ਇਹ ਕਾਂਗਰਸ ਤੇ ਜਾ ਰਿਹਾ। ਹੁਣ ਗੱਲ ਕਰ ਲਈਏ ਮਨਪ੍ਰੀਤ ਬਾਦਲ ਦੀ, ਫੇਰ ਜਾਵਾਂਗੇ ਰਾਹੁਲ ਗਾਂਧੀ ਵੱਲੋਂ। ਮਨਪ੍ਰੀਤ ਬਾਦਲ ਦੀ ਜਿਹੜੇ ਮੌਜੂਦਾ ਮੰਤਰੀ ਸੀ ਉਹਨਾਂ ਸਾਰਿਆਂ 'ਚ ਜੇ ਸਭ ਤੋਂ ਵੱਧ ਮਾੜੀ ਕਿਸਮਤ ਆ ਦੋ ਵਿਅਕਤੀਆਂ ਦੀ, ਤਾਂ ਉਹਨਾਂ ਦੇ ਵਿੱਚ ਇੱਕ ਅਰੁਣਾ ਚੌਧਰੀ ਦੀਨਾਨਗਰ ਤੋਂ ਤੇ ਦੂਜਾ ਮਨਪ੍ਰੀਤ ਬਾਦਲ। ਇਹ ਦੋ ਤਰੀਓ ਜਿੱਤ ਕੇ ਆਉਂਦੇ ਤੇ ਬਾਕੀ ਭਾਵੇਂ ਸਾਰੀ ਦੁਨੀਆ ਜਿੱਤ ਜਾਵੇ। ਜਿੱਦਾਂ ਨਾ ਕੋਈ ਮਾਂ ਆਪਦੀ ਨੂੰ ਪੁੱਛਦਾ ਸੀਗਾ, ਮਾਂ ਮੈਂ ਨੰਬਰਦਾਰ ਬਣਨਾ, ਕਹਿੰਦੀ ਪੁੱਤ ਅਜੇ ਤੇਰੀ ਵਾਰੀ ਨਹੀਂ ਆਈ। ਕਹਿੰਦਾ ਮਾਂ ਜੇ ਆ ਵੀ ਮਰ ਜਵੇ ਉਹ ਵੀ ਮਰ ਜਾਏ। ਉਹ ਕਹਿੰਦੀ ਬਹੁਤਾ ਰੌਲਾ ਨਾ ਪਾ, ਭਾਵੇਂ ਸਾਰਾ ਪਿੰਡ ਮਰ ਜਵੇ ਪਰ ਤੈਨੂੰ ਨੰਬਰਦਾਰੀ ਨਹੀਂ ਮਿਲਦੀ। ਠੀਕ ਹੈ, ਇਹ ਦੋ ਤਰੀਓ ਜਿੱਤ ਕੇ ਆਉਂਦੇ, ਬਾਕੀਆਂ ਦਾ ਮੈਂ ਕਹਿ ਨਹੀਂ ਸਕਦਾ। ਸਭ ਤੋਂ ਬੁਰੀ ਤਰ੍ਹਾਂ ਦੇ ਨਾਲ ਜੇ ਲੋਕ ਪੰਜਾਬ ਦੇ ਖਾਸ ਕਰ ਬਠਿੰਡਾ ਸ਼ਹਿਰੀ ਤੋਂ ਕਿਸੇ ਦੇ ਵਿਰੁੱਧ ਨੇ ਤੇ ਉਹ ਮਨਪ੍ਰੀਤ ਬਾਦਲ ਦੇ ਵਿਰੁੱਧ ਆ। ਮਨਪ੍ਰੀਤ ਬਾਦਲ ਨਹੀਂ ਜਿੱਤਦਾ, ਭਾਵੇਂ ਦੁਨੀਆ ਬਾਕੀ ਇੱਧਰ ਦੀ ਇੱਧਰ ਹੋ ਜਾਏ, ਜੋ ਮਰਜ਼ੀ ਹੋ ਜਾਵੇ। ਔਰ ਹੈਗੀ ਗੱਲ ਦੋਨਾਂ ਬਾਦਲਾਂ ਦੀ ਬਦਨਾਮੀ ਸੁਖਬੀਰ ਦੀ ਤੇ ਮਨਪ੍ਰੀਤ ਦੀ ਸਾਲੇ ਬਹੁਤ ਕਰਾਉਂਦੇ ਨੇ। ਕੰਧ ਖਾਧੀ ਨਹੀਂ ਮੈਂ ਉੱਥੇ ਆਉਣ ਲੱਗਾ। ਹੁਣ ਦੇਖੋ ਕੀ ਸੀਗਾ ਉਹ, ਠੀਕ ਆ ਹੁਣ ਜੋ ਮਰਜ਼ੀ ਬਣਿਆ ਫਿਰੇ। ਮਨਪ੍ਰੀਤ ਦੀ ਸੱਸ ਜਿਹੜੀ ਸੀਗੀ ਉਹ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਹੁੰਦੀ ਸੀ, ਸ਼ਿਵਿੰਦਰ ਕੌਰ ਜੋਲ ਫਿਰੋਜ਼ਪੁਰ ਤੋਂ। ਠੀਕ ਹੈ, ਉਹ ਕੀ ਹੋਈ ਕਿ ਬਾਦਲ ਸਾਹਿਬ ਨੂੰ 97 'ਚ ਕਹਿੰਦੀ ਮੈਨੂੰ ਟਿਕਟ ਦਿਓ। ਬਾਦਲ ਸਾਹਿਬ ਨੇ ਟਿਕਟ ਨਹੀਂ ਦਿੱਤੀ, ਕਹਿੰਦੀ ਮੈਂ ਤੁਹਾਡੀ ਕੁੜਮਣੀ ਆ। ਉਹ ਕਹਿੰਦਾ ਮੇਰੀ ਥੋੜੀ ਮੇਰੇ ਭਰਾ ਦੀ ਆ। ਉਹਨਾਂ ਟਿਕਟ ਨਹੀਂ ਦਿੱਤੀ, ਉਹ ਕਹਿੰਦਾ ਤੇਰੇ ਜਵਾਈ ਨੂੰ ਦੇ ਦਿੱਤੀ। ਉਹਦੇ ਤੋਂ ਕੁਛ ਨਹੀਂ ਹੋਇਆ, ਕਾਂਗਰਸ ਦੀ ਉਦੋਂ ਕੋਈ ਟਿਕਟ ਨਹੀਂ ਲੈਂਦਾ ਜੀ। ਉਹ ਜਾ ਕੇ ਫਿਰੋਜ਼ਪੁਰ ਸ਼ਹਿਰ ਦੀ ਟਿਕਟ ਜਿਹੜੀ ਸੀਗੀ ਉਹ ਕਾਂਗਰਸ ਵੱਲੋਂ ਲੈ ਗਈ, ਉਹ ਕਾਂਗਰਸ ਵੱਲੋਂ ਲੜੀ ਤੇ ਹਾਰ ਗਈ। ਠੀਕ ਹੈ, ਹੁਣ ਰਹਿ ਗਈ ਗੱਲ ਜੋ ਦੀ। ਹੁਣ ਗੱਲ ਇਹ ਆ ਕਿ ਤੁਹਾਨੂੰ ਇੱਕ ਲੋਕਾਂ 'ਚ ਫੇਸ ਆਪਣਾ ਲੈ ਕੇ ਜਾਣਾ ਪੈਂਦਾ। ਮਨਪ੍ਰੀਤ ਬਾਦਲ ਦਾ ਕੋਈ ਸਮਾਂ ਸੀਗਾ ਜਿਸ ਵੇਲੇ ਕੇਸ ਇਹਨੇ ਚਲੋ ਅੱਜ ਵੀ ਰੱਖੇ ਹੋਏ ਆ, ਪਰ ਦਾੜੀ ਇਹ ਬੰਨ ਕੇ ਰੱਖਦਾ ਸੀਗਾ। ਮੁੜ ਕੇ ਹੌਲੀ ਹੌਲੀ ਪਤੰਦਰ ਨੇ ਸਾਰਾ ਕੁਝ ਚੱਕ ਦਿੱਤਾ। ਹੁਣ ਜੋ ਆ ਉਹ ਵੀ ਉਸ ਤਰ੍ਹਾਂ ਫੇਰੀ ਫਿਰਦਾ। ਠੀਕ ਹੈ, ਬੀਨੂ ਆ ਤੇ ਬੀਨੂ ਨੇ ਵੀ ਪੋਨੀ ਬਣਾਤੀ। ਹੁਣ ਉਹ ਜਿਹੜਾ ਕੁਛ ਸੁਖਬੀਰ ਸਿੰਘ ਬਾਦਲ ਜਾਂ ਉਹਦੇ ਅੱਗੇ ਬੱਚੇ ਜਾਂ ਪ੍ਰਕਾਸ਼ ਸਿੰਘ ਬਾਦਲ ਤੇ ਜਾਂ ਹਰਸਿਮਰਤ ਕੌਰ ਬਾਦਲ ਜਿਹੜਾ ਚੁੰਨੀ ਸਿਰ ਤੇ ਰੱਖ ਕੇ ਵਿਚਰਦੀ ਆ, ਕਿਤੇ ਨਾ ਕਿਤੇ ਉਹ ਇੱਕ ਫੇਸ ਬਣ ਜਾਂਦਾ ਵਾ, ਜਿਹਨੂੰ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਆਪਣੇ ਵੱਲ ਨੂੰ ਖਿੱਚਦਾ ਵਾ। ਠੀਕ ਹੈ, ਉਹ ਇਹ ਨਹੀਂ ਬਣਾ ਸਕੇ। ਹੁਣ ਰਹਿ ਗਈ ਗੱਲ ਤੁਸੀਂ ਕੀਤੀ ਉਹ ਕਰਕੇ ਫੇਰ ਹੀ ਜਾਣਾ। ਹੁਣ ਹਾਲਾਤ ਕੀ ਬਣੂਗੀ ਅੰਮ੍ਰਿਤਸਰ 'ਚ? ਹੁਣ ਕਦੀ ਵੀ ਨਵਜੋਤ ਸਿੱਧੂ ਦਾ ਨਾਮ ਨਹੀਂ ਲੈਣਾ ਵਿਕਰਮਜੀਤ ਨੇ, ਉਹਨੇ ਕਹਿਣਾ ਠੋਕੋ ਤਾਲੀ। ਠੀਕ ਹੈ, ਤੇ ਹੁਣ ਉਹ ਕਿਹੜਾ ਘੱਟ ਆ, ਉਹਨੇ ਇੱਕੋ ਕਹਿਣਾ ਉਹ ਜਿਹੜਾ ਦਾਜ 'ਚ ਆਇਆ ਲੰਬੂ ਉਹ ਕਿੱਥੇ ਉਹ ਸਾਲਾ ਆਪਣਾ ਹੋਏ। ਉਹਨੂੰ ਜੇ ਕੋਈ ਪੱਤਰਕਾਰ ਪੁੱਛ ਵੀ ਲੈਂਦਾ ਨਾ ਅੱਗੇ ਪਤਾ ਕੀ ਜਵਾਬ ਦਿੰਦਾ ਨਵਜੋਤ ਸਿੱਧੂ? ਉਹ ਕਹਿੰਦਾ ਭਾਈ ਗੱਲ ਸੁਣੋ, ਉਹ ਸਾਰੇ ਨੂੰ ਸਾਲਾ ਨਹੀਂ ਕਵਾਂਗੇ, ਹੋਰ ਕਹਿੰਦਾ ਜੀਜਾ ਕਵਾਂਗੇ ਕਿ ਮਾਸੜ ਕਵਾਂ, ਦੱਸ ਕੀ ਕਵਾਂ ਹੈ। ਮਤਲਬ ਕਿਹੜੇ ਤਰੀਕੇ ਜੇ ਮੈਂ ਉਹੀ ਗੱਲ ਨਾ, ਹੁਣ ਪ੍ਰੋਬਲਮ ਕੀ ਆ ਬੜਾ ਪਰਸਨਲ ਹੋ ਜਾਂਦੇ ਆ। ਨਹੀਂ ਮੈਂ ਉਹੀ ਕਹਿੰਦਾ ਮਿਆਰ ਸਿਆਸਤ ਦੇ ਵਿੱਚ ਨਾ ਇੰਨਾ ਕੋ ਗਿਰ ਗਿਆ ਕਿ ਜਿਹਦਾ ਕੋਈ ਅੰਤ ਨਹੀਂ। ਚਲੋ ਆਪਾਂ ਹਾਸੇ ਖੇਡਾਂ 'ਚ ਓਦਾਂ ਕਿਤੇ ਬੰਦੇ ਨੂੰ ਕੁਛ ਕਹਿ ਜਾਓ ਵੱਖਰੀ ਗੱਲ ਆ, ਪਰ ਆਹ ਜਿਹੜੀ ਨਾ ਸਿਆਸਤ ਜਿਹੜੀ ਉਹਨੂੰ ਇੰਨੇ ਨੀਚੇ ਵਾਲੇ ਦਰਜੇ ਤੇ ਲੈ ਜਾਣੀ ਇਹਨਾਂ ਨੇ, ਉਹ ਚੰਗੀ ਨਹੀਂ ਲੱਗਦੀ। ਲੋਕ ਵੀ ਫਿਰ ਇਹਨਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਆ ਕਿ ਲੋਕਾਂ ਦਾ ਕੋਈ ਇਹਨਾਂ ਦਾ ਮਿਆਰ ਹੈ ਨਹੀਂਗਾ, ਇਹ ਆਪਣੇ ਆਪ ਤੋਂ ਆਪਣੇ ਅਖਲਾਕ ਤੋਂ ਜਿਹੜੇ ਉਹ ਗਿਰਦੇ ਜਾ ਰਹੇ ਆ। ਔਰ ਉਹ ਗਲਤ ਵੀ ਆ। ਲੋਕਾਂ ਇੱਕ ਗਲਤ ਮੈਸੇਜ ਜਾਂਦਾ ਜਿਹੜਾ ਕਿ ਜਾਣਾ ਨਹੀਂ ਚਾਹੀਦਾ, ਪਰ ਬਦਕਿਸਮਤੀ ਇਹ ਲੋਕ ਨਹੀਂ ਸੁਧਰਦੇ। ਹੁਣ ਰਹਿ ਗਈ ਗੱਲ ਰਾਹੁਲ ਗਾਂਧੀ ਦੀ। ਹੁਣ ਰਾਹੁਲ ਗਾਂਧੀ ਜਾਂ ਤਾਂ ਅੱਜ ਰਾਤ ਤੱਕ ਲਿਸਟ ਜਿੱਦਾਂ ਰਾਤੀ 1:30 ਵਜੇ ਜਾਰੀ ਕੀਤੀ ਆ ਤੇ ਉਦਾਂ ਅੱਜ ਵੀ ਰਾਤ ਨੂੰ 1:30 ਵਜੇ ਤੱਕ ਜਾਰੀ ਕਰੇ। ਕਿਉਂਕਿ ਸਵੇਰ ਤੋਂ ਪੰਜਾਬ ਆਉਣ ਤੋਂ ਪਹਿਲਾਂ ਨਾ ਹੁਣ ਨਿਬੇੜਨਗੇ ਲੱਗਦਾ। ਹਾਂ ਨਹੀਂ ਉਹ 8 ਹਲਕੇ ਰਹਿੰਦੇ ਆ,
ਇਹਨਾਂ 3 ਕੋ ਫਸੇ ਹੋਏ ਉਹਨਾਂ ਦਾ ਵੀ ਫੈਸਲਾ ਕਰਨਾ, 10-11 ਦਾ ਕਰਨਗੇ, ਕਿਉਂਕਿ ਮਹਿੰਦਰ ਸਿੰਘ ਖੇਤੀ ਨੂੰ ਸੈੱਟ ਕਰਨਾ ਪੈਣਾ। ਉਹ ਦੇਖੋ ਕਿੱਥੇ ਕਰਦੇ ਕੀ ਕਰਦੇ, ਕੋਈ ਨਾ ਕੋਈ ਵੇ ਆਊਟ ਕੱਢਣਗੇ। ਲੱਗੇ ਹੋਏ ਆ ਹੁਣ, ਜਿਸ ਤਰ੍ਹਾਂ ਬੂਟਾ ਸਿੰਘ ਦੀ ਬੇਟੀ ਸੀ ਤੇ ਉੱਥੇ ਮਲਕੀਤ ਸਿੰਘ ਦਾਖੇ ਹੋਣੀ ਸੀ ਜਗਰਾਉਂ ਤੇ, ਇਹਨਾਂ ਨੇ ਉਹ ਜੱਗੇ ਨੂੰ ਜਿਹੜਾ ਰਾਏਕੋਟ ਵਾਲਾ ਸੀ ਆਮ ਆਦਮੀ ਪਾਰਟੀ ਵਾਲਾ ਲਿਆਂਦਾ ਉਹਨੂੰ ਜਾ ਕੇ ਸ਼ਾਮਲ ਕਰਤਾ। ਹੁਣ ਭਗੌੜ ਸੀਟ ਇਹਨਾਂ ਦੀ ਅਜੇ ਫਸੀ ਪਈ ਆ, ਉੱਥੇ ਉਹਦਾ ਫੈਸਲਾ ਨਹੀਂ ਹੋਇਆ। ਇਸ ਤਰੀਕੇ ਨਾਲ 8 ਸੀਟਾਂ ਤਾਂ ਅਨਾਉਂਸ ਹੋਣੀਆਂ ਰਹਿੰਦੀਆਂ ਨੇ ਤੇ 8 ਦੇ ਨਾਲ ਇੱਥੇ ਪਟਿਆਲਾ ਸ਼ਹਿਰ ਆ। ਹੁਣ ਹਾਈ ਕਮਾਂਡ ਇੱਥੇ ਫਸੀ ਬੈਠੀ ਹੈ ਕਿ ਲਾਲ ਸਿੰਘ ਨੂੰ ਦਈਏ ਕਿ ਵਿਸ਼ਨੂੰ ਸ਼ਰਮਾ ਨੂੰ ਦਈਏ ਕਿ ਬ੍ਰਹਮਿੰਦਰੇ ਨੂੰ ਦਈਏ, ਇਸੇ ਤੇ ਫਸਿਆ। ਲਾਲ ਸਿੰਘ ਤਾਂ ਇੱਕ ਠੋਕ ਕੇ ਖੜ ਗਿਆ, ਕਹਿੰਦਾ ਦਿਓ ਟਿਕਟ, ਮੈਂ ਲੜੂੰਗਾ, ਮਹਿਲਾਂ ਤੋਂ ਮੁਕਤ ਕਰੂੰ ਕਾਂਗਰਸ। ਪਰ ਬ੍ਰਹਮ ਨਹੀਂ ਬੋਲ ਰਿਹਾ। ਠੀਕ ਹੈ, ਹੁਣ ਗੱਲ ਤੇ ਇਹ ਆ ਕਿ ਹੁਣ ਇਹ ਅੱਜ ਰਾਤ ਤੱਕ ਫੈਸਲਾ ਹੁੰਦਾ ਤੇ ਫੇਰ ਹੀ ਰਾਹੁਲ ਗਾਂਧੀ ਦਾ ਸਵੇਰੇ ਆਉਣ ਦਾ ਫਾਇਦਾ ਨਾ। ਗੱਲ ਇਹ ਆ ਕਿ ਜੇ ਆਂਡਿਆਂ 'ਚ ਚੂਚੇ ਨਿਕਲੇ ਨਾ ਹੁਣ, ਮੁਰਗੀ ਉਦਾਂ ਹੀ ਉੱਠ ਕੇ ਭੱਜ ਜਾਵੇ ਤੇ ਫੇਰ ਤਾਂ ਭਾਈ ਜਿਹੜਾ ਮਾਲਕ ਵੀ ਉਹਦੇ ਹੱਥ 'ਚ ਜਿਹੜੀ ਚੀਜ਼ ਆਈ ਉਹਨੇ ਮਾਰਨੀ ਠਾਹ ਦੇ ਕੇ, ਉਹਨੇ ਕਹਿਣਾ ਤੂੰ ਕਿੱਧਰ ਮੂੰਹ ਚੱਕਿਆ, ਤੈਨੂੰ ਬਿਠਾਇਆ ਕਿੱਥੇ ਸੀਗਾ, ਜਿਹੜੇ ਕੰਮ ਬਿਠਾਇਆ ਸੀ ਉਹ ਤਾਂ ਤੇਰਾ ਪੂਰਾ ਨਹੀਂ ਹੋਇਆ ਹੁਣ ਤੱਕ। ਇਸ ਕਰਕੇ ਚੂਚੇ ਅੱਜ ਰਾਤ ਤੱਕ ਨਿਕਲਣੇ ਜ਼ਰੂਰੀ ਆ। ਜੇ ਚੂਚੇ ਨਿਕਲਦੇ ਤਾਂ ਦੀ ਆਉਣ ਦਾ ਕੋਈ ਫਾਇਦਾ ਵਾ, ਅਦਰਵਾਈਜ਼ ਕੋਈ ਫਾਇਦਾ ਜਿਹੜਾ ਉਹ ਨਹੀਂ ਹੋਣਾ। ਜੀ ਸੁਰਿੰਦਰ, ਸੋ ਬਹੁਤ ਬਹੁਤ ਧੰਨਵਾਦ ਬਾਬਿਓ, ਹੁੰਦੀ ਮੁਲਾਕਾਤ ਫਿਰ ਕੱਲ। ਥੈਂਕ ਯੂ, ਸਤਿ ਸ੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ ਜੀ ਬਾਈ ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸਨ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮ ਨੂੰ 7:30 ਤੋਂ 9:30 ਪਟਿਆਲਾ ਸਟੂਡੀਓ 'ਚ ਮੈਂ ਪਰਮਿੰਦਰ ਸਿੰਘ ਤੁਹਾਡੇ ਨਾਲ ਜੁੜਦਾ ਤੇ ਸ਼ਾਮਾਂ ਨੂੰ ਬਾਈ ਜੀ ਐਡਵੋਕੇਟ ਸੁਰਿੰਦਰ ਜੁੜਦੇ ਆ ਤੇ ਹੌਲੀ ਹੌਲੀ ਸਵੇਰੇ ਵੀ ਸ਼ੁਰੂਆਤ ਕਰਾਂਗੇ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਤਾਂ ਆਪਣੀਆਂ ਲਾਈਨਾਂ ਇਸ ਵਕਤ ਥੋੜੀ ਦੇਰ ਖੁੱਲੀਆਂ ਨੇ। ਅੱਜ ਥੋੜੀ ਜਿਹੀ ਮਹਿਲਾਵਾਂ ਤੋਂ ਗੱਲਬਾਤ ਸ਼ੁਰੂ ਹੋਈ ਹੈ। ਅਸੀਂ ਜੇ ਪੁਰਾਣੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸ਼ੰਨੋ ਦੇਵੀ ਪੰਜਾਬ ਦੀ ਪਹਿਲੀ ਵਿਧਾਇਕ ਬਣੀ ਸੀਗੀ ਤੇ ਪਹਿਲੀ ਸਪੀਕਰ ਵੀ ਰਹੀ ਹੈ। ਸੋ ਇਸ ਮਾਮਲੇ ਦੇ ਵਿੱਚ ਇਹ ਮੁਲਤਾਨ ਦੀ ਸੁਲਤਾਨ ਵੀ ਰਹੀ ਹੈ, ਕਿਉਂਕਿ ਭਾਰਤ ਤੇ ਪਾਕਿਸਤਾਨ ਜਦੋਂ ਇਕੱਠੇ ਸੀਗੇ ਆਜ਼ਾਦੀ ਤੋਂ ਪਹਿਲਾਂ 1940 ਦੇ ਵਿੱਚ ਮੁਲਤਾਨ ਦੇ ਵਿੱਚ ਇਹ ਪਹਿਲੀ ਸੁਲਤਾਨ ਕਹਿ ਲਈਏ ਜਾਂ ਪਹਿਲੇ MLA ਕਹਿ ਲਈਏ ਹੋਣ ਦਾ ਰਿਕਾਰਡ ਵੀ ਸ਼ੰਨੂ ਦੇਵੀ ਨੇ ਬਣਾਇਆ ਸੀਗਾ ਤੇ ਜਿਸ ਦੇ ਵਿੱਚ ਖਾਸ ਕਰਕੇ ਔਰਤਾਂ ਲਈ ਪ੍ਰੇਰਨਾ ਦਾ ਸਰੂਪ ਸੀ। ਤੇ ਜਦੋਂ 1961 ਦੇ ਵਿੱਚ ਹਰਿਆਣਾ ਅਲੱਗ ਹੋਇਆ ਤੇ ਹਰਿਆਣੇ ਦੀ ਪਹਿਲੀ ਮਹਿਲਾ ਸਪੀਕਰ ਬਣਨ ਦਾ ਰਿਕਾਰਡ ਵੀ ਉਸ ਦੇ ਨਾਂ ਤੇ ਹੀ ਦਰਜ ਹੋਇਆ ਸੀ ਤੇ ਇਸ ਦੌਰਾਨ 2 ਵਾਰ ਪੰਜਾਬ ਦੀ ਪਹਿਲੀ ਮਹਿਲਾ ਡਿਪਟੀ ਸਪੀਕਰ ਰਹਿਣ ਦਾ ਮਾਣ ਵੀ ਇਸ ਨੂੰ ਹਾਸਲ ਹੋਇਆ ਸੀ। 1962 ਵਿਧਾਨ ਸਭਾ ਚੋਣਾਂ ਦੇ ਵਿੱਚ ਜਗਾਦਰੀ ਤੋਂ ਜਨਸੰਘ ਦੇ ਉਮੀਦਵਾਰ ਇੰਦਰ ਸੈਨ ਨੂੰ ਉਸਨੇ ਹਰਾਇਆ ਸੀ ਤੇ ਜਗਾਦਰੀ ਤੋਂ ਪਹਿਲੀ ਮਹਿਲਾ ਵਿਧਾਇਕ ਬਣਨ ਦਾ ਰਿਕਾਰਡ ਵੀ ਸ਼ੰਨੋ ਦੇਵੀ ਦੇ ਨਾਂ ਤੇ ਸੀ ਤੇ 1966 ਦੇ ਵਿੱਚ ਜਦੋਂ ਹਰਿਆਣਾ ਅਲੱਗ ਬਣਿਆ ਤਾਂ ਫਿਰ ਕਿਸੇ ਦੇਸ਼ ਦੀ ਵਿਧਾਨ ਸਭਾ ਦੇ ਵਿੱਚ ਇਹ ਪਹਿਲੀ ਸਪੀਕਰ ਵੀ ਬਣੀ ਸੀਗੀ ਤੇ ਭਾਰਤ ਪਾਕ ਵੰਡ ਦੇ ਦੌਰਾਨ ਇਸਨੇ ਆਪਣਾ ਕਾਲਰ ਜੁੜੇ ਨੇ, ਮੈਂ ਕਾਲ ਲੈ ਲਾਂ ਪਲੀਜ਼, ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ। ਸ਼ੇਰਗਿੱਲ ਸਾਹਿਬ ਸਵਾਗਤ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਮੈਂ ਇਹ ਗੱਲ ਕਰੂੰਗਾ ਜਿਵੇਂ ਲੇਡੀਜ਼ ਬਾਰੇ ਗੱਲ ਹੋ ਰਹੀ ਆ ਨਾ, ਤੇ ਬਾਈ ਜੀ ਲੇਡੀ ਦਾ ਆਪਾਂ ਨੂੰ ਸਨਮਾਨ ਕਰਨਾ ਚਾਹੀਦਾ ਸਰੋ ਸਾਰੇ ਆਪਣੇ ਧਰਮ ਦੇ ਮੁਤਾਬਕ ਵੀ ਜਾਂ ਉਂਝ ਵੀ ਇਖਲਾਕ ਤੌਰ। ਪਰ ਬਾਈ ਜੀ ਮੈਂ ਤਾਂ ਇੱਕ ਕਹੂੰਗਾ ਵੀ ਇਹ ਕਿਉਂ ਨਹੀਂ ਧਾਰਨਾ ਮੰਨਦੇ ਵੀ ਸਾਰੀ ਮਨੁੱਖਤਾ ਦਾ ਹੀ ਸਨਮਾਨ ਆਪਾਂ ਨੂੰ ਆਦਰ ਸਤਿਕਾਰ ਕਰਨਾ ਚਾਹੀਦਾ, ਭਾਵੇਂ ਉਹ ਲੇਡੀਜ਼ ਨੇ ਜੈਂਡਰ ਦਾ ਕੀ ਰੌਲਾ, ਰਾਈਟ? ਭਾਵੇਂ ਇਹਦਾ ਮਤਲਬ ਥੋੜਾ ਜਿਹਾ ਜੈਂਡਰ ਆ ਤਾਂ ਉਹਦੀ ਮਤਲਬ ਬਿਨਾਂ ਗੱਲ ਤੋਂ ਬੇਇੱਜ਼ਤੀ ਕਰ ਦਿਓ। ਪਰ ਬਾਈ ਜੀ ਜਿਹੜਾ ਹੇਜ ਇਹਨਾਂ ਨੂੰ ਜਾਗਦਾ ਹੈ, ਆਹ ਜਿਹੜੇ ਮਤਲਬ ਹੈਗੇ ਵੀ ਕਹਿੰਦੇ ਟਿਕਟਾਂ ਨਹੀਂ ਮਿਲੀਆਂ, ਬਾਈ ਜੀ ਜੇ ਮੈਂ ਤਾਂ ਮੇਰਾ ਮੰਨਣਾ ਇਉਂ ਹੈ ਵੀ ਕਿਉਂ ਨਹੀਂ ਇਹ ਇਸ ਗੱਲ ਨੂੰ ਮੰਨਦੇ ਵੀ ਜੇ ਔਰਤ ਹੈ, ਜੇ ਉਹ ਕਿਸੇ ਲੋਟੂ ਧਾੜੇ ਨਾਲ ਖੜੀ ਹੈ ਤੇ ਲੋਕਾਂ ਦਾ ਖੂਨ ਚੂਸ ਰਹੀ ਹੈ ਤੇ ਲੋਕਾਂ ਤੇ ਜ਼ੁਲਮ ਕਰ ਰਹੀ ਹੈ ਤੇ ਉਹ ਉਸ ਗੱਲ ਦੀ ਭਾਗੀਦਾਰ ਬਣਦੀ ਹੈ ਤੇ ਫਿਰ ਉਹ ਨਿੰਦਣਾ ਵੀ ਕਿਹੜੀ ਮਾੜੀ ਗੱਲ ਹੈ ਬਾਈ ਜੀ? ਕੋਈ ਮਾੜੀ ਦੇਖੋ ਗੁਰਬਾਣੀ ਚ ਬਿਲਕੁਲ ਗੁਰਬਾਣੀ ਚ ਹੀ ਆਉਂਦਾ ਜਦੋਂ ਉਹਨੂੰ ਵੀ ਨਿੰਦੋ ਤੇ ਇਹ ਚਾਰੇ ਲੱਤਾਂ ਚੌਕੇ ਪੈ ਜਾਂਦੇ ਆ ਬਈ ਸਾਡੀ ਤਾਂ ਔਰਤ ਹੈ, ਸਾਨੂੰ ਰਹਿਤਾ ਕਿਉਂ ਨਾ ਨਿੰਦੀਏ, ਭਾਵੇਂ ਮਨੁੱਖ ਬੰਦਾ ਖੜਾ ਭਾਵੇਂ ਔਰਤ ਖੜੀ ਯਾਰ। ਜਿਹੜਾ ਗਲਤ ਹੈ ਦੇਖੋ ਸ਼ੇਰਗਿੱਲ ਸਾਹਿਬ, ਤੁਹਾਡੀ ਗੱਲ ਨੂੰ ਮੈਂ ਵੱਡੀ ਕਰ ਦਿਆਂ। ਹੁਣ ਜਿਵੇਂ ਸੋ ਕਿਉਂ ਮੰਦਾ ਆਖੀਏ ਜਿੱਤ ਜਮੇ ਰਜਾਨ, ਔਰਤ ਨੂੰ ਸਤਕਾਰ ਵੀ ਹੈ ਪਰ ਉਹ ਖਸਮ ਬਸਾਰੇ ਤੇ ਕਮ ਜਾਤ ਹੈ ਨਾ, ਉਹ ਵੀ ਗੁਰਵਾਕ ਹੈ ਕਿ ਜਿਹੜੀ ਇੱਕ ਮਿਆਰ ਤੋਂ ਡਿੱਗਦੀ ਹੈ ਉਹ ਵੀ ਕਮਜਾਤ ਕਿਹਾ ਗਿਆ, ਇਹ ਵੀ ਗੁਰਬਾਣੀ ਚ ਹੀ ਆਉਂਦਾ ਨਾ, ਖਸਮ ਬਸਾਰੇ ਤੇ ਕਮਜਾਤ। ਕਮ ਜਾਤ ਮਤਲਬ ਇਹ ਨਹੀਂ ਕਿ ਉਹ ਗਾਲ ਨਹੀਂ ਹੈਗੀ, ਇੱਕ ਹੁੰਦੀ ਹੈ ਜਾਤ ਕੈਟਾਗਰੀ, ਇੱਕ ਕਮ ਜਾਤ ਵੀ ਮਤਲਬ ਨੀਵੀਂ ਜਾਤ ਦਿਖਾ ਰਹੀ ਇੱਕ ਮਨੁੱਖੀ ਮਿਆਰ ਤੋਂ। ਸੋ ਇਸ ਕਰਕੇ ਜਿਵੇਂ ਹੁਣ ਅਸੀਂ ਦੀਨ ਨੂੰ ਤਵੱਜੋ ਦਿੰਦੇ ਹਾਂ, ਇਹ ਸਾਡੀ ਮਤਲਬ ਨੌਲੇਜ ਦੀ ਘਾਟ ਹੈ, ਸਾਡੇ ਕੋਲ ਗਿਆਨ ਦੀ ਘਾਟ ਹੈ। ਹੁਣ ਜਿਹੜੇ ਬੂਟਿਆਂ ਦਾ ਸਾਨੂੰ ਪਤਾ ਨਹੀਂ, ਆਪਾਂ ਅੱਜ ਕੱਲ੍ਹ ਐਡਵਰਟਾਈਜ਼ ਪੜ੍ਹਦੇ ਹਾਂ ਪੰਜਾਬੀ ਚ ਆਮ ਵਰਤਿਆ ਕਿ ਨਦੀਨ ਨਾਸ਼ਕ ਦੇ ਦਿਓ ਜੀ, ਯਾਨੀ ਜਿਹੜੇ ਘਾਹ ਦਾ ਜਿਹੜੀ ਬਨਸਪਤੀ ਦਾ ਸਾਨੂੰ ਗਿਆਨ ਨਹੀਂ,
ਉਹਨਾਂ ਨੂੰ ਅਸੀਂ ਨਦੀਨ ਕਹਿੰਦੇ ਆ, ਬੇਦੀਨੇ ਕਹਿੰਦੇ ਆ ਕਿ ਇਹਨਾਂ ਦਾ ਕੋਈ ਦੀਨ ਨਹੀਂ। ਕਸੂਰ ਉਹਨਾਂ ਘਾਹ ਦਾ ਨਹੀਂ ਹੈ, ਕਸੂਰ ਸਾਡਾ ਕਿ ਸਾਨੂੰ ਉਸ ਘਾਹ ਬਾਰੇ ਗਿਆਨ ਹੀ ਨਹੀਂ ਹੈ ਕਿ ਇਹ ਕਾਹਦੀ ਫਸਲ ਹੈ ਨਾ। ਕਿੰਨੇ ਦੇਸੀ ਚੀਜ਼ਾਂ ਨੇ। ਹੁਣ ਹੌਲੀ ਹੌਲੀ ਜਿਉਂ ਮਨੁੱਖਤਾ, ਹੁਣ ਤੁਸੀਂ ਵੇਖੋ ਕਿ ਅਮਰੀਕਾ ਕੈਨੇਡਾ ਇਹਨਾਂ ਮੁਲਕਾਂ ਨੇ ਕਿੰਨੇ ਬੂਟਿਆਂ ਦਾ, ਕਿੰਨੇ ਫੁੱਲਾਂ ਦੇ ਨਾਂ ਲੱਭੇ ਨੇ, ਤੇ ਸਾਡਾ ਈਵਨ ਪੰਜਾਬ ਦਾ ਜਿਹੜਾ ਸਾਡਾ ਗਿਆਨ ਹੈ ਉਹ ਬਹੁਤ ਥੋੜ੍ਹੀਆਂ ਫਸਲਾਂ ਬਾਰੇ ਜਾਣਦੇ ਆ। ਬਾਕੀ ਦੇ ਸਾਰੇ ਘਾਹ ਫੂਸ ਨੂੰ ਅਸੀਂ ਨਦੀਨ ਤਾਂ ਕਹਿੰਦੇ ਕਿ ਸਾਨੂੰ ਉਹਦੇ ਬਾਰੇ ਗਿਆਨ ਨਹੀਂ ਹੈ। ਅਸੀਂ ਉਹਨਾਂ ਨੂੰ ਬਿਨਾਂ ਦੀਨ ਤੋਂ ਬਣਾ ਦਿੱਤਾ ਕਿ ਉਹਦਾ ਕੋਈ ਦੀਨ ਨਹੀਂ ਹੈ, ਨਾ ਦੀਨ। ਸੋ ਉਹਨੂੰ ਮਤਲਬ ਅਸੀਂ ਨਦੀਨ ਨਾਸ਼ਕ ਸੜਕਦੇ ਹਾਂ। ਸੋ ਇਸ ਕਰਕੇ ਭਾਵੇਂ ਇਨਸਾਨ ਜੇ ਚੰਗਾ ਜਾਂ ਮੰਦਾ ਹੈ, ਔਰਤ ਜੇ ਚੰਗੀ ਹੈ ਤਾਂ ਉਹਦਾ ਸਤਿਕਾਰ ਵੀ ਹੈ, ਜੇ ਉਹ ਮੰਦੀ ਹੈ ਤਾਂ ਖਸਮ ਵਸਾਰੇ ਤੇ ਕਮਜਾਤ ਵੀ ਹੈ। ਉਹ ਇਹ ਗੁਰਵਾਕ ਵੀ ਸਾਨੂੰ ਇਹ ਚੀਜ਼ ਦੀ ਆਗਿਆ ਦਿੰਦੇ ਨੇ। ਸੋ ਜੇ ਕੋਈ ਮਾੜਾ ਕੰਮ ਕਰਦੀ ਹੈ ਨਾ, ਫਿਰ ਆਪਾਂ ਉਹ ਕਹਿੰਦੇ ਨਾ ਆਮ ਫੋਕਲੋਰ ਚ ਵੀ ਕਿ ਲੁੱਚੇ ਲੰਡੇ ਚੌਧਰੀ ਗੁੰਡੀ ਰਣ ਪ੍ਰਧਾਨ। ਸੋ ਇਹ ਇੱਕ ਲਾਈਫ ਦਾ ਫੈਕਟਰ ਹੈ ਨਾ ਜੀ ਸ਼ੇਰੂ ਸਾਹਿਬ। ਬਿਲਕੁਲ ਬਿਲਕੁਲ ਬਾਈ ਜੀ, ਤੁਸੀਂ ਸੱਚ ਕਿਹਾ, ਪਰ ਗੱਲ ਤਾਂ ਪਰਖਣ ਦੀ ਲੋੜ ਹੈ ਬਾਈ ਜੀ। ਇਹ ਸਾਡੀਆਂ ਅੱਖਾਂ ਹੀ ਨਹੀਂ ਜਦੋਂ ਪਰਖਣ ਵਾਲੀਆਂ ਤੇ ਅਸੀਂ ਐਵੇਂ ਧੂੜਵਾਈ ਪੜਦੇ ਫਿਰਦੇ ਆ ਬਾਈ ਜੀ। ਮੈਂ ਦੂਜੀ ਗੱਲ ਕਰੂੰਗਾ, ਜਿਹੜੇ ਹੁਣ ਲੀਡਰ ਲਾਣਾ ਹੈ ਜਿਹਦੀ ਆਪਾਂ ਹੁਣੇ ਬਾਈ ਜੀ ਸੁਰਿੰਦਰ ਵੀ ਗੱਲ ਕਰਕੇ ਬਈ ਉਹ ਰਸ ਗਿਆ ਇੱਕ। ਬਾਈ ਜੀ ਮੈਨੂੰ ਇੱਕ ਹੈਰਾਨੀ ਵਾਲੀ ਗੱਲ ਹੈ, ਇਹ ਜਦੋਂ ਹੁਣ ਜਾਂਦੇ ਆ ਵੋਟਾਂ 'ਚ ਇਹ ਕਹਿੰਦੇ ਸਾਨੂੰ ਸੇਵਾ ਦਾ ਮੌਕਾ ਦਿਓ। ਸੇਵਾ ਦਾ ਜੀ ਆਪਣੇ ਇੱਕ ਧਾਰਨਾ ਬਣੀ ਸੀ ਬਾਈ ਜੀ, ਜਦੋਂ ਆਪਾਂ ਪਿੰਡਾਂ 'ਚ, ਆਪਾਂ ਵੀ ਕਾਲਜਾਂ 'ਚ ਪੜ੍ਹਦੇ ਰਹੇ ਆ, ਪਿੰਡਾਂ 'ਚ ਜੇ ਕਿਸੇ ਨੂੰ ਸਾਂਝੇ ਤੇ ਕਰੇ ਨਾ, ਉਹ ਬੰਦਾ ਜਾਗਦਾ ਹੁੰਦਾ ਸੀ ਵੀ ਮੇਰੇ ਤੋਂ ਕਿਤੇ ਗਲਤੀ ਨਾ ਹੋ ਜਾਏ, ਯਾਰ ਮੈਂ ਨਹੀਂ ਪ੍ਰਧਾਨ ਬਣਨਾ, ਮੈਂ ਨਹੀਂ, ਮੇਰੇ ਤੋਂ ਏਡੀ ਵੱਡੀ ਸੇਵਾ ਨਹੀਂ ਸਾਂਭੀ ਜਾਣੀ। ਇਹ ਦੇਖੋ ਏਡੇ ਢੀਠ ਜੇ ਹੋ ਕੇ ਸੇਵਾ ਮੰਗਦੇ ਆ, ਸੇਵਾ ਕਰਨ ਲਈ ਮੰਗਦੇ ਆ, ਹੱਥ ਜੋੜਦੇ ਆ, ਤੇ ਮੁੜ ਕੇ ਲੋਕ 5 ਸਾਲ ਲੋਕਾਂ ਤੋਂ ਸੇਵਾ ਕੀ ਕਰਨੀ, ਆਪ ਦੀ ਸੇਵਾ ਕਰਾਉਂਦੇ ਆ ਬਾਈ ਜੀ। ਸੋ ਇਹਨਾਂ ਨੂੰ ਇਹ ਢੀਠਪੁਣਾ ਜਿਹਾ ਬਾਈ ਜੀ, ਸਾਰੇ ਪਤਾ ਨਹੀਂ ਸਾਡੀ ਜਨਤਾ ਕਦੋਂ ਸਮਝੂ ਬਾਈ ਜੀ ਇਹਨਾਂ ਨੂੰ। ਇਹਦੇ ਪਿੱਛੇ ਹੀ ਫਲਾਨਾ ਚੱਕਦਾ ਜੀ, ਫਲਾਨੇ ਤੋਂ ਅਮੀਰ ਜਿੱਤ ਦਾ ਉਮੀਦਵਾਰ ਖੜਾ ਕਰਤਾ, ਫਲਾਨੇ ਦਾ ਉਹਦੀਆਂ ਵੋਟਾਂ ਤੋੜ ਲੀਆਂ, ਇਸੇ ਨੂੰ ਸਹਿਜੀ ਸਮਝਦੇ ਆਪਣੇ ਬਾਈ ਜੀ। ਮਾੜੀ ਗੱਲ ਆ ਮੇਰਾ ਖਿਆਲ, ਉਹਨਾਂ ਚਿਰ ਬਾਈ ਜੀ ਆਪਣਾ ਕੁਛ ਨਹੀਂ ਬਣਨਾ ਜਿੰਨਾ ਚਿਰ ਆਪਾਂ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ। ਭਾਵੇਂ ਲੱਖ ਕਹੀ ਜਾਓ ਵੀ ਆਦਾ ਚਿਹਰੇ ਤੌਰ ਤੇ ਆਪਦੀ ਕਰੀ ਜਾਣ, ਸਿੱਧੂ ਆ ਜੂਗੀ, ਭਗਵੰਤ ਮਾਨ ਆ ਜੂ ਜੀ, ਕੋਥੋਂ ਦੂਜਾ ਹੋ ਜੂ, ਕੁਛ ਨਹੀਂ ਬਣਨਾ ਬਾਈ ਜੀ। ਇਹ ਸਭ ਤੇ ਸਿਰਫ ਤੁਹਾਨੂੰ ਸੇਵਾ ਦੇ ਨਾਂ ਤੇ ਲੁੱਟਦੇ ਰਹਿਣਗੇ, ਇੰਨੇ ਕਹੂੰਗਾ ਬਾਈ। ਥੈਂਕ ਯੂ ਸ਼ੇਰ ਸਾਹਿਬ, ਥੈਂਕ ਯੂ, ਮਿਹਰਬਾਨੀ। ਸੋ ਆਪਣੀ ਗੱਲਬਾਤ ਚੱਲ ਰਹੀ ਸੀ ਸ਼ਨੋ ਦੇਵੀ ਬਾਰੇ, ਜਿਹੜੇ ਨੇ ਮਾਣ ਹਾਸਲ ਕੀਤਾ ਇਸ ਔਰਤ ਨੇ ਤੇ ਵਿਧਾਇਕ ਦੇ ਰੂਪ ਦੇ ਵਿੱਚ ਰਾਜਨੀਤਿਕ ਕੈਰੀਅਰ ਸ਼ੁਰੂ ਕੀਤਾ। ਆਜ਼ਾਦੀ ਤੋਂ ਬਾਅਦ ਵੀ ਉਸਦੇ ਰਿਕਾਰਡ ਬਰਕਰਾਰ ਰਹੇ। ਆਜ਼ਾਦੀ ਤੋਂ ਪਹਿਲਾਂ ਉਹ ਮੁਲਤਾਨ ਦੀ ਪਹਿਲੀ ਐਮਐਲਏ ਬਣੀ, 1951 ਦੇ ਵਿੱਚ ਅੰਮ੍ਰਿਤਸਰ ਦੀ ਪਹਿਲੀ ਐਮਐਲਏ ਬਣੀ, ਵਿਧਾਇਕ ਬਣੀ, ਤੇ ਪੰਜਾਬ ਦੀ ਪਹਿਲੀ ਡਿਪਟੀ ਸਪੀਕਰ ਦਾ ਰਿਕਾਰਡ ਵੀ ਉਸ ਦਾ ਰਿਹਾ। ਪੰਜਾਬ ਦੇ ਵਿੱਚ ਦੂਸਰੀ ਮਹਿਲਾ ਡਿਪਟੀ ਸਪੀਕਰ ਨਹੀਂ ਬਣੀ, ਉਹ ਰਿਕਾਰਡ ਉਹਦਾ ਅਜੇ ਵੀ ਕਾਇਮ ਹੈ। ਸੋ ਇਸ ਦੌਰਾਨ 1940 ਦੇ ਵਿੱਚ ਉਹ ਮੁਲਤਾਨ ਤੋਂ ਜਿੱਤੀ, ਉੱਥੋਂ ਦੀ ਐਮਐਲਏ ਬਣੀ, ਤੇ ਇਸ ਦੌਰਾਨ ਜਿਹੜਾ ਉਸਨੇ ਆਪਣਾ ਜਿਹੜੇ ਇਸ ਤਰ੍ਹਾਂ ਦੇ ਰਿਕਾਰਡ ਰਹੇ। ਸੋ ਇਸੇ ਸਾਲ ਉਹ ਪੰਜਾਬ ਦੀ ਪਹਿਲੀ ਮਹਿਲਾ ਵਿਧਾਇਕ ਬਣੀ ਅੰਮ੍ਰਿਤਸਰ ਤੋਂ, ਤੇ ਇਸ ਦੌਰਾਨ ਉਸ ਦਾ ਨਾਂ ਪੰਜਾਬ ਦੀ ਮਹਿਲਾ ਡਿਪਟੀ ਸਪੀਕਰ ਦੇ ਤੌਰ ਤੇ ਰਿਕਾਰਡ ਹੋਇਆ। 1961 ਦੇ ਵਿੱਚ ਜਦੋਂ ਹਰਿਆਣਾ ਅਲੱਗ ਹੋਇਆ ਤਾਂ ਉਹ ਹਰਿਆਣੇ ਦੀ ਪਹਿਲੀ ਮਹਿਲਾ ਸਪੀਕਰ ਦਾ ਰਿਕਾਰਡ ਉਸ ਦੇ ਨਾਂ ਤੇ ਦਰਜ ਹੋਇਆ। ਅੰਗਰੇਜ਼ੀ ਹਕੂਮਤ ਦੇ ਦੌਰਾਨ ਸਾਲ 1940 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਉਸਨੇ ਮੁਲਤਾਨ ਸੀਟ ਹੈ ਜਿਹੜੀ ਆਪਣਾ ਪਾਕਿਸਤਾਨ ਦੀ, ਉੱਥੋਂ ਦੇ ਸਰ ਗੰਗਾ ਰਾਮ ਜਿਨ੍ਹਾਂ ਦੇ ਨਾਂ ਤੇ ਹਸਪੀਟਲ ਹੈ, ਗੰਗਾ ਰਾਮ ਦੇ ਬੇਟੇ ਨੂੰ 6000 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ ਤੇ ਪਹਿਲੀ ਵਿਧਾਇਕ ਦੇ ਤੌਰ ਤੇ ਉਹ ਚੁਣੀ ਗਈ ਸੀ। 1946 ਦੇ ਵਿੱਚ ਉਹ ਫਿਰ ਮੁਲਤਾਨ ਤੋਂ ਦੂਜੀ ਵਾਰੀ ਵਿਧਾਇਕ ਚੁਣੀ ਗਈ ਤੇ ਇੱਕ ਵਿਧਾਇਕ ਦੇ ਤੌਰ ਤੇ ਮੁਲਤਾਨ ਦੇ ਵਿੱਚ ਉਸ ਜ਼ਮਾਨੇ ਦੇ ਵਿੱਚ ਸਿੱਖਿਆ ਤੇ ਮਹਿਲਾ ਸਸ਼ਕਤੀਕਰਨ ਦੇ ਉੱਤੇ ਸ਼ਨੋ ਦੇਵੀ ਨੇ ਬਹੁਤ ਕੰਮ ਕੀਤਾ। ਜਲੰਧਰ ਦੇ ਕੰਨਿਆ ਮਹਾਵਿਦਿਆਲਿਆ ਤੋਂ ਪੜ੍ਹੀ ਸੀ ਤੇ ਇਸੇ ਕੰਨਿਆ ਮਹਾਵਿਦਿਆਲਿਆ ਦੀ ਪ੍ਰਿੰਸੀਪਲ ਵੀ ਬਣੀ। ਸ਼ਨੋ ਦੇਵੀ ਦੀਆਂ ਜਿਹੜੀਆਂ ਕਾਰਜਸ਼ੈਲੀ ਤੇ ਉਹਦੀ ਰਾਸ਼ਟਰ ਭਗਤੀ ਤੇ ਉਹਦਾ ਜਿਹੜਾ ਇਸ ਦੌਰਾਨ ਇੱਕ ਮੁੱਖ ਕੇਂਦਰ ਜਿਹੜਾ ਉਹ ਜਲੰਧਰ ਉਸ ਦਾ ਰਿਹਾ। ਇਸੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ ਚੰਦ ਨੂੰ ਵੀ ਉਹਨਾਂ ਨੇ ਹਰਾਇਆ। ਭਾਰਤ ਪਾਕ ਵੰਡ ਤੋਂ ਬਾਅਦ ਸ਼ਨੋ ਦੇਵੀ ਨੇ 1951 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਅੰਮ੍ਰਿਤਸਰ ਸੀਟ ਤੋਂ ਜਨਸੰਘ ਦੇ ਆਰਐਸਐਸ ਜਨਸੰਘ ਹੁੰਦੀ ਸੀ, ਉਦੋਂ ਬੀਜੇਪੀ ਜਨਸੰਘ ਹੁੰਦੀ ਸੀ, ਜਨਸੰਘ ਦੇ ਪ੍ਰਕਾਸ਼ ਚੰਦ ਨੂੰ ਹਰਾਇਆ ਸੀ ਤੇ 12496 ਵੋਟਾਂ ਤੇ ਜਿੱਤੀ ਸੀ, ਜਦੋਂ ਕਿ ਪ੍ਰਕਾਸ਼ ਚੰਦ ਜਨਸੰਘ ਦੇ ਉਮੀਦਵਾਰ ਨੂੰ ਸਿਰਫ 4000 ਵੋਟਾਂ ਮਿਲੀਆਂ ਸੀ। ਇਸ ਕਰਕੇ ਪੁਰਾਣਾ ਇਤਿਹਾਸ ਵੀ ਹੈ ਕਿ ਬਹੁਤ ਸਾਰੀਆਂ ਪੰਜਾਬਣ ਮਹਿਲਾਵਾਂ ਨੇ ਬੜਾ ਬਾਕਮਾਲ ਕੰਮ ਵੀ ਕੀਤਾ। ਬਲਵਿੰਦਰ ਵੀ ਸਵਾਗਤ, ਸਤਿ ਸ਼੍ਰੀ ਅਕਾਲ। ਹੈਲੋ, ਅੱਛਾ ਇੱਕ ਸੈਕਿੰਡ ਬਲਵਿੰਦਰ ਜੀ ਹੋਲਡ ਰੱਖੋ ਪਲੀਜ਼। ਅਗਲੇ ਕਾਲਰ 21 ਨੰਬਰ, ਵੈਲਕਮ ਜੀ। ਸਾਰੀ ਬੋਲਦਾ ਅੰਦਰ ਤੋਂ
ਹਾਂਜੀ ਅਹਿਮਦਗੜ੍ਹ ਤੋਂ ਅੰਸਾਰੀ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ। ਹਾਂਜੀ ਸਰ ਜੀ, ਆਹ ਕਹਾਂ ਜਿਸ ਤਰ੍ਹਾਂ ਬਹੁਤ ਵੱਡਾ ਇੱਕ ਉਹ ਕਹਿੰਦੇ ਨਹੀਂ ਹੁੰਦੇ ਥਾਲ ਦੇ ਵਿੱਚ ਪ੍ਰਾਂਤ ਦੇ ਵਿੱਚ ਮਖਾਣੇ ਸੁਹਾਰੇ ਮੇਥੀਆਂ ਇਕੱਠਾ ਹੀ ਭਰ ਲਿਆਉਂਦੇ ਨੇ ਸੁਰਿੰਦਰ ਭਾਜੀ ਜੀ। ਬਹੁਤ ਹੀ ਇਹਨਾਂ ਦੇ ਬਗੈਰ ਪ੍ਰੋਗਰਾਮ ਵੀ ਕੁਛ ਉਹ ਰਹਿਣਾ ਸੀ। ਚਲੋ ਤੁਸੀਂ ਕੋਸ਼ਿਸ਼ ਤਾਂ ਕਰਦੇ ਰਹਿੰਦੇ ਜੀ। ਬੰਦੇ ਪਿਆਰ ਸਤਿਕਾਰ ਦੇ ਨਾਲ ਕਈ ਬੰਦੇ ਕਸਟਮਰ ਬੈਠ ਕੇ ਸੁਣਦੇ ਨੇ, 5-6 ਜਣੇ ਸੁਣਦੇ ਸੀ। ਜਦੋਂ ਇਹ ਸੀਟਾਂ ਦੀ ਗੱਲ ਕਰਦੇ ਸੀ, ਜੋ ਇਹਨਾਂ ਨੇ ਅਮਰਗੜ੍ਹ ਦੀ ਗੱਲ ਕਰੀ, ਅਸੀਂ ਕਿਹਾ ਵੀ ਵਿਚਾਰ ਦਈਏ ਪਰ ਵੀ ਪ੍ਰੋਗਰਾਮ ਹੀ ਸੁਣੀਏ। ਅਮਰਗੜ੍ਹ ਦੀ ਸਰ ਜੇ ਗੱਲ ਕਰੀਏ ਕਿ ਨਾ ਧਮਾਨ ਸਾਹਿਬ ਪਹਿਲਾਂ ਆਪਣੇ ਦਿੜਵੇ ਤੋਂ ਰਹੇ, 1-2 ਵਾਰ ਇਹ ਜਿੱਤ ਰਹੇ, ਫਿਰ ਉਸ ਤੋਂ ਬਾਅਦ ਦੇ ਵਿੱਚੋਂ ਇਹਨਾਂ ਨੂੰ ਅਮਰਗੜ੍ਹ ਤੋਂ ਪਹਿਲਾਂ 1 ਵਾਰ ਹਾਰ ਕੇ ਸੀ, ਦੁਬਾਰਾ ਫਿਰ ਇਹ ਇੱਥੇ ਜਿੱਤੇ ਨੇ। ਇਹਨਾਂ ਨੂੰ ਸਾਰੇ ਜਦੋਂ ਵੀ ਕਿਸੇ ਨੇ ਕੰਮ ਕਹਿਣਾ ਦੱਸਣਾ ਅਮਰਗੜ੍ਹ ਦੇ ਲਈ ਇਹਨਾਂ ਸੰਪਰਕ ਕਰਨਾ ਧਮਾਨ ਸਾਹਿਬ ਨਾਲ, ਤਾਂ ਇਹਨਾਂ ਨੇ ਕਹਿਣਾ ਤੇਜੀ ਨੂੰ ਮਿਲ ਲਓ। ਲੋਕ ਡੀਕਾਂ ਕਰਦੇ ਸੀ ਵੀ ਜੇ ਇਹਨੂੰ ਪੈਸੇ ਨਹੀਂ ਮਿਲੇ ਤਾਂ ਲੋਕ ਕਹਿੰਦੇ ਵੀ ਜਦੋਂ ਵੋਟਾਂ ਲੈਣ ਆਵੇ ਤਾਂ ਅਸੀਂ ਕਹਿੰਦੇ ਵੀ ਵੋਟਾਂ ਤੇਜੀ ਨੂੰ ਪਾਵਾਂਗੇ। ਵੀ ਵੋਟ ਮੰਗਣ ਤੋਂ ਆਇਆ ਸੀ ਕਿ ਤੇਜੀ ਆਇਆ ਸੀ। ਤੇਜੀ ਕਮਾਲਪੁਰ ਕੋਈ ਇਹਨਾਂ ਦੇ ਕਾਰੋਬਾਰ ਦੇ ਵਿੱਚ ਕੰਮ ਕਰਦਾ ਸੀ। ਉਹ ਬੰਦੇ ਨੇ ਕੀ ਕੀਤਾ, ਇੱਥੇ ਅਹਿਮਦਗੜ੍ਹ ਦੇ ਵਿੱਚ ਆਲੇ ਦੁਆਲੇ ਕਿਤੇ ਨੇੜਲੇ ਲੱਗ ਦੇ ਵਿੱਚ ਜਿਹੜੀਆਂ ਟੈਨਾਂ ਲੱਗ ਰਹੀਆਂ ਨੇ ਆਲੇ ਦੁਆਲੇ ਪਿੰਡਾਂ 'ਚ, ਅਮਰਗੜ੍ਹ ਹਲਕੇ ਦੇ ਵਿੱਚ ਜਾਂ ਅਹਿਮਦਗੜ੍ਹ ਦੇ ਵਿੱਚ ਸਾਰੇ ਕਿਤੇ ਜਿਹੜੀ 80 mm ਦੀ ਹੁੰਦੀ ਸੀ ਟੈਨ, ਉਹ ਘਟਾ ਕੇ 60 mm ਦੀ ਉੱਥੇ ਸਾਰੇ ਅਹਿਮਦਗੜ੍ਹ ਕੀ ਵਸਾਈ ਦੀ ਆ। 73 ਤਕਰੀਬਨ ਜੱਬ ਵੀ ਗਈ ਬਹੁਤ ਹੀ ਆਈ। ਉਹਨੂੰ ਕਿਸੇ ਕੋਠੀ ਲਈ ਇਹਨਾਂ ਨੇ ਅਮਰਪੁਰੇ ਮੁਹੱਲੇ 1 ਨੰਬਰ ਬਲਾਕ ਦੇ ਵਿੱਚ ਉਹਨੂੰ ਬਿਠਾਇਆ। ਯਾਰ ਕੰਮ ਕਾਰੋਬਾਰ ਜਾਣੀ ਲੈਣ ਦੇਣ ਦੇ ਵਿੱਚ ਹੀ ਚੱਲਦਾ ਸੀ। ਜਦੋਂ ਵੀ ਕੋਈ ਬੰਦਾ ਵਧੀਆ ਚਾਹੀਦਾ ਕਾਂਗਰਸੀ ਲੀਡਰ ਤਾਂ ਕਹਿਣਾ ਤੇਜੀ ਨੂੰ ਮਿਲ ਲਓ। ਯਾਰ ਸਾਰੇ ਜੇ ਗੱਲ ਕਰੀਏ ਝੁੰਡੇ ਦੀ, ਝੁੰਡੇ ਨੂੰ ਹੁਣ ਐ ਹੋਇਆ ਪਿਆ ਇਕਬਾਲ ਸਿੰਘ ਜੀ ਨੂੰ ਵੀ ਆਪ ਹੀ ਪੱਟਾਂ ਨੂੰ ਤੇਲ ਲਾਈ ਫਿਰਦਾ ਵੀ ਮੈਂ ਹੀ ਜੇਤੂ ਆ। ਇੱਥੇ ਮੁਕਾਬਲਾ ਹੁਣ ਚਾਹੇ ਠੀਕ ਆ ਮੰਨਦਾ ਮਾਰੇ ਗਈ ਆ, ਲੋਕ ਤੀਜੀ ਧਿਰ ਨੂੰ ਵੀ ਚਾਹੁੰਦੇ ਨੇ, ਚਾਹੇ ਕੁਝ ਮਰਜ਼ੀ ਵਿਸਤਾਰਪੂਰਵਕ ਹੋਵੇ। ਇਹਨਾਂ ਨੂੰ ਵੀ ਲੋਕਾਂ ਨੇ ਵਰਤ ਕੇ ਵੇਲਾ ਧੂਰੀ ਤੋਂ ਵੀ ਰਿਹਾ ਹੈ, ਅਮਰਗੜ੍ਹ ਤੋਂ ਵੀ ਰਿਹਾ, ਇਹਨਾਂ ਨੇ ਵੀ ਆਪਦੇ ਵਿੱਚ ਖਮਿਆਜਾ ਬਹੁਤ ਭੁਗਤਿਆ। ਥੈਂਕ ਯੂ ਅਹਿਮਦ ਅੰਸਾਰੀ ਸਾਹਿਬ ਅਹਿਮਦਗੜ੍ਹ ਤੋਂ। ਤੇ ਬਲਵਿੰਦਰ ਸਵਾਗਤ ਹੈ ਬਾਈ ਜੀ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਆਪਣੇ ਬਾਈ ਸ਼ੇਰਗਿੱਲ ਜੀ ਗੱਲ ਕਰਕੇ ਗਏ ਸੀ, ਉਹ ਬੜਾ ਵਧੀਆ ਗੱਲ ਕਰਕੇ ਗਏ ਨੇ, ਤਲਕ ਵਾਲੀ ਗੱਲ ਸੀ ਜੀ। ਤੇ ਆਪਾਂ ਮਤਲਬ ਵੀ ਮੀਡੀਆ 'ਚ ਕਾਫੀ ਟਾਈਮ ਤੋਂ ਸੁਣਦੇ ਆ ਰਹੇ ਸੀ ਕਿ ਮੋਦੀ ਭਗਤ ਨੇ, ਮਤਲਬ ਇਹ ਗੱਲ ਕਹਿਣੀ ਬਹੁਤ ਸੌਖੀ ਹੈ ਵੀ ਇਹ RSS ਵਾਲੇ ਨੇ, ਇਹ ਫਲਾਣੇ ਭਗਤ ਨੇ। ਮਤਲਬ ਭਗਤ ਸਾਰੇ ਪਾਸੇ ਹੋ ਗਏ, ਕਿਸੇ ਵੀ ਪਾਰਟੀ ਦਾ ਲਾ ਲਓ, ਹਰ ਇੱਕ ਬੰਦਾ ਕਿਸੇ ਨਾ ਕਿਸੇ ਦਾ ਭਗਤ ਹੋਇਆ ਹੈ। ਲੀਡਰਾਂ ਨੂੰ ਲੋਕ ਪੂਜਣ ਲੱਗ ਗਏ ਜੀ। ਮਤਲਬ ਬੰਦੇ 'ਚੋਂ ਰੱਬ ਲੱਭਣ ਦੀ ਆਦਤ ਆਪਣੀ ਗਈ ਹਾਲ ਤੱਕ ਨਹੀਂ ਗਈ, ਪੰਜਾਬੀਆਂ ਦੀ ਨਹੀਂ ਗਈ, ਹੋਰਾਂ ਦੀ ਤਾਂ ਕੀ ਜਾਣੀ ਹੈ। ਦੂਜਿਆਂ ਨੂੰ ਕਹਿਣਾ ਬਹੁਤ ਗਲਤ ਹੈ ਨਾ ਜੀ ਵੀ ਉਹ ਭਗਤ ਨੇ, ਇਹ RSS ਮੋਦੀ ਭਗਤ ਨੇ। ਹੁਣ ਤੁਹਾਨੂੰ ਪੰਜਾਬ ਦੇ ਵਿੱਚ ਦੇਖ ਲਓ, ਤੁਹਾਨੂੰ ਬਹੁਤ ਤਰ੍ਹਾਂ ਦੇ ਭਗਤ ਦੇਖਣ ਨੂੰ ਮਿਲਣਗੇ। ਜਦ ਲੀਡਰ ਦੀ ਜਦ ਉਹਨਾਂ ਦੀ ਆਪਾਂ ਚਮਚਾਗਿਰੀ ਕਰਨ ਲੱਗ ਗਏ ਜੀ, ਫਿਰ ਆਪੋਜੀਸ਼ਨ ਤਾਂ ਜੇ ਸੱਤਾ ਦੀ ਪਬਲਿਕ ਸੱਤਾ ਦੀ ਆਪੋਜੀਸ਼ਨ ਨਹੀਂ ਹੈਗੀ ਜੀ ਤਾਂ ਇੱਕ ਚੰਗਾ ਰਿਫਾਰਮ ਨਹੀਂ ਆ ਸਕਦਾ। ਹੁਣ ਵੀ ਵਰਲਡ ਦੇ ਵਿੱਚ ਜਿੰਨੇ ਵੀ ਰੈਵੋਲੂਸ਼ਨ ਆਏ ਨੇ ਉਹ ਉਦੋਂ ਆਏ ਨੇ ਜਦ ਆਮ ਜਨਤਾ ਸੱਤਾ ਦੇ ਖਿਲਾਫ ਖੜੀ ਹੋਈ ਹੈ ਜੀ, ਨਾ ਕਿ ਸੱਤਾ ਜਾ ਕੇ ਰੈਵੋਲੂਸ਼ਨ ਆਏ ਹੁਣ ਜੀ। ਸੱਤਾ ਦਾ ਬੰਦੇ ਨੂੰ ਕਰਪਟ ਕਰਦੀ ਹੈ ਜੀ। ਜਿਹੜਾ ਆਪਣੇ ਸਿਸਟਮ ਚੱਲਿਆ ਹੈ ਸਾਰੀ ਇਹੀ ਚੱਲਿਆ ਹੈ ਜੀ। ਬਸ ਵੀ ਜਿਹੜਾ ਤੇ ਬਾਕੀ ਦਾ ਜਿਹੜਾ ਕਿਸਾਨ ਅੰਦੋਲਨ ਹੋਇਆ ਸੀ, ਉੱਥੇ ਵੀ ਇੱਕ ਬੰਦੇ ਦੀ ਇੱਕ क्षमता ਹੁੰਦੀ ਹੈ, ਉਦੋਂ ਬਾਅਦ ਉਹਦੀ ਨਹੀਂ ਉਹ ਚ ਇੰਨੀ ਕੈਪੇਬਿਲਿਟੀ ਹੁੰਦੀ। ਇੱਕ ਬੰਦੇ ਦਾ ਆਪਾਂ ਸਾਰੀਆਂ ਚੀਜ਼ਾਂ ਦਾ ਮਸਲਾ ਇੱਕ ਬੰਦੇ ਤੇ ਕਰਵਾਉਣਾ ਚਾਹੁੰਦੇ ਆ ਜੀ। ਹੁਣ ਇਹਨਾਂ ਨੇ ਜਿੰਨੇ ਕੁ ਜੋਗੇ ਹੈਗੇ ਸੀ ਇਹਨਾਂ ਨੇ ਕਰ ਲਿਆ, ਪਰ ਬਸ ਉਹੀ ਵੀ ਰੱਬ ਲੱਭਣਾ ਵੀ ਇਹਨਾਂ ਨੇ MSP ਵੀ ਲੈ ਕੇ ਆਣੀ ਸੀ, ਕਿਉਂਕਿ ਬੰਦੇ ਦੀ ਉਨੀ ਕੁ ਫਿਰ ਅੱਗੇ ਨੈਕਸਟ ਨੇ ਆਉਣਾ ਹੁੰਦਾ ਨਾ, ਸਾਰੇ ਕੰਮ ਇੱਕ ਬੰਦਾ ਨਹੀਂ ਕਰ ਸਕਦਾ ਜੀ। ਧੰਨਵਾਦ, ਮਿਹਰਬਾਨੀ, ਥੈਂਕ ਯੂ ਬਾਈ ਜੀ। 93 ਨੰਬਰ ਸਵਾਗਤ ਹੈ ਤੁਹਾਡਾ। ਅਗਲੇ ਕਾਲਰ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਲਵੀਰ ਬਾਈ ਜੀ। ਤੁਹਾਨੂੰ ਜੀ ਕਾਂਗਰਸ ਨੇ 8-10 ਸੀਟਾਂ ਇੱਦਾਂ ਦੀਆਂ ਸੀ ਜਿੱਥੇ ਫਾਈਟ ਸੀਗੇ ਜਾਂ ਜਿੱਤ ਸਕਦੇ ਸੀ, ਇਹਨਾਂ ਨੇ ਆਪਣੇ ਆਪ ਹੀ ਉੱਥੋਂ ਇਹਨਾਂ ਦੀ ਹੁਣ ਬਗਾਵਤ ਹੋ ਗਈ। ਜੇ 5000 ਵੀ ਵੋਟਾਂ ਲੈ ਜਾਂਦੇ ਨਾ ਇਹ ਹਾਰ ਰਹੇ ਆ। ਤੇ ਮੇਰੇ ਖਿਆਲ ਲਹਿਰ ਨੂੰ ਤਾਂ ਕਿਸੇ ਪਾਰਟੀ ਚ ਨਹੀਂ ਹੈ, ਚਲੋ ਐਂਟੀ ਕਰੰਸੀ ਤਾਂ ਹੁੰਦੀ ਆ। ਤੇ ਮਾਝਾ ਜਵਾਬੇ ਚ ਹੁਣ ਇਹੋ ਜਿਹੇ ਹਾਲਾਤ ਆ ਵੀ ਅਕਾਲੀ ਦਲ ਨੂੰ ਇਹਨਾਂ ਨੇ ਸਾਫ਼ ਕਰ ਦਿੱਤਾ ਆ, ਉਹ ਮੋਹਰੇ ਚੱਲ ਰਿਹਾ ਇਹਨਾਂ ਤੋਂ ਕਾਂਗਰਸ ਤੋਂ। ਹੁਣ ਮਾਲਵੇ ਦੇ ਵਿੱਚ ਦੇਖੋ ਕੰਟੈਸਟ ਕੀ ਹੋ ਰਿਹਾ। ਅਮਰਗੜ੍ਹ ਦੀ ਜਿਹੜੀ ਸੀਟ ਸੀ ਨਾ ਕੁਆਟਰ ਚ ਹੁੰਦਾ ਲੱਗਦਾ ਸੀ ਜਿੱਤ ਜਾਣਗੇ ਐਤਕੀ, ਪਰ ਹੁਣ ਵੋਟ ਉੱਥੋਂ ਮਿਲਾਇਆ ਮਾਨ ਤੇ ਇਹਦੇ ਵਿੱਚ ਡਿਵਾਈਡ ਹੋ ਜਾਣੀ ਆ ਕੇਂਦਰਜੀਤ ਤੋਂ ਪੰਥਕ ਵੋਟ ਆ।
बाकी इस्लाम तो हम जिहड़ा अमर अरोड़े ते बलदेव सिंह मान से होगा मुकाबला। अज की हालात जिहड़े आ इह आ भी सामनेवाल की पीटीशन देख लो, वो जो शानवीर ढिल्लों काफी स्ट्रॉन्ग है, उत्थे मैनूं लगदा कि उत्थों वो जितणगे। बाकी 3-4 सीटां चोणां भी इन्होंने देखो मजबूरी च दे देतियां, जिवें हुण अपने नाभे तो धर्मसोत नूं जां अपने मोहाली तो बलवीर सिद्धू या कांगड़, इन्हां तो क्योंकि होर कोई उत्थे कैंडीडेट नहीं इन्हां नूं लगे। तो क्योंकि होर इन्हां नूं जित जाएंगे कैंडीडेट है कैप्टन वल जाना सी, फिर इन्हां ने जे नहीं दिंदे इदां ही होना सी। जी हाँ जी हाँ जी, थैंक यू। मांझे के दरवाजे के अज लै गए जी। हुण इन्हां दी कांग्रेस वाला भी कोई किसी एक मुद्दे च रखण जोगा है नहीं, हाले कैप्टन जितना मर्जी से इन्हां नहीं करदा सी, वो चीज़ां दे हुंदे भी नहीं सी आपके फुट के नाल ही हार गया जी। हुण लागे लागे तुसीं देखो जिहड़े थोड़े दिनां नूं होर आउणे ना पर इह आउट ऑफ बाहर ही हो जाना दोनों रीजनां दे विच। बगावत बहुत है कैप्टन दा इह सी कि ਉਹ ਸਾਰਿਆਂ ਨੂੰ ਇਕੱਠੇ ਰੱਖਦਾ ਸੀ, ਪਰ ਹੁਣ ਇੱਕ ਦੂਸਰੇ ਦੀ ਮੰਨਣ ਨੂੰ ਕੋਈ ਤਿਆਰ ਨਹੀਂ। ਰਾਣਾ ਗੁਰਜੀਤ ਅੱਡ ਬਗਾਵਤ ਕਰ ਰਿਹਾ, ਦੂਸਰੇ ਅੱਡ ਕਰ ਰਹੇ ਨੇ, ਸੋ ਆਪੋ ਤਾਪ ਜੀ ਪਈ ਹੈ। ਥੈਂਕ ਯੂ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਬੀਰ ਸਿੰਘ ਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮੱਗਰੀ ਇੱਥੇ ਤੁਸੀਂ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਆ ਲੌਸਟਲ ਟਰੈਵਲ ਸੈਂਟਰ 14814 ਲੋਮਾ ਸਟਰੀਟ ਲੌਸਟਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਸਭ ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਤਾਂ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 8413 4252328413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਤੇ ਮੋਦੀ ਸਾਹਿਬ ਦੀ ਟੋਪੀ ਅੱਜ ਨਵੀਂ ਹੈ, ਇਹ ਵੀ ਵੋਟਾਂ ਖਿੱਚਦੀ ਟੋਪੀ ਹੈ। ਮਨੀਪੁਰ ਦੀਆਂ ਵੋਟਾਂ ਨੇ, ਇਹ ਵੀ ਕਾਰਨ ਹੈ। ਇਹ ਵੋਟ ਜਿਹੜੀ ਟੋਪੀ ਕਈ ਸੂਬਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਤਰਾਖੰਡ ਦੇ ਸਟਾਈਲ ਦੀ ਇਹ ਬ੍ਰਹਮ ਕਮਲ ਫੁੱਲ ਵਾਲੀ ਟੋਪੀ ਹੈ। ਉਸ ਤੇ ਵੀ ਗੱਲ ਕਰਾਂਗੇ ਕਿ ਮੋਦੀ ਸਾਹਿਬ ਜਿਹੜਾ ਨਵੇਂ ਅਵਤਾਰ ਬਣਦੇ ਨੇ ਆਪਣੀ ਡਰੈਸਅਪ ਦੇ ਵਿੱਚ, ਇਹ ਵੀ ਟੋਪੀ ਦੇ ਆਸਰੇ ਟੋਪੀ ਪੈਣੀ ਜਾਣੀ ਹੈ। ਦੋ ਸੂਬਿਆਂ ਦੇ ਲੋਕ ਇਮੋਸ਼ਨਲ ਹੋ ਗਏ ਨੇ ਕਿਉਂਕਿ ਹੁੰਦਾ ਹੀ ਅੱਛਾ, ਅਗਲਾ ਕਹਿੰਦਾ ਅੱਛਾ ਜਸਟਿਨ ਟਰੂਡੋ ਨੇ ਪੱਗ ਬੰਨ੍ਹੀ ਹੈ, ਪੰਜਾਬੀ ਇੰਨੇ ਜੀ ਖੁਸ਼। ਹਾਲਾਂਕਿ ਪੱਗ ਦਾ ਇਤਿਹਾਸ ਪੰਜਾਬੀਆਂ ਤੋਂ, ਸਿੱਖੀ ਤੋਂ ਹਜ਼ਾਰਾਂ ਸਾਲ ਪੁਰਾਣਾ, ਪਰ ਅਸੀਂ ਕਹਿੰਦੇ ਪੱਗ ਸਾਡੀ ਹੋਏ ਸੋ ਅਸੀਂ ਖੁਸ਼ ਹੋ ਜਾਂਦੇ ਹਾਂ। ਇਹ ਕਾਰਨ ਹੈਗਾ ਹਿਮਾਚਲੀ ਟੋਪੀ ਤੇ ਹਿਮਾਚਲ ਵਾਲੇ ਖੁਸ਼ ਹੈ ਨਾ, ਇਹ ਕਾਰਨ ਹੈਗਾ। ਇਹ ਸਾਡੇ ਚੋਂ ਨਹੀਂ ਨਿਕਲਦਾ, ਇਸੇ ਕਰਕੇ ਅਗਲੇ ਸਾਡੇ ਤੇ ਟੋਪੀ ਪਾਉਂਦੇ ਨੇ। ਸਾਨੂੰ ਸਪੋਰਟ ਕੀਤਾ ਹੈ ਬਾਈ ਸੁਖੀ ਘੁੰਮਣ ਹੋ ਰਹੇ ਨੇ ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਤੋਂ ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਜਿੱਥੇ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲੁਤਫ ਲਓ। ਇਹ ਇਹਨਾਂ ਦੀ ਖਾਸੀਅਤ ਹੈ। ਭਾਰਤੀ ਵਿਦੇਸ਼ੀ ਖਾਣੇ ਉੱਥੇ ਛਕੋ ਛਕਾਓ, ਟਰੱਕ ਤੋਂ ਆਓ, ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਤੇ ਨਾਲ ਜੇ ਤੁਸੀਂ ਕੋਈ ਡੀਲ ਬਣਾਉਣੀ ਹੈ, ਗੱਲਬਾਤ ਕਰਨੀ ਹੈ ਤਾਂ ਸੁਖੀ ਘੁੰਮਣ ਹੋਰਾਂ ਦਾ ਨੰਬਰ ਨੋਟ ਕਰ ਲਓ। रोडवेज ट्रांसपोर्ट वाले सुखी घुमन होरा का नंबर है 661 304 7500 661 304 7500 ते जय घुमन होरा का नंबर है 661 885 8855। बेकरसफील्ड इलाके यूनियन विलेज ट्रक स्टॉप ते इंडियन रेस्टोरेंट। एड्रैस है 2201 100 यूनियन एवेन्यू बेकरसफील्ड कैलिफोर्निया, जिप कोड 93307। इसी तरह सानू सपोर्ट किया है वाशिंगटन फील्ड सर्विस ने। सैटल इलाके के लोकल लोड चाहते हो लंबे रूटां तो उकताए हो, दिने दिने ट्रक चलाओ, शामां नूं घर आओ, सांझ बनाओ वाशिंगटन फील्ड सर्विस वाले नाल जो तुहाडी सहूलत वास्ते डिस्पैच पंजाबी अंग्रेजी च दिंदे ने। ते ड्राइविंग दी जॉब चाहिदी है तुहानूं, आवरली बहुत अच्छे वेजेस पे कीते जांदे ने प्रति घंटा दे हिसाब नाल। सो तुसीं ओनर ऑपरेटर हो, ड्राइवर हो, ड्राइविंग दी जॉब अते सैटल दे लोकल लोड वास्ते हमेशा याद रखो जगदेव सिंह संधू का नंबर है 253 266 6924 253 266 6924। गैरी धालीवाल का नंबर है 206 354 4060 206 354 4060। सियाटल इलाके के लोकल लोड और ड्राइविंग की जॉब के वास्ते वाशिंगटन फील्ड सर्विस याद रखो। बलविंदर सिंह उमैदपुरी, स्वागत है भाई जी। उमैदपुरी साहब सत श्री अकाल जी। की माहौल है पिंडां च, की उम्मीदां? सत श्री अकाल। सत श्री अकाल।
ਮੈਂ ਕਿਹਾ ਪਿੰਡਾਂ 'ਚ ਕੀ ਮਾਹੌਲ ਹੈ, ਕਿਹਦੀ ਬਣਦੀ ਹੈ ਸਰਕਾਰ? ਦਾਰੂ ਦੂਰੂ ਆਉਣ ਲੱਗ ਗਈ ਪਿੰਡਾਂ 'ਚ? ਨਹੀਂ, ਅੱਛਾ, ਆਮ ਆਦਮੀ ਪਾਰਟੀ ਦੀ ਲਹਿਰ ਹੈਗੀ। ਕਿਹੜਾ ਉਮੀਦਵਾਰ? ਬਹੁਤ ਖੁਸ਼ੀ ਹੋਈ ਸਰ, ਬਹੁਤ ਵਧੀਆ। ਸਾਡੇ ਤਾਂ ਕੁਲਦੀਪ ਵੈਦ ਨੂੰ ਮਿਲ ਗਈ ਤਾਂ। ਹਾਂਜੀ, ਕੁਲਦੀਪ ਸਿੰਘ ਵੈਦ ਨੂੰ ਸਰ ਕਾਂਗਰਸ ਤੋਂ ਕੁਲਦੀਪ ਵੈਦ ਨੂੰ ਮਿਲ ਗਈ। ਹਾਂ, ਕੁਲਦੀਪ ਵੈਦ ਨੂੰ ਮਿਲ ਗਈ। ਗਿੱਲ ਹਲਕਾ ਨਾ ਤੁਹਾਡਾ? ਗਿੱਲ ਹਲਕਾ, ਹਾਂ। ਹਾਂਜੀ ਹਾਂਜੀ। ਕਿਸਾਨਾਂ ਦੇ ਲੀਡਰ ਦੇ ਆਪਣਾ ਟੱਬਰ ਵੱਡਾ ਹੋ ਗਿਆ ਸਰ। ਅੱਛਾ, ਕੁਛ ਮਨੇ ਉਹਨਾਂ ਦਾ ਪਤਾ ਹੀ ਸਾਨੂੰ ਖਤਮ ਬਿਲਕੁਲ। ਚਲੋ ਦੇਖੋ ਕੀ ਬਣਦਾ। ਮੈਂ ਤਾਂ ਸਰ ਵਧਾਈਆਂ। ਅੱਛਾ, ਥੈਂਕ ਯੂ। ਮੈਂ ਤਾਂ ਵਧਾਈਆਂ। ਹਾਂ, ਵਧਾਈਆਂ ਜੀ ਤੁਹਾਨੂੰ। ਹਾਂਜੀ, ਬਹੁਤ ਬਹੁਤ ਵਧਾਈਆਂ। ਮਿਹਰਬਾਨੀ ਬਾਈ ਬਲਵਿੰਦਰ ਸਿੰਘ ਉਮੈਦਪੁਰੀ, ਬੜੇ ਪੁਰਾਣੇ ਸੋਤੇ ਨੇ, ਜੁੜਦੇ ਨੇ ਆਪਣੇ ਨਾਲ। ਥੈਂਕ ਯੂ। ਸਾਨੂੰ ਸਪੋਰਟ ਕੀਤਾ ਆਪਣਾ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ CPA ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਕਿਸੇ ਸਾਖ ਸੰਬੰਧੀ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਪੇਪਰ ਫਾਈਲਿੰਗ ਕਰਾਉਣੀ ਹੈ ਤਾਂ ਤੁਸੀਂ ਸੰਪਰਕ ਕਰੋ CPA ਤਰਸੇਮ ਸਿੰਘ ਗਿੱਲ ਨੂੰ, ਜੋ ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਸਾਡਾ ਜ਼ਿਕਰ ਕਰਨ ਤੇ ਹੋਰ ਰਾਇਤ ਮਿਲੇਗੀ। ਆਪਣੇ ਪੁਰਾਣੇ ਸਰੋਤੇ ਨੇ ਬਾਈ ਤਰਸੇਮ ਸਿੰਘ ਗਿੱਲ ਦੇ ਫਾਦਰ ਸਾਹਿਬ ਤੇ ਹਰਬੰਸ ਸਿੰਘ ਹੋਰੀ, ਤੇ ਜਿਨ੍ਹਾਂ ਤੋਂ ਤੁਸੀਂ ਇਹ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਤੇ ਨੰਬਰ ਹੈ CPA ਤਰਸੇਮ ਸਿੰਘ ਗਿੱਲ ਹੋਰਾਂ ਦਾ 484 764 9861 484 764 9861। ਦੇਸ਼ ਦੇ ਵਿੱਚ ਅੱਜ ਕਰੋਨਾ ਦੀ ਸਥਿਤੀ ਤੇ ਅਪਡੇਟ ਦੇ ਦਈਏ ਤੇ ਅੱਜ ਸਵੇਰੇ 8 ਵਜੇ ਤੱਕ ਭਾਰਤ ਦੇ ਵਿੱਚ ਕਰੋਨਾ ਦੇ 2,83,499 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 2,98,000 ਲੋਕ ਠੀਕ ਵੀ ਹੋਏ ਨੇ। ਤੇ ਇੰਡੀਆ ਦੇ ਵਿੱਚ 659 ਲੋਕਾਂ ਦੀ ਮੌਤ ਹੋਈ ਹੈ ਬੀਤੇ 24 ਘੰਟਿਆਂ ਦੌਰਾਨ। ਅੱਜ ਸਵੇਰ ਤੱਕ ਜਿਹੜੇ ਅੰਕੜੇ ਆਏ ਨੇ ਤੇ ਇਸ ਦੌਰਾਨ ਜਿਹੜੇ ਪਿਛਲੇ ਦਿਨਾਂ ਦੇ ਮੁਕਾਬਲੇ ਮਰੀਜ਼ਾਂ ਦੀ ਤਾਦਾਦ 27,000 ਵਧੀ ਹੈ। ਤੇ ਪੰਜਾਬ ਦੇ ਵਿੱਚ ਵੀ 39 ਮੌਤਾਂ ਕਰੋਨਾ ਦੇ ਨਾਲ ਹੋਈਆਂ ਨੇ ਅੱਜ ਸਵੇਰ ਤੱਕ। ਤੇ ਇਸ ਦੌਰਾਨ ਅੱਜ ਦਾ ਜਿਹੜਾ ਅੰਕੜਾ ਉਹ ਆਪਾਂ ਸਵੇਰੇ ਸਾਂਝਾ ਕਰਾਂਗੇ। ਤੇ ਸਭ ਤੋਂ ਵੱਧ ਜਿਹੜੇ ਨੇ ਕੇਸ ਮੋਹਾਲੀ ਦੇ ਵਿੱਚ ਆਏ ਨੇ। ਹਾਲਾਂਕਿ ਮੋਹਾਲੀ ਦੇ ਵਿੱਚ 1000 ਦੇ ਕਰੀਬ ਕੇਸ ਸਾਹਮਣੇ ਆਏ ਨੇ। ਤੇ ਇਸ ਸੰਬੰਧੀ ਜਨਵਰੀ ਮਹੀਨੇ ਦੇ ਦੌਰਾਨ ਇਹ ਜਿਹੜਾ ਅਸਰ ਠੰਡ ਦੇ ਕਾਰਨ ਪੰਜਾਬ ਦੇ ਵਿੱਚ ਜ਼ਿਆਦਾ ਕਰੋਨਾ ਦਾ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਨਵੇਂ ਮਰੀਜ਼ਾਂ ਦੀ ਤਾਦਾਦ ਕਾਫੀ ਘਟੀ ਹੈ। 4000 ਤੋਂ ਵੀ ਘੱਟ ਨਵੇਂ ਮਰੀਜ਼ ਕਰੋਨਾ ਦੇ ਸਾਹਮਣੇ ਆਏ ਨੇ। ਇਸ ਦੌਰਾਨ ਆਪਣੀ ਗੱਲਬਾਤ ਚੱਲ ਰਹੀ ਸੀ ਕਿ ਅੱਜ ਜਿਹੜਾ ਗਣਤੰਤਰ ਦਿਵਸ ਮਨਾਇਆ ਗਿਆ, ਉਸ ਦੌਰਾਨ ਮੋਦੀ ਸਾਹਿਬ ਇੱਕ ਖਾਸ ਅੰਦਾਜ਼ 'ਚ ਦਿਸੇ। ਉਹਨਾਂ ਨੇ ਉੱਤਰਾਖੰਡੀ ਟੋਪੀ ਪਹਿਨੀ ਸੀ, ਜਿਸ ਤਰ੍ਹਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਟੋਪੀ ਹੁੰਦੀ ਹੈ, ਥੋੜੀ ਜਿਹੀ ਉਸ ਟਾਈਪ ਦੀ ਟੋਪੀ ਆਂਦੀ ਹੈ ਇਹ, ਜਿਸ ਤੇ ਉਹਨਾਂ ਨੇ ਬਰਮਾ ਕਮਲ ਦਾ ਫੁੱਲ ਲਾਇਆ ਹੋਇਆ ਸੀ। ਕੁਰਤਾ ਪਜਾਮਾ ਤੇ ਨਾਲ ਮਨੀਪੁਰੀ ਗਮਛਾ ਵੀ ਉਹਨਾਂ ਦੇ ਪਾਇਆ ਹੋਇਆ ਸੀਗਾ, ਜਿਵੇਂ ਮਨੀਪੁਰ ਦੇ ਲੋਕ ਪਾਉਂਦੇ ਨੇ ਗਮਛਾ, ਆਪਣੇ ਪਰਨਾ ਕਹਿੰਦੇ ਮੋਢੇ 'ਚ ਸਰੋਪਾ। ਤੇ ਇਹ ਜਿਹੜਾ ਨਵੇਂ ਅੰਦਾਜ਼ ਦੇ ਵਿੱਚ ਉਹ ਦਿਸੇ। ਮਨੀਪੁਰ ਅਤੇ ਉੱਤਰਾਖੰਡ ਦੀ ਜਿਹੜੀ ਡਰੈਸ ਕੋਡ ਉਹਨਾਂ ਨੇ ਪਾਇਆ, ਟੋਪੀ ਉੱਤਰਾਖੰਡ ਦੀ ਤੇ ਗਮਛਾ ਮਨੀਪੁਰ ਦਾ, ਇਹ ਇਹਨਾਂ ਦੋਨਾਂ ਸੂਬਿਆਂ 'ਚ ਜਿਹੜੀ ਚੋਣ ਹੈ ਉਹ ਵੀ ਕਿਤੇ ਦਿਖਾਵਾ ਕੀਤਾ ਜਾ ਰਿਹਾ। ਦੂਸਰਾ, ਜਨਰਲ ਰਾਵਤ ਸਾਹਿਬ ਜਿਹੜੇ ਪਿਛਲੇ ਦਿਨੀ ਹਾਦਸੇ ਦਾ ਸ਼ਿਕਾਰ ਹੋਏ ਨੇ, ਉਹ ਵੀ ਇਸ ਤਰ੍ਹਾਂ ਦੀ ਟੋਪੀ ਪਹਿਨ ਕੇ ਰੱਖਦੇ ਸੀਗੇ ਤੇ ਉਹਨਾਂ ਦੇ ਭਰਾ ਵੀ ਜਿਵੇਂ BJP ਦੇ ਵਿੱਚ ਆਏ ਨੇ। ਤੇ ਇਸ ਦੌਰਾਨ ਕਿਤੇ ਨਾ ਕਿਤੇ ਇਹ ਸਾਰਾ ਸਿਲਸਿਲਾ ਜਿਹੜਾ ਆਇਆ। ਤੇ ਬਾਕੀ ਕਈ ਪਦਮ ਸ਼੍ਰੀ ਅਵਾਰਡ ਮਿਲੇ ਨੇ। ਗੁਲਾਮ ਨਬੀ ਆਜ਼ਾਦ ਦੇ ਨਾਲ ਵੀ ਉਹਨਾਂ ਦਾ ਅੰਦਾਜ਼ ਸੀਗਾ, ਉਹਨਾਂ ਨੂੰ ਵੀ ਸਨਮਾਨ ਦਿੱਤਾ ਗਿਆ। ਹੋਰ ਬਹੁਤ ਸਾਰੇ ਲੋਕਾਂ ਨੂੰ, ਜਿਹੜੇ ਬੜੂ ਸਾਹਿਬ ਦੇ ਸਿੱਖ ਪ੍ਰਚਾਰਕ ਨੇ ਇਕਬਾਲ ਸਿੰਘ ਜੀ, ਉਹਨਾਂ ਨੂੰ ਵੀ ਪਦਮ ਸ਼੍ਰੀ ਅਵਾਰਡ ਮਿਲਿਆ। ਸੋ ਇਸ ਤਰ੍ਹਾਂ ਕਈ ਸਾਰੇ ਅਵਾਰਡ ਨੇ ਜਿਹੜੇ ਉਹ ਮਿਲੇ ਨੇ ਖਾਸਮ ਖਾਸ ਲੋਕਾਂ ਨੂੰ। ਤੇ ਇਸ ਸਿਲਸਿਲੇ ਵਿੱਚ ਜਿਹੜੀ ਇਹ ਟੋਪੀ ਪਹਿਨਣਾ ਅੱਜ ਦੇ ਇਸ ਗਣਤੰਤਰ ਦਿਵਸ ਦੇ ਮੌਕੇ
ਇਹ ਵੀ ਕਈ ਸਾਰੇ ਸਵਾਲ ਜਿਹੜਾ ਹੈਗਾ ਉਸ ਦੌਰਾਨ ਖੜੇ ਕਰਦਾ। ਮਨਪ੍ਰੀਤ ਬਾਦਲ ਦਾ ਅੱਜ ਘਿਰਾਓ ਹੋਇਆ, ਇੱਥੇ ਪਟਿਆਲਾ ਦੇ ਵਿੱਚ ਆਏ ਸਨ ਉਹ ਝੰਡਾ ਲਹਿਰਾਉਣ, ਜਿਸ ਦੌਰਾਨ ਫੁਆਰਾ ਚੌਕ ਦੇ ਨੇੜੇ ਜਿਹੜਾ ਘੇਰ ਲਿਆ ਗਿਆ ਪ੍ਰਦਰਸ਼ਨਕਾਰੀਆਂ ਨੇ। ਉਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਅਰੈਸਟ ਕਰਕੇ ਥਾਣਿਆਂ ਦੇ ਵਿੱਚ ਸੁੱਟਿਆ ਗਿਆ ਤੇ ਕੁਝ ਅਰੈਸਟ ਦੇ ਦੌਰਾਨ ਖਿੱਚਤੂ ਵੀ ਕਈ ਪ੍ਰਦਰਸ਼ਨਕਾਰੀਆਂ ਦੀ ਹੋਈ ਹੈ ਤੇ ਕਿਉਂਕਿ ਇਹ ਪ੍ਰਦਰਸ਼ਨਕਾਰੀ ਆਪਣੀਆਂ ਜਿਹੜੀਆਂ ਵਾਅਦੇ ਕੀਤੇ ਸਨ ਸਰਕਾਰ ਨੇ ਉਹਨਾਂ ਦੇ ਮੁਤਾਬਕ ਹਿਸਾਬ ਮੰਗਣ ਆਏ ਸਨ। ਤੇ ਮੰਦਭਾਗੀ ਖਬਰ ਹੈ, ਸਾਊਦੀ ਅਰਬ ਤੋਂ ਸੜਕ ਹਾਦਸੇ ਦੇ ਵਿੱਚ ਇੱਕ ਗੱਭਰੂ ਦੀ ਮੌਤ ਹੋਈ ਹੈ ਜੋ 10 ਸਾਲ ਪਹਿਲਾਂ ਵਿਦੇਸ਼ ਗਿਆ ਸੀ, ਸਾਊਦੀ ਅਰਬ ਗਿਆ ਸੀ ਤੇ ਹਾਦਸੇ ਦੇ ਵਿੱਚ ਇਹ ਜਿਹੜਾ ਪਿਛਲੇ ਮਹੀਨੇ ਪੰਜਾਬ ਆ ਕੇ ਗਿਆ ਸੀ। ਲਵਪ੍ਰੀਤ ਸਿੰਘ ਨੇ ਦੱਸਿਆ ਉਸਦੇ ਪਰਿਵਾਰਕ ਮੈਂਬਰਾਂ ਨੇ ਕਿ ਇਹ ਜਿਹੜਾ ਮ੍ਰਿਤਕ ਮਲਕੀਤ ਸਿੰਘ ਹੈ ਕੁਝ ਮਹੀਨੇ ਪਹਿਲਾਂ ਪੰਜਾਬ ਰਹਿ ਕੇ ਗਿਆ ਸੀ ਤੇ 3 ਮਹੀਨੇ ਹੀ ਪਹਿਲਾਂ ਉਹ ਇੱਥੋਂ ਵਾਪਸ ਗਿਆ ਸੀ ਸਾਊਦੀ ਅਰਬ ਨੂੰ। ਉੱਥੋਂ ਦੇ ਦਮਾਮ ਸ਼ਹਿਰ ਦੇ ਵਿੱਚ ਇੱਕ ਹਾਦਸੇ ਦੇ ਦੌਰਾਨ ਇਹ ਜਿਹੜਾ ਨਿੱਕੇ ਘੁੰਮਣਾ ਦੇ ਲਾਗੇ ਬਾਗੋਵਾਨੀ ਪਿੰਡ ਦਾ ਇਹ ਮਲਕੀਤ ਸਿੰਘ ਉਸ ਦੀ ਮੌਤ ਹੋਈ ਹੈ। ਉਸਦੇ ਭਰਾ ਲਵਪ੍ਰੀਤ ਨੇ ਦੱਸਿਆ ਕਿ 10 ਸਾਲ ਤੋਂ ਰੋਜ਼ੀ ਰੋਟੀ ਕਮਾਉਣ ਲਈ ਡਰਾਈਵਰੀ ਦੀ ਜੌਬ ਸਾਊਦੀ ਅਰਬ ਦੇ ਵਿੱਚ ਕਰਦਾ ਸੀ ਤੇ ਸੜਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋਈ ਹੈ। ਹਾਲਾਂਕਿ 8 ਦਿਨ ਪਹਿਲਾਂ 12 ਜਨਵਰੀ ਨੂੰ ਉਸਦੇ ਘਰੇ ਇੱਕ ਪੁੱਤਰ ਨੇ ਵੀ ਜਨਮ ਲਿਆ ਸੀ। ਪਰਿਵਾਰ 'ਚ ਬੜੀਆਂ ਖੁਸ਼ੀਆਂ ਸੀ ਪਰ ਉਹ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰ ਜਾਏ ਮਨੁੱਖ, ਜਿਸ ਤਰ੍ਹਾਂ ਦੁੱਖ ਤੇ ਸੁੱਖ ਨੇ। ਸੋ ਬੜਾ ਅਫਸੋਸ ਹੁੰਦਾ ਹੈ ਕਿ ਇਸ ਤਰ੍ਹਾਂ ਵਿਦੇਸ਼ਾਂ ਦੀ ਧਰਤੀ ਤੇ ਜਦੋਂ ਆਪਣੇ ਖੁੱਸਦੇ ਨੇ ਤੇ ਜ਼ਿਆਦਾ ਮੁਸ਼ਕਲ ਹੋ ਜਾਂਦਾ। ਹਾਲਾਂਕਿ ਗੱਲ ਇਹ ਹੈ ਕਿ ਨੇੜੇ ਰਹਿੰਦਿਆਂ ਵੀ ਇੱਕ ਤਸੱਲੀ ਹੁੰਦੀ ਹੈ ਪਰ ਜਦੋਂ ਪ੍ਰਦੇਸ਼ ਦੇ ਵਿੱਚੋਂ ਇਸ ਤਰ੍ਹਾਂ ਦਾ ਕੋਈ ਮਾੜੀ ਖਬਰ ਆਉਂਦੀ ਹੈ ਤਾਂ ਫਿਰ ਬਹੁਤ ਸਦਮਾ ਹੁੰਦਾ ਹੈ, ਚਾਹ ਕੇ ਵੀ ਕੁਝ ਨਹੀਂ ਕੀਤਾ ਜਾ ਸਕਦਾ। ਤੇ ਅੱਜ ਪਟਿਆਲਾ ਦੀ ਹੀਰਾਬਾਗ ਗਲੀ ਦੇ ਵਿੱਚ ਜਿਹੜਾ ਕਤਲ ਹੋਇਆ, ਇੱਕ ਅਣਪਛਾਤੇ 3 ਵਿਅਕਤੀਆਂ ਨੇ ਇੱਕ ਵਿਅਕਤੀ ਦਾ ਕਤਲ ਕੀਤਾ ਹੈ। ਮ੍ਰਿਤਕ ਦੀ ਪਛਾਣ ਮਨੀ ਖਾਨ ਵਜੋਂ ਹੋਈ ਹੈ, 25 ਵਰ੍ਹਿਆਂ ਦੀ ਉਮਰ ਦਾ ਇਹ ਦੱਸਿਆ ਜਾ ਰਿਹਾ ਤੇ ਆਪਸੀ ਰੰਜਿਸ਼ ਦੇ ਕਾਰਨ ਇਹ ਖੂਨ ਹੋਇਆ ਦੱਸਦੇ ਨੇ ਕਿਉਂਕਿ ਮਨੀ ਖਾਨ ਟਰੱਕ ਯੂਨੀਅਨ ਦੇ ਵਿੱਚ ਟਰੱਕ ਡਰਾਈਵਰ ਦੇ ਨਾਲ ਹੈਲਪਰ ਦਾ ਕੰਮ ਕਰਦਾ ਸੀ ਤੇ ਆਪਸੀ ਰੰਜਿਸ਼ ਦੇ ਕਾਰਨ ਇਹ ਕਿਤੇ ਇਕੱਠੇ ਬੈਠੇ ਸਨ ਤੇ ਇਸ ਦੌਰਾਨ ਇਹ ਸ਼ਰਾਬ ਪੀਂਦੇ ਆਪਸ ਦੇ ਵਿੱਚ ਝਗੜਾ ਹੋਇਆ, ਜਿਸ ਤੋਂ ਬਾਅਦ ਇਹ ਮਨੀ ਖਾਨ ਨਾਂ ਦੇ ਲੜਕੇ ਦਾ ਕਤਲ ਪਟਿਆਲਾ ਦੇ ਵਿੱਚ ਹੋਇਆ। ਲਓ ਦੋਸਤੋ, ਹੁਣ ਫਿਰ ਸਮਾਪਤੀਆਂ ਕਰਾਂਗੇ ਤੇ ਸਵੇਰੇ 7 ਵਜੇ ਹੁੰਦੀ ਹੈ ਤੁਹਾਡੇ ਨਾਲ ਮੁਲਾਕਾਤ। ਸੋ ਫੇਸਬੁੱਕ ਤੇ ਮੈਂ ਨਜ਼ਰ ਮਾਰ ਲਾਂ, ਕੋਈ ਖਾਸ ਸਵਾਲ ਤੁਹਾਡੇ ਹੁੰਦੇ ਨੇ। ਬਾਈ ਜੀ ਕਰਮਵੀਰ ਗਿੱਲ ਫਲੋਰ ਤੋਂ, ਮਿਹਰਬਾਨੀ ਗਿੱਲ ਸਾਹਿਬ। ਗੁਰਮੁਖ ਸਿੰਘ ਜੁੜੇ ਨੇ, ਥੈਂਕ ਯੂ। ਤੇ ਮਨਦੀਪ ਜੱਸੀ ਸੁਖਚੈਨ ਤੋਂ, ਹਰਵਿੰਦਰ ਸਿੰਘ ਖਾਲਸਾ ਯੂਪੀ ਤੋਂ, ਬਲਵਿੰਦਰ ਸਿੰਘ ਉਮੈਦਪੁਰੀ, ਜਸਵੀਰ ਗੋਲਡੀ ਬਟਾਰੀ ਤੋਂ, ਲਾਲੀ ਟੋੜਾ ਜੀ, ਰਾਮ ਬਾਬਾ ਮਾਨੂਕੇ ਜੀ, ਥੈਂਕ ਯੂ, ਮਿਹਰਬਾਨੀ ਮਾਨੂਕੇ ਸਾਹਿਬ। ਬਲਜੀਤ ਸਿੰਘ ਕਰਮਵੀਰ ਗਿੱਲ ਉਦਾਂ ਤਾਂ ਰੇਤੇ ਦੀਆਂ ਟਰਾਲੀਆਂ ਦਾ ਹਿਸਾਬ ਪੁੱਛਦਾ ਸੀ ਰੋਜ਼। ਜਸਵੰਤ ਸਿੰਘ ਪ੍ਰੋਫੈਸਰ ਸਾਹਿਬ, ਥੈਂਕ ਯੂ ਜੀ, ਮਿਹਰਬਾਨੀ। ਆਪਣੇ ਸਬਸਕ੍ਰਾਈਬਰ ਨੇ ਡਬਲ। ਨਵਜੋਤ ਸਿੰਘ ਨੂੰ ਘੇਰਨ ਵਾਸਤੇ ਮਜੀਠੀਆ ਸਾਹਮਣੇ ਆ, ਚੰਗੀ ਗੱਲ ਆ, ਫਾਈਟ ਹੋਏਗੀ। ਤੇ ਹਰਗੋਬਿੰਦ ਸੇਖੋਂ, ਥੈਂਕ ਯੂ। ਕਰਮਵੀਰ ਗਿੱਲ ਕਹਿੰਦੇ ਕਪਤਾਨ ਸੁਲਤਾਨਪੁਰ ਲੋਧੀ ਵਾਲਾ ਰਾਣਾ ਗੁਰਜੀਤ ਦੇ ਖਾਸ ਰਾਣੇ ਨੇ, ਇੱਕ ਸੈਕਿੰਡ ਮੈਂ ਪੜ੍ਹ ਨਹੀਂ ਪਾ ਰਿਹਾ, ਨੋਟੀਫਿਕੇਸ਼ਨ ਆਈ ਜਾਂਦੀਆਂ ਬਾਰ-ਬਾਰ ਖਬਰਾਂ ਦੀਆਂ। ਰਾਣਾ ਗੁਰਜੀਤ ਦੇ ਖਾਸ ਰਾਣੇ ਨੇ ਬਾਕੀ ਕਪੂਰਥਲਾ ਡਿਸਟ੍ਰਿਕਟ ਦੀਆਂ 3 ਬਾਕੀ ਸੀਟਾਂ ਅਕਾਲੀ ਦਲ ਨੂੰ। ਹਾਂ, ਉਹਦੇ ਤੇ ਡਿਸਪਿਊਟ ਹੋਏਗਾ ਬਿਲਕੁਲ। ਰਾਣਾ ਗੁਰਜੀਤ ਦੇ ਵਿਰੋਧ ਕਰਨ ਦੇ ਨਾਲ ਫਾਇਦਾ ਅਕਾਲੀਆਂ ਨੂੰ ਹੋਏਗਾ। ਭਲੱਥ ਸੀਟ ਤੋਂ ਤਾਂ ਖਾਸ ਕਰਕੇ ਹੁੰਦਾ ਹੀ ਹਰ ਵਾਰੀ, ਕਿਉਂਕਿ ਖਹਿਰਾ ਤੇ ਰਾਣੇ ਦੇ ਵਿੱਚ ਸਬੰਧ ਜ਼ਿਆਦਾ ਇੱਟ ਖੜਕੇ ਵਾਲੇ ਨੇ, ਉਹਦਾ ਫਾਇਦਾ ਬੀਬੀ ਜਗੀਰ ਕੌਰ ਨੂੰ ਮਿਲਦਾ ਅਕਾਲੀ ਉਮੀਦਵਾਰ ਨੂੰ। ਤੇ ਕਰਮਵੀਰ ਗਿੱਲ, ਥੈਂਕ ਯੂ ਜੀ, ਮਿਹਰਬਾਨੀ। ਤੇ ਇਸ ਦੇ ਨਾਲ ਬਲਜੀਤ ਸਿੰਘ ਮਜੀਠਾ ਜੇਕਰ ਜਰਨੈਲ ਹੈ ਤਾਂ ਇਸ ਨੂੰ ਇੱਕੋ ਸੀਟ ਤੋਂ ਲੜ ਕੇ ਜਰਨੈਲ ਹੋਣ ਦਾ ਸਬੂਤ। ਹਾਂ, ਜ਼ਿਆਦਾ ਸਵਾਦ ਦੀ ਗੱਲ ਫੇਰ ਹੈ, ਡਬਲ ਸੀਟ ਤੋਂ ਜਰਨੈਲ ਨਾ ਲੜੇ ਫਿਰ। ਨਿਰਮਲ ਸਿੰਘ ਟਿਵਾਣਾ, ਸੁੱਖਾ ਮਿਸਤਰੀ, ਗੱਲ ਪੈਣ ਨਹੀਂ ਦਿੰਦਾ, ਠੰਡੀ ਰਹਿੰਦਾ, ਅਹਿਮਦਗੜ੍ਹ ਮੰਡੀ। ਯਾਦਵਿੰਦਰ, ਵਿਨੀਪੈਗ, ਡੀਐਸ ਸੇਖੋਂ ਸਾਹਿਬ, ਘਰ ਵਿੱਚ ਸਾਲਾ ਤੇ ਕੰਧ ਚਾਲਾ ਮਾੜਾ ਹੀ ਮਾੜਾ। ਵੈਸੇ ਆਲਾ ਤਾਂ ਚੰਗਾ ਹੁੰਦਾ ਥੋੜਾ ਬਹੁਤਾ, ਪਰ ਉਹ ਮਾੜਾ ਸਮਝਿਆ ਜਾਂਦਾ, ਪਤਾ ਨਹੀਂ ਕਿਉਂ। ਤੇ ਅਨਵਰ ਅੰਸਾਰੀ ਸਾਹਿਬ, ਧਰਮਵੀਰ ਗੰਡੇ ਬਾਈ ਜੀ, ਥੈਂਕ ਯੂ। ਇਸੇ ਤਰ੍ਹਾਂ YouTube ਤੇ ਵੀ ਸੱਜਣ ਜੁੜੇ ਨੇ, ਉਹਨਾਂ ਦਾ ਵੀ ਮੈਂ ਇਸਤਕਬਾਲ ਕਰਦੇ ਹਾਂ। ਰਣਵੀਰ ਸਿੰਘ, ਜਗਤਾਰ ਸਿੰਘ, ਦੀਪ ਅਨੰਦਪੁਰ ਸਾਹਿਬ ਤੋਂ, ਚਰਨਜੀਤ ਸ਼ੈਲੀ, ਸਰਜੀਤ ਸਿੰਘ ਕਹਿੰਦੇ ਮਜੀਠੀਆ ਸਾਹਿਬ ਦੀ ਤੇ ਸਿੱਧੂ ਸਾਹਿਬ ਦੀ ਬੋਲਬਾਣੀ ਤੋਂ ਬੱਚੇ ਕੀ ਸਿੱਖਣਗੇ, ਇਸ ਤਰ੍ਹਾਂ ਦੇ ਨੇਤਾ ਹੁੰਦੇ ਨੇ। ਹਾਂ, ਇਹ ਮਾੜਾ ਰੁਝਾਨ ਹੈ ਬਾਈ ਜੀ, ਨਹੀਂ ਹੋਣਾ ਚਾਹੀਦਾ। ਪ੍ਰਵਿੰਦਰ ਬੈਦਵਾਨ ਜੀ, ਥੈਂਕ ਯੂ। ਗਿਆਨ ਸਿੰਘ, ਥੈਂਕ ਯੂ।
खूबसूरत ट्रैवल कहते जी 26 जनवरी की सेल लगी, लखां लोग आए, प्रशासन ने किसी को नहीं रोकया, इसका जिम्मेवार कौन है? लखां की गिणती दे विच कोरोना नहीं है तो फिर लोगों के कारोबार क्यों रोक रहे हैं? बिल्कुल। केवल भाई जी बहरीन तो, सुखविंदर भंगू कपूरथला तो, हरिंदर सिंह थैंक यू जी। गुस्से ना हो जाए, नहीं नहीं गुस्से नहीं होंदा हरविंदर। हाँ ढींडसा साहब हाँ करी सी गल अपना ढींडसा साहब के हल्के की खरड़ दी, बाकी फिर कर लांगे कल कोई गल नहीं। हरजीत सिंह सरां थैंक यू जी, मेहरबानी। सरबजीत भैन थैंक यू। ते जग्गा ढिल्लों पहली बारी कीता नंबर दे रहे हो, कितने रहंदे ढिल्लों साहब? मुकद्दर सिंह सिद्धू सारे मिला के भी हरा देंगे तो पंजाब नूं कौन जितावेगा? सिद्धू सच्चा, उसनूं कोई ताकत नहीं हरा सकती। रिशपाल सिंह थैंक यू। हैप्पी वैद थैंक यू बाई जी। सुखदीप जंडी भैन हरविंदर जौल थैंक यू बड़े भैन। मक्खन सिंह पुरेवाल फ्रांस तो अपने सबसक्राइबर ने थैंक यू। सुखदीप गरेवाल जी थैंक यू अपने सबसक्राइबर ने। ते करनैल सिंह थैंक यू। अवतार सिंह कोलार, हरजीत सरां, बड़ा सिंह संधू साहब भी अपने सबसक्राइबर ने। वाशिंगटन फील्ड सर्विस वाले ते कमलदीप ते हरविंदर सिंह कहते जिस तरह सुखबीर ने कहा सी, जिसने बेअदबी की ओहदा कख ना रहे। इसी तरह सिमरत ने भरा नूं कहता मजीठिया का कख ना रहे जे नशे की तस्करी की। दिलवीर सिंह रंधावा कहते पिछोकड़ वाल झात मारो, सस्ते सूट विच नौली दुकान ते की कुछ होया सी। बिल्कुल ठीक है रंधावा साहब गल तुहाडी। सर ब्राड मुक्तसर भागसर तो हाँ तुहाडियां कहानियां दी उड़ीक तुहानूं रहिंदी है, कोई नहीं ठंड घट जे फिर कहानियां सुणाउण ते आपां ते बड़ा खजाना पिया, बहुत सुणावांगे घबराओ ना। विरासत की गल करके बड़ा लुत्फ आउंदा है। ते बलविंदर सिंह थैंक यू। हरिंदर सिंह थैंक यू इनकलूडिंग मी। मेहरबानी। लो दोस्तों ते मेजर सिंह, मलकीत सिंह ते उदयपाल सिंह सत श्री अकाल। रणवीर, जगतार, शैली सत श्री अकाल। दीप जी सत श्री अकाल ते आप सब सज्जनां नूं प्यार भरी सत श्री अकाल। ते सवेरे 7 वजे हुंदी है मुलाकात, तद तक तुहाडा ते साडा रब राखा। थैंक यू। भैन हरविंदर कहते पता ही नहीं लग्या कदों FB ते लाइव हो, मैं तो गुआंढ अनट्यून कर चली गई सी। अच्छा यूट्यूब ते चले गए सीगे। हाँ अज लाइव हो गए भैन। हरजिंदर कुमार जीरा तो थैंक यू। बड़े भैन हरविंदर थैंक यू। धर्म सिंह गंडे थैंक यू। अनवर अंसारी थैंक यू। हाँ कदे कदे थोड़ी दिक्कत आ जाती है सॉफ्टवेयर की, तो इस करके कई बार यूट्यूब कला करीदा, फेसबुक घट करीदा वैसे। तो इस करके जे तुहानूं कोई फेसबुक ते दिक्कत है तो दस दिया करो, कमेंट भावें फेसबुक ते लिखी जाओ, सुनी भावें यूट्यूब ते जाओ, इक्को ही गल है। तो कोई दिक्कत नहीं है, मेरा फेसबुक ते भी ध्यान रहिंदा। ते इदां कर लिया करो, यूट्यूब ते कमेंट करने जे औखे लगदे फेसबुक ते कर दिया करो, सुन भावें यूट्यूब ते लिया। लो दोस्तों सवेरे 7 वजे मिलांगे फिर, तद तक तुहाडा ते साडा रब राखा। शब्बा खैर, सत श्री अकाल। जुड़े रहो टिवाणा रेडियो दे नाल।